ਭਗਦੀਆਂ ਖਬਰਾਂ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਹਰਪ੍ਰੀਤ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਮੇਰਾ ਸਾਥ ਦੇ ਰਹੇ ਨੇ ਕੈਲਗਰੀ ਤੋਂ ਅਜੀਤ ਜੀ, ਮੋਹਾਲੀ ਤੋਂ ਸਬਦੀਸ਼ ਜੀ ਤੇ ਨਾਲ ਹੀ ਸਾਡੇ ਨਾਲ ਚੰਡੀਗੜ੍ਹ ਤੋਂ ਜੁੜ ਰਹੇ ਨੇ ਪ੍ਰਭਮੀਤ ਜੀ ਅਤੇ ਸੀਪੀ ਸਿੰਘ ਜੀ। ਤੁਹਾਡੇ ਸਭ ਦਾ ਸ਼ੋਅ ਦੇ ਵਿੱਚ ਸਵਾਗਤ ਹੈ। ਥੈਂਕ ਯੂ ਜੀ। ਡਿਬੇਟ ਨੰਬਰ 1 ਚ ਗੱਲਬਾਤ ਕਰਾਂਗੇ ਦਿੱਲੀ ਚ ਆਉਣ ਵਾਲੀ ਇਲੈਕਸ਼ਨ, ਰਜੌਰੀ ਗਾਰਡਨ ਅਤੇ ਐਮਸੀਡੀ ਦੀ, ਤੇ ਡਿਬੇਟ ਨੰਬਰ 2 ਚ ਰੁਖ ਕਰਾਂਗੇ ਪੰਜਾਬ ਦਾ ਅਤੇ ਸੁਪਰੀਮ ਕੋਰਟ ਦੁਆਰਾ ਲਾਏ ਗਏ ਨਵੇਂ ਬੈਨ ਉੱਤੇ, ਜੋ ਕਿ ਹਾਈਵੇ ਤੋਂ 500 ਮੀਟਰ ਦੂਰ ਲਿਕਰ ਵੈਂਟਸ ਦਾ ਜੋ ਇੱਕ ਆਦੇਸ਼ ਆਇਆ ਵਾ ਸੁਪਰੀਮ ਕੋਰਟ ਤੋਂ, ਉਸ ਮੁੱਦੇ ਬਾਰੇ ਡਿਬੇਟ ਨੰਬਰ 2 ਚ ਗੱਲ ਕਰਾਂਗੇ। ਰਜੌਰੀ ਗਾਰਡਨ ਇਲੈਕਸ਼ਨ ਜੋ ਕਿ ਅਪ੍ਰੈਲ 9 ਨੂੰ ਆ, ਆਉਣ ਵਾਲੇ ਸੰਡੇ ਨੂੰ, ਕਾਫੀ ਇੰਪੋਰਟੈਂਟ ਇਲੈਕਸ਼ਨ ਅਸੀਂ ਸਾਰੇ ਹੀ ਜਾਣਦੇ ਹਾਂ। ਜਰਨੈਲ ਸਿੰਘ ਜੋ ਕਿ ਆਪ ਦੇ ਐਮਐਲਏ ਸੀ, ਉਹਨਾਂ ਨੇ ਅਸਤੀਫਾ ਦੇ ਕੇ ਪੰਜਾਬ ਤੋਂ ਲੰਬੀ ਤੋਂ ਇਲੈਕਸ਼ਨ ਲੜੀ ਸੀ। ਪੰਜਾਬ ਤੋਂ ਲੰਬੀ ਤੋਂ ਅਸੀਂ ਰਿਜ਼ਲਟ ਵੀ ਜਾਣਦੇ ਹਾਂ ਕਿ ਜਰਨੈਲ ਸਿੰਘ ਜੀ ਇਲੈਕਸ਼ਨ ਉਹ ਹਾਰ ਗਏ ਸੀ, ਪਰ ਉਸ ਤੋਂ ਬਾਅਦ ਖਾਲੀ ਹੋਈ ਦਿੱਲੀ ਦੀ ਰਜੌਰੀ ਗਾਰਡਨ ਦੀ ਸੀਟ ਦੀ ਬਾਈ ਇਲੈਕਸ਼ਨ ਅਪ੍ਰੈਲ 9 ਨੂੰ ਹੋਣ ਜਾ ਰਹੀ ਆ। ਸ਼੍ਰੋਮਣੀ ਅਕਾਲੀ ਦਲ ਅਤੇ ਬੀਜੇਪੀ ਵੱਲੋਂ ਰਲ ਕੇ ਮਨਜਿੰਦਰ ਸਿੰਘ ਸਿਰਸਾ ਨੂੰ ਐਜ਼ ਅ ਕੈਂਡੀਡੇਟ ਖੜਾ ਕੀਤਾ ਵਾ, ਜੋ ਕਿ ਬੀਜੇਪੀ ਦੇ ਟਿਕਟ ਤੇ ਇਹ ਇਲੈਕਸ਼ਨ ਲੜਨ ਜਾ ਰਹੇ ਨੇ। ਦੂਜੇ ਪਾਸੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਵੀ ਪੂਰੀ ਕੋਸ਼ਿਸ਼ ਕਰ ਰਹੀ ਆ ਕਿ ਇਸ ਇਲੈਕਸ਼ਨ ਨੂੰ ਅਸੀਂ ਫਿਰ ਤੋਂ ਜਿੱਤ ਪਾਈਏ। ਆਮ ਆਦਮੀ ਪਾਰਟੀ ਦੀ ਪੂਰੀ ਕੋਸ਼ਿਸ਼ ਹੋਊਗੀ ਕਿ ਅਸੀਂ ਇਸ ਇਲੈਕਸ਼ਨ ਨੂੰ, ਇਸ ਸੀਟ ਨੂੰ ਵਾਪਸ ਆਪਣੇ ਖੇਮੇ 'ਚ ਸ਼ਾਮਿਲ ਕਰ ਪਾਈਏ। ਦੂਜੇ ਪਾਸੇ ਕਾਂਗਰਸ ਦੀ ਵੀ ਪੂਰੀ ਉਮੀਦ ਆ, ਪੂਰੀ ਕੋਸ਼ਿਸ਼ ਆ ਕਿ ਅਸੀਂ ਆਪਣਾ ਦਿੱਲੀ ਵਿਧਾਨ ਸਭਾ 'ਚ ਖਾਤਾ ਖੋਲ ਪਾਈਏ, ਪਰ ਬੀਜੇਪੀ ਦੇ ਹੌਸਲੇ ਬੁਲੰਦ ਨੇ। ਜਿਸ ਤਰ੍ਹਾਂ ਬੀਜੇਪੀ ਨੇ ਯੂਪੀ ਵਿੱਚ ਕਲੀਨ ਸਵੀਪ ਕੀਤਾ ਵਾ, ਰਜੌਰੀ ਗਾਰਡਨ ਦੇ ਵਿੱਚ ਵੀ ਬੀਜੇਪੀ ਕੁਝ ਏਦਾਂ ਦਾ ਹੀ ਕਰਨ ਦੀ ਸੋਚ ਰਹੀ ਆ। ਆਉਣ ਵਾਲੇ ਸ਼ਨੀਵਾਰ ਨੂੰ ਤੁਸੀਂ ਰਜੌਰੀ ਗਾਰਡਨ ਦੀ ਓਪੀਨੀਅਨ ਪੋਲ ਚੱਕਦੇ ਟੀਵੀ ਤੇ ਸ਼ਨੀਵਾਰ ਨੂੰ 1 ਵਜੇ ਦੇਖ ਪਾਓਗੇ। ਜੀ ਹਾਂ, ਵੋਟਿੰਗ ਪੈਣ ਤੋਂ ਪਹਿਲਾਂ ਹੀ ਅਸੀਂ ਤੁਹਾਨੂੰ ਨਾਲ ਚੱਕਦੇ ਟੀਵੀ ਤੇ ਰਜੌਰੀ ਗਾਰਡਨ ਦੇ ਓਪੀਨੀਅਨ ਪੋਲ ਸਾਂਝੇ ਕਰ ਦਾਂਗੇ। ਇੱਕ ਵਾਰ ਫਿਰ ਤੋਂ ਜੋ ਪੰਜਾਬ ਦੇ ਵਿੱਚ ਅਸੀਂ ਓਪੀਨੀਅਨ ਪੋਲ ਕੀਤੇ ਸੀ, ਤੁਸੀਂ ਸਾਰੇ ਹੀ ਜਾਣਦੇ ਜੋ ਸਾਡੇ ਸਾਰੇ ਹੀ ਓਪੀਨੀਅਨ ਪੋਲ 100% ਸਹੀ ਹੋਏ ਸੀ ਲਗਭਗ। ਇੱਕ ਵਾਰ ਫਿਰ ਤੋਂ ਸਾਨੂੰ ਉਮੀਦ ਹੈ ਕਿ ਰਜੌਰੀ ਗਾਰਡਨ ਦੇ ਵਿੱਚ ਜੋ ਅਸੀਂ ਰਿਜ਼ਲਟ ਤੁਹਾਨੂੰ ਵਿਖਾਵਾਂਗੇ ਓਪੀਨੀਅਨ ਪੋਲ ਜੋ ਅਸੀਂ ਪੋਲ ਵਿਖਾਵਾਂਗੇ, ਰਿਜ਼ਲਟ ਵੀ ਉਹਦੇ ਮੁਤਾਬਿਕ ਹੀ ਹੋਊਗਾ। ਦੂਜੇ ਪਾਸੇ ਜੇ ਦਿੱਲੀ ਐਮਸੀਡੀ ਦੀ ਗੱਲ ਕਰੀਏ, ਐਮਸੀਡੀ ਇਲੈਕਸ਼ਨ ਚਾਹੇ ਅਸੀਂ ਕਹਿ ਸਕਦੇ ਹਾਂ ਇੰਨੀ ਮਹੱਤਵਪੂਰਨ ਜਾਂ ਇੰਪੋਰਟੈਂਟ ਨਹੀਂ ਹੁੰਦੀ, ਪਰ ਮੁੰਬਈ ਮਿਊਨਿਸਪਲ ਕਾਰਪੋਰੇਸ਼ਨ ਅਤੇ ਮੈਂ ਟੈਕਨੀਕਲ ਟੀਮ ਨੂੰ ਕਹੂੰਗਾ ਮੇਰੇ ਮੁੰਬਈ ਮਿਊਨਿਸਪਲ ਕਾਰਪੋਰੇਸ਼ਨ ਅਤੇ ਦਿੱਲੀ ਮਿਊਨਿਸਪਲ ਕਾਰਪੋਰੇਸ਼ਨ ਕਾਫੀ ਅਹਿਮ ਰੋਲ ਨਿਭਾਉਂਦੀਆਂ ਨੇ ਇੰਡੀਅਨ ਨੈਸ਼ਨਲ ਪੋਲਿਟਿਕਸ 'ਚ। ਬੀਜੇਪੀ ਜੋ ਕਿ ਪਿਛਲੇ 2 ਟਰਮ ਤੋਂ ਸੱਤਾ ਤੇ ਐਮਸੀਡੀ ਦਾ ਜਿੱਤ, ਪਿਛਲੀ 2 ਟਰਮ ਤੋਂ ਬੀਜੇਪੀ ਨੇ ਐਮਸੀਡੀ ਤੇ ਜਿੱਤ ਹਾਜ਼ਰ ਕੀਤੀ ਸੀ। ਆਮ ਆਦਮੀ ਪਾਰਟੀ ਦੀ ਕੋਸ਼ਿਸ਼ ਇਹੀ ਹੋਊਗੀ ਕਿ ਐਮਸੀਡੀ ਦੀ 3 ਐਮਸੀਡੀਆਂ ਟੋਟਲ ਦਿੱਲੀ ਵਿੱਚ ਨੇ, ਸਾਊਥ, ਨਾਰਥ ਅਤੇ ਈਸਟ। ਆਮ ਆਦਮੀ ਪਾਰਟੀ ਦੀ ਇਹੀ ਕੋਸ਼ਿਸ਼ ਹੋਊਗੀ ਕਿ ਅਸੀਂ ਜ਼ਿਆਦਾ ਤੋਂ ਜ਼ਿਆਦਾ ਸੀਟਾਂ ਜਿੱਤ ਕੇ ਐਮਸੀਡੀ ਵਿੱਚ ਵੀ ਆਪਣੀ ਸਰਕਾਰ ਬਣਾ ਪਾਈਏ। ਦੂਜੇ ਪਾਸੇ ਕਾਂਗਰਸ ਅਤੇ ਬੀਜੇਪੀ ਦੀ ਵੀ ਇਹੀ ਕੋਸ਼ਿਸ਼ ਹੋਊਗੀ ਕਿ ਅਸੀਂ ਐਮਸੀਡੀ ਦੀ ਸੱਤਾ ਆਪਣੇ ਹੱਥ 'ਚ ਲਈਏ। ਇਹ ਤੇ ਆਉਣ ਵਾਲਾ ਸਮੇਂ ਹੀ ਦੱਸੂਗਾ ਕਿ ਐਮਸੀਡੀ ਦੀ ਕਿਹੜੀ ਪਾਰਟੀ ਜੇਤੂ ਹੁੰਦੀ ਆ, ਪਰ ਜਿਸ ਤਰ੍ਹਾਂ ਬੀਜੇਪੀ, ਕਾਂਗਰਸ ਅਤੇ ਆਮ ਆਦਮੀ ਪਾਰਟੀ ਦਿੱਲੀ ਐਮਸੀਡੀ ਇਲੈਕਸ਼ਨ ਵਿੱਚ ਹਿੱਸਾ ਲੈ ਰਹੀਆਂ ਵਾ, ਲੱਗ ਰਿਹਾ ਵਾ ਕਿ ਇੱਕ ਕਾਫੀ ਇੰਪੋਰਟੈਂਟ ਬੈਟਲਫੀਲਡ ਬਣ ਚੁੱਕੀ ਆ। ਜੇ ਬੀਜੇਪੀ ਦੀ ਗੱਲ ਕਰੀਏ, ਅਮਿਤ ਸ਼ਾਹ ਵਰਗੇ ਦਿੱਗਜ ਵੀ ਦਿੱਲੀ ਐਮਸੀਡੀ ਇਲੈਕਸ਼ਨ ਨੂੰ ਕਾਫੀ ਸੀਰੀਅਸਲੀ ਲੈ ਰਹੇ ਨੇ। ਈਵਨ ਦੋ ਕਿ ਜੋ ਬੀਜੇਪੀ ਦੇ ਕਾਉਂਸਲਰ ਦੀਆਂ ਟਿਕਟਾਂ ਵੀ ਦਿੱਤੀਆਂ ਜਾ ਰਹੀਆਂ ਨੇ, ਅਮਿਤ ਸ਼ਾਹ ਦੀ ਉਹਦੇ ਵਿੱਚ ਡਾਇਰੈਕਟ ਇਨਵੋਲਵਮੈਂਟ ਰਹੀ ਆ। ਕਾਂਗਰਸ ਦੀ ਗੱਲ ਕਰੀਏ ਤੇ ਰਾਹੁਲ ਗਾਂਧੀ ਡਾਇਰੈਕਟਲੀ ਇਨਵੋਲਵ ਨੇ ਇਸ ਪੂਰੇ ਦਿੱਲੀ ਐਮਸੀਡੀ ਦੇ ਇਲੈਕਸ਼ਨ ਵਿੱਚ। ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤੇ ਅਰਵਿੰਦ ਕੇਜਰੀਵਾਲ ਪੂਰੀ ਤਰ੍ਹਾਂ ਇਨਵੋਲਵ ਨੇ, ਈਵਨ ਕਿ ਪਿਛਲੇ ਕੁਝ ਦਿਨਾਂ ਤੋਂ ਪ੍ਰਚਾਰ ਵੀ ਆਪਣੀ ਪਾਰਟੀ ਦਾ ਜਿਸ ਤਰ੍ਹਾਂ ਪੰਜਾਬ ਵਿੱਚ ਕੀਤਾ ਸੀ ਉਸੇ ਹੀ ਤਰ੍ਹਾਂ ਦਿੱਲੀ ਵਿੱਚ ਵੀ ਪ੍ਰਚਾਰ ਕਰ ਰਹੇ ਨੇ। ਵੋਟਰਸ ਕਿਹਨੂੰ ਵੋਟ ਪਾਉਂਦੇ ਨੇ ਤੇ ਕਿਹਦੇ ਹੱਥ ਤਿੰਨੋਂ ਦਿੱਲੀ ਐਮਸੀਡੀ ਸੱਤਾ ਆਉਂਦੀ ਹੈ, ਤੇ ਸਾਨੂੰ 26 ਅਪ੍ਰੈਲ ਨੂੰ ਪਤਾ ਲੱਗੂਗਾ। 23 ਅਪ੍ਰੈਲ ਨੂੰ ਇਹ ਇਲੈਕਸ਼ਨ ਆ, 26 ਅਪ੍ਰੈਲ ਨੂੰ ਰਿਜ਼ਲਟ ਆ ਰਹੇ ਨੇ। ਪਰ ਅੱਜ ਅਸੀਂ ਤੁਹਾਡੇ ਨਾਲ ਕੁਝ ਓਪੀਨੀਅਨ ਪੋਲ ਜ਼ਰੂਰ ਸਾਂਝੇ ਕਰਨ ਜਾਵਾਂਗੇ, ਪਰ ਉਸ ਤੋਂ ਪਹਿਲਾਂ
ਹਮੇਸ਼ਾ ਹੀ ਮੈਂ ਆਮ ਆਦਮੀ ਪਾਰਟੀ ਵਾਸਤੇ ਡੂ ਔਰ ਡਾਈ ਇਲੈਕਸ਼ਨ ਆਣਾ ਵਾ ਦਿੱਲੀ ਐਮਸੀਡੀ ਅਤੇ ਰਜੌਰੀ ਗਾਰਡਨ ਦੀ। ਜੇ ਆਮ ਆਦਮੀ ਪਾਰਟੀ ਰਜੌਰੀ ਗਾਰਡਨ ਅਤੇ ਦਿੱਲੀ ਐਮਸੀਡੀ ਚ ਵੀ ਕੋਈ ਖਾਸ ਰਿਜ਼ਲਟ ਜਾਂ ਖਾਸ ਸੀਟਾਂ ਆਪਣੇ ਹੱਕ ਚ ਨਹੀਂ ਕਰ ਪਾਈ, ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਦਾ ਪਤਨ ਸ਼ੁਰੂ ਹੋ ਜਾਊਗਾ। ਉਹ ਪਾਰਟੀ ਜਿਹੜੀ ਬੜੀ ਹੀ ਛੇਤੀ ਉਭਰੀ ਸੀ, ਉਨੀ ਹੀ ਸਪੀਡ ਨਾਲ ਸ਼ਾਇਦ ਇਹ ਪਾਰਟੀ ਥੱਲੇ ਨੂੰ ਇਹਦਾ ਪਤਨ ਹੋਣਾ ਸ਼ੁਰੂ ਹੋ ਜਾਊਗਾ। ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਪ੍ਰਭਮੀਤ ਜੀ ਤੁਹਾਡੇ ਵਿਚਾਰ ਜਾਨਣਾ ਚਾਹੂੰਗਾ। ਮੈਂ ਜਦੋਂ ਵੀ ਡੂ ਔਰ ਡਾਈ ਇਲੈਕਸ਼ਨ ਕਿਹਾ, ਤੁਸੀਂ ਹਮੇਸ਼ਾ ਹੀ ਆਮ ਆਦਮੀ ਪਾਰਟੀ ਵਾਸਤੇ ਡਾਈ ਇਲੈਕਸ਼ਨ ਕਿਹਾ ਵਾ। ਕੀ ਤੁਸੀਂ ਅਜੇ ਵੀ ਆਪਣੇ ਵਿਚਾਰਾਂ ਤੇ ਉਦਾਂ ਹੀ ਬਣੇ ਹੋਏ ਜੋ, ਜਾਂ ਫਿਰ ਤੁਹਾਨੂੰ ਲੱਗਦਾ ਵਾ ਕਿ ਸ਼ਾਇਦ ਆਮ ਆਦਮੀ ਪਾਰਟੀ ਦੀ ਸਥਿਤੀ ਪਹਿਲਾਂ ਤੋਂ ਬਿਹਤਰ ਹੋਈ ਆ? ਬਿਲਕੁਲ ਡਾਈ ਵਾਲੀ ਸਿਚੁਏਸ਼ਨ ਹੀ ਹੈ। ਔਰ ਇਹ ਜਿਹੜਾ ਡਾਈ ਵਾਲੀ ਸਿਚੁਏਸ਼ਨ ਵੱਲ ਦਿਨ ਬ ਦਿਨ ਜ਼ਿਆਦਾ ਵੱਧਦੇ ਜਾ ਰਹੇ ਨੇ, ਕਿਉਂਕਿ ਮੈਂ ਜਿੰਨਾ ਆਬਜ਼ਰਵ ਕਰ ਪਾ ਰਿਹਾ, ਆਮ ਆਦਮੀ ਪਾਰਟੀ ਦਾ ਜਿਹੜਾ ਚੋਣ ਪ੍ਰਚਾਰ ਹੈ ਉਹਦੇ ਚ ਮੈਨੂੰ ਦਿਨੋਂ ਦਿਨ ਉਤਸ਼ਾਹ ਦੀ ਕਮੀ ਦੇਖਣ ਦੇ ਵਿੱਚ ਮਿਲ ਰਹੀ ਹੈ। ਜਿਹੜੇ ਆਮ ਆਦਮੀ ਪਾਰਟੀ ਦੇ ਵਲੰਟੀਅਰਸ ਵੀ ਜਿੰਨੇ ਮੈਂ ਟੀਵੀ ਤੇ ਨੈਸ਼ਨਲ ਚੈਨਲਸ ਤੇ ਦੇਖ ਪਾ ਰਹੇ ਹਾਂ, ਜੋ ਮੇਰੇ ਆਪਣੇ ਸਰਕਲ ਦੇ ਵਿੱਚ ਹੈਗੇ ਨੇ ਲੋਕ, ਉਹ ਦੱਸਦੇ ਨੇ ਕਿ ਆਮ ਆਦਮੀ ਪਾਰਟੀ ਦੇ ਜਿਹੜੇ ਵਲੰਟੀਅਰ ਨੇ ਇਸ ਟਾਈਮ ਉਹ ਕਿਤੇ ਨਾ ਕਿਤੇ ਉਹਨਾਂ ਵਾਸਤੇ ਸਿਚੁਏਸ਼ਨ ਇਹ ਬਣੀ ਹੋਈ ਹੈ ਕਿ ਉਹ ਮੈਦਾਨ ਛੱਡ ਕੇ ਜਾ ਨਹੀਂ ਸਕਦੇ। ਇਸ ਤੋਂ ਇਲਾਵਾ ਉਹਨਾਂ ਨੂੰ ਮੈਦਾਨ 'ਚ ਬਣੇ ਰਹਿਣਾ ਜਿਹੜਾ ਉਹ ਇੱਕ ਜ਼ਰੂਰੀ ਹੋ ਗਿਆ, ਚਾਹੇ ਦੁਨੀਆਦਾਰੀ ਵਾਸਤੇ ਕਹਿ ਲਓ, ਚਾਹੇ ਇੱਕ ਸ਼ਰਮੋ ਸ਼ਰਮੀ ਉੱਥੇ ਰਹਿਣਾ ਜ਼ਰੂਰੀ ਹੋ ਗਿਆ। ਐਸ ਫਾਰ ਐਸ ਬੀਜੇਪੀ ਪਾਰਟੀ ਇਜ਼ ਕੰਸਰਨ, ਬੀਜੇਪੀ ਦੇ ਵਰਕਰ ਜਿਹੜੇ ਨੇ ਉਹ ਥੋੜਾ ਜਿਹਾ ਇਸ ਟਾਈਮ ਓਵਰ ਕੌਨਫੀਡੈਂਸ ਵੱਲ ਵੱਧ ਰਹੇ ਨੇ। ਉਹ ਇਹ ਸੋਚ ਰਹੇ ਨੇ ਕਿ ਅਸੀਂ ਜਿੱਤੇ ਹੋਏ ਸਿਰਫ ਫਾਰਮੈਲਿਟੀ ਜਿਹੜੀ ਪੂਰੀ ਕਰਨੀ ਹੈਗੀ ਹੈ। ਔਰ ਕਾਂਗਰਸ ਪਾਰਟੀ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਕਿ ਹਲੇ ਤੱਕ ਵੀ ਉੱਥੇ ਰਿਪੋਰਟਸ ਦੇ ਨਾਲ ਹੀ ਉਲਝ ਰਹੀ ਹੈ। ਅੱਜ ਅਸੀਂ ਪਹਿਲਾ ਜੋ ਓਪੀਨੀਅਨ ਪੋਲ ਸ਼ੇਅਰ ਕਰਾਂਗੇ ਤੁਹਾਡੇ ਨਾਲ ਨਾਰਥ ਦਿੱਲੀ ਵਾਰਡ 24 ਦਾ ਵਾ। ਜਿੱਦਾਂ ਕਿ ਮੈਂ ਪਹਿਲਾਂ ਵੀ ਦੱਸ ਚੁੱਕਿਆ ਵਾਂ, 3 ਐਮਸੀਡੀਜ਼ ਦਿੱਲੀ ਦੇ ਵਿੱਚ ਨੇ, ਸਾਊਥ, ਨਾਰਥ ਅਤੇ ਈਸਟ। ਪਹਿਲੀ ਜੋ ਅਸੀਂ ਤੁਹਾਡੇ ਨਾਲ ਅੱਜ ਓਪੀਨੀਅਨ ਪੋਲ ਸਾਂਝੇ ਕਰਾਂਗੇ ਨਾਰਥ ਦਿੱਲੀ ਵਾਰਡ 24 ਰੋਹਿਣੀ ਏ ਦਾ ਵਾ। ਰੋਹਿਣੀ ਏ ਦੇ ਲਗਭਗ 48% 48% ਵੋਟਰਸ ਬੀਜੇਪੀ ਦੇ ਹੱਕ ਵਿੱਚ ਵੋਟ ਪਾਉਣਾ ਚਾਹੁੰਦੇ ਨੇ। 24% ਵੋਟਰਸ ਆਮ ਆਦਮੀ ਦੇ ਪਾਰਟੀ ਦੇ ਹੱਕ ਵਿੱਚ ਵੋਟ ਪਾਉਣਾ ਚਾਹੁੰਦੇ ਨੇ। 8% ਵੋਟਰਸ ਕਾਂਗਰਸ ਦੇ ਹੱਕ ਵਿੱਚ ਵੋਟ ਪਾਉਣਾ ਚਾਹੁੰਦੇ ਨੇ। 17% ਵੋਟਰ ਅਜੇ ਵੀ ਅਨਡਿਸਾਈਡਡ ਨੇ। 2% ਵੋਟਰਸ 2% ਵੋਟਰਸ 2% ਵੋਟਰ ਦੂਜੀਆਂ ਪਾਰਟੀਆਂ, ਛੋਟੀਆਂ ਪਾਰਟੀਆਂ ਦਾ ਕਿ ਸਵਰਾਜ ਇੰਡੀਆ ਜਾਂ ਫਿਰ ਇੰਡੀਪੈਂਡੈਂਟ ਕੈਂਡੀਡੇਟਸ ਨੂੰ ਵੋਟ ਪਾਉਣਾ ਚਾਹੁੰਦੇ ਨੇ, ਅਤੇ 1% ਵੋਟਰਸ ਬੀਐਸਪੀ ਨੂੰ ਵੋਟ ਪਾਉਣਾ ਚਾਹੁੰਦੇ ਨੇ। ਮੈਂ ਰਿਪੀਟ ਕਰਦਾ ਜੀ, ਦਿੱਲੀ ਨਾਰਥ ਦਿੱਲੀ ਦਾ ਜੋ ਚੱਕ ਤੇ ਟੀਵੀ ਦੀ ਟੀਮ ਨੇ ਓਪੀਨੀਅਨ ਪੋਲ ਕੀਤਾ ਵਾ, ਉਹਦੇ ਮੁਤਾਬਿਕ ਵਾਰਡ 24 ਰੋਹਿਣੀ ਏ ਦੇ ਵਿੱਚ ਬੀਜੇਪੀ ਬੜੇ ਹੀ ਆਰਾਮ ਨਾਲ ਇਸ ਸੀਟ ਜਿੱਤਣ ਜਾ ਰਹੀ ਆ, ਜਾਂ ਤੁਸੀਂ ਕਹਿ ਸਕਦੇ ਹੋ ਸਵੀਪ ਕਰਨ ਜਾ ਰਹੀ ਆ। 48% 48% ਵੋਟਰ ਰੋਹਿਣੀ ਏ ਦੇ ਬੀਜੇਪੀ ਨੂੰ ਵੋਟ ਪਾਉਣਾ ਚਾਹੁੰਦੇ ਨੇ। 24% ਵੋਟਰਸ ਆਮ ਆਦਮੀ ਪਾਰਟੀ ਨੂੰ ਅਤੇ 8% ਵੋਟਰਸ ਇੰਡੀਅਨ ਨੈਸ਼ਨਲ ਕਾਂਗਰਸ ਨੂੰ। ਬੀਜੇਪੀ ਨੰਬਰ 1 ਦੀ ਪੋਜੀਸ਼ਨ ਤੇ ਆਮ ਆਦਮੀ ਪਾਰਟੀ ਲਗਭਗ ਤੁਸੀਂ ਕਹਿ ਸਕਦੇ ਜੋ ਬੀਜੇਪੀ ਤੋਂ ਅੱਧੇ ਹਾਫ ਪੋਜੀਸ਼ਨ ਤੇ ਬਣੀ ਹੋਈ ਆ, ਤੇ ਉਹ ਤੋਂ ਤੀਜੇ ਹਿੱਸੇ ਡਾਊਨ ਕਾਂਗਰਸ ਪਾਰਟੀ ਬਣੀ ਹੋਈ ਆ। ਅਜੀਤ ਜੀ। ਹਰਪ੍ਰੀਤ ਜੀ, ਜਿਵੇਂ ਪਹਿਲੇ ਵੀ ਦੇਖਣ ਨੂੰ ਮਿਲਿਆ, ਸੇਮ ਜਿਹੜੀ ਹੈਗੀ ਲੋਕਾਂ ਦਾ ਜਿਹੜਾ ਵਿਚਾਰ ਨੇ ਉਸ ਤਰ੍ਹਾਂ ਦੇ ਜਿਹੜੇ ਪਹਿਲਾਂ ਆਪਾਂ ਦੂਜੀਆਂ 'ਚ ਦੇਖ ਚੁੱਕੇ ਹਾਂ ਕਾਂਸਟੀਚੁਐਂਸੀ 'ਚ, ਸੇਮ ਇਹਦੇ ਵਿੱਚ ਰੋਣੀ 'ਚ ਮਿਲ ਰਹੇ ਨੇ। ਬੀਜੇਪੀ ਬਹੁਤ ਵੱਡੀ ਲੀਡ ਲੈ ਰਹੀ ਹੈ, ਔਰ ਦੂਜੀਆਂ ਸਾਰੀਆਂ ਪਾਰਟੀਆਂ ਰਲ ਕੇ ਵੀ ਉਹਨਾਂ ਜਿੰਨੀਆਂ ਨਹੀਂ ਬਣਦੀਆਂ ਹੈਗੀਆਂ। ਜੇ ਤੁਸੀਂ ਅਨਡਿਸਾਈਡਡ ਵੋਟਰ ਇੱਥੇ ਮੇਰੇ ਖਿਆਲ ਜਿਹੜੇ 7% ਹੈ ਕੱਢ ਦਿਓ, ਤੇ ਦੂਜੀਆਂ ਪਾਰਟੀਆਂ ਟੋਟਲ ਨਾਲੋਂ ਅੱਧ ਤੇ ਵੱਧ ਜਿਹੜੀ ਹੈਗੀ ਉਹ ਬੀਜੇਪੀ ਨਜ਼ਰ ਆਉਂਦੀ ਹੈ। ਕਾਂਗਰਸ ਠੀਕ ਹੈ, ਉਹਦੀ ਤਕਰੀਬਨ ਸਾਰੇ ਹਿੰਦੁਸਤਾਨ ਦੇ ਵਿੱਚ ਹੀ ਪੋਜੀਸ਼ਨ ਕਾਫੀ ਅਜੇ ਕਮਜ਼ੋਰ ਹੈ, ਪਰ ਆਮ ਆਦਮੀ ਪਾਰਟੀ ਆਪਣੀ ਪੋਜੀਸ਼ਨ ਨੂੰ ਇੰਨਾ ਪਿੱਛੇ ਲੈ ਗਈ ਹੈ। ਇਹ ਜ਼ਰੂਰ ਵੇਖਣ ਵਾਲੀ ਗੱਲ ਹੈ ਕਿ ਜਿਸ ਪਾਰਟੀ ਨੂੰ ਲੋਕਾਂ ਨੇ ਏਡੀ ਵੱਡੀ 2 ਸਾਲ ਪਹਿਲਾਂ ਜਾਂ ਦੋ ਤੋਂ ਕੁਝ ਹੀ ਸਮੇਂ ਜ਼ਿਆਦਾ ਹੈ ਐਡੀ ਵੱਡੀ ਲੀਡ ਨਾਲ ਜਿਤਾਇਆ ਸੀ, ਅੱਜ ਉਹ ਲੋਕਾਂ ਦੇ ਵਿੱਚ ਜਾਣ ਨਾਲ ਲੋਕਾਂ ਦੇ ਵਿੱਚ ਕੰਮ ਦੀ ਆਪਣੇ ਦੀ ਗੱਲ ਕਰਨ ਦੀ ਬਜਾਏ ਜਿਸ ਕੰਮ ਦੇ ਆਧਾਰ ਤੇ ਉਹ ਪੰਜਾਬ ਦੇ ਵਿੱਚ ਬੜੇ ਦਮਗਜੇ ਮਾਰਦੇ ਸੀ, ਕਿਉਂ ਨਹੀਂ ਉਸ ਕੰਮ ਨੂੰ ਲੈ ਕੇ ਜਾਂਦੇ? ਸਗੋਂ ਜਿਹੜੀਆਂ ਈਵੀਐਮ ਮਸ਼ੀਨਾਂ ਦੇ ਉੱਤੇ ਉਹ ਏਡਾ ਬੜਾ ਜਿੱਤ ਪ੍ਰਾਪਤ ਕਰ ਗਏ ਸੀ, ਉਹ ਮਸ਼ੀਨਾਂ ਦੀ ਨੁਕਤਾਚੀਨੀ 'ਚ ਤਾਂ ਪਿੱਛੇ ਪਏ ਹੋਏ ਨੇ, ਪਰ ਆਪਣੇ ਕੰਮ ਕਿਤੇ ਗਣਾਉਂਦੇ ਨਜ਼ਰ ਨਹੀਂ ਆਉਂਦੇ ਹੈਗੇ। ਮੈਨੂੰ ਲੱਗਦਾ ਇਹ ਸਭ ਤੋਂ ਵੱਡਾ ਕਾਰਨ ਹੈ ਉਹਨਾਂ ਦੀ ਇਹੋ ਜਿਹੀ ਸਥਿਤੀ ਦਿੱਲੀ 'ਚ ਨਜ਼ਰ ਆਉਣ ਦਾ।
ਔਰ ਇਹ ਵੀ ਮੈਨੂੰ ਲੱਗਦਾ ਕਿ ਸ਼ਾਇਦ ਉਹਨਾਂ ਨੇ ਉਹਨੇ ਕੰਮ ਕੀਤੇ ਨਹੀਂ, ਕੁਝ ਚੋਣਵੇਂ ਇੰਸਟੀਟਿਊਸ਼ਨ ਕਰਕੇ, ਸਕੂਲ ਬਣਾ ਕੇ, ਕੁਝ ਇੱਕ ਜਿਹੜੀਆਂ ਮੁਹੱਲਾ ਕਲੀਨਿਕਾਂ ਬਣਾ ਕੇ ਉਹਦੀ ਮਾਰਕੀਟਿੰਗ ਸ਼ੁਰੂ ਕਰ ਦਿੱਤੀ ਹੈ। ਜੇ ਰੀਅਲੀ ਜਿਹਾ ਜਿਹਾ ਉਹ ਕੰਮ ਦਿਖਾਉਂਦੇ ਸੀ, ਉਹੋ ਜਿਹਾ ਕੰਮ ਕੀਤਾ ਹੁੰਦਾ, ਕੋਈ ਕਾਰਨ ਨਹੀਂ ਸੀ ਕਿ ਉਹਨਾਂ ਦਾ ਜਿਹੜਾ ਹੈਗਾ ਉੱਥੇ ਜਿਹੜਾ ਗ੍ਰਾਫ ਇੰਨਾ ਥੱਲੇ ਹੁੰਦਾ ਬੀਜੇਪੀ ਨਾਲੋਂ। ਉਹ 24% ਤੇ ਰੋਣੀ 'ਚ ਖੜੇ ਨਜ਼ਰ ਆਉਂਦੇ, ਜਦੋਂ ਕਿ ਬੀਜੇਪੀ 48% ਤੇ ਆ। ਸੋ ਕਿਤੇ ਨਾ ਕਿਤੇ ਉਹ ਬਹੁਤ ਵੱਡੀ ਪੱਧਰ ਤੇ ਆਪਣਾ ਗਰਾਊਂਡ ਲੂਜ਼ ਕਰ ਰਹੇ ਨੇ, ਔਰ ਇਹ ਕੋਈ ਚੰਗਾ ਸੰਕੇਤ ਨਹੀਂ ਹੈਗਾ ਆਮ ਆਦਮੀ ਪਾਰਟੀ ਵਾਸਤੇ। ਬਿਲਕੁਲ ਸਹੀ ਅਜੀਤ ਜੀ, ਜਿਹੜੇ ਤੁਸੀਂ ਗੱਲ ਕੀਤੀ ਕਿ ਜੋ ਆਮ ਆਦਮੀ ਪਾਰਟੀ ਨੇ ਕੰਮ ਕੀਤੇ ਹੁੰਦੇ ਤੇ ਸ਼ਾਇਦ ਉਹ ਦਿੱਲੀ ਵਿੱਚ ਆਪਣੇ ਕੀਤੇ ਗਏ ਕੰਮਾਂ ਦੇ ਆਧਾਰ ਤੇ ਵੋਟਾਂ ਮੰਗਦੇ, ਪਰ ਜੋ ਆਮ ਆਦਮੀ ਪਾਰਟੀ ਦੇ ਮੰਚ ਨੂੰ ਸੁਣਨ ਤੋਂ ਮਿਲ ਰਿਹਾ ਕਿ ਹਾਊਸ ਟੈਕਸਸ ਫ੍ਰੀ ਕਰ ਦਿੱਤੇ ਜਾਣਗੇ ਜਾਂ ਫਿਰ ਐਮਸੀਡੀ 'ਚ ਕੱਚੇ EMPLOYE ਪੱਕੇ ਕਰ ਦਿੱਤੇ ਜਾਣਗੇ, ਇਹਨਾਂ ਸਪੀਚਾਂ ਤੋਂ ਜਾਂ ਇਹਨਾਂ ਭਾਸ਼ਣ ਤੋਂ ਇਹ ਸਾਫ਼ ਪਤਾ ਲੱਗ ਜਾਂਦਾ ਕਿ ਖੁਆਬ ਦਿਖਾ ਕੇ ਜਾਂ ਵਾਅਦੇ ਕਰਕੇ ਵੋਟ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਆਪਣੇ ਜੋ ਕੰਮ ਕੀਤੇ ਸੀ ਉਹ ਘੱਟ ਵੱਧ ਹੀ ਆਮ ਆਦਮੀ ਪਾਰਟੀ ਦੇ ਮੰਚ ਤੋਂ ਸੁਣਨ ਨੂੰ ਮਿਲਦੇ ਨੇ। ਜੇ ਰੋਹਿਣੀ ਇਹ ਦੀ ਲੋਕਾਂ ਦੀ ਸਮੱਸਿਆ ਦੀ ਗੱਲ ਕਰੀਏ, ਪਾਣੀ, ਪੋਲਿਊਸ਼ਨ, ਕਰਪਸ਼ਨ, ਟ੍ਰੈਫਿਕ, रोड, इलेक्ट्रिसिटी, ये कुछ आम समस्या हवा रोहिणी ए दे वोटर्स ने जो डिस्कस कीतियां, पार्किंग दे इश्यूज काफी डिस्कस कीते ने, काफी वड्डी मात्रा रोहिणी ए दे लोग ने जो आम आदमी पार्टी दे काम तो खुश ने, ते नाल ही काफी वड्डी मात्रा च ਉਹ ਲੋਕ ਵੀ ਨੇ ਜੋ ਮੋਦੀ ਸਾਹਿਬ ਦੇ ਕੰਮ ਤੋਂ खुश ने। एक चीज होर मैं इत्थे जरूर डिस्कस करनी चाहूंगा, केजरीवाल साहब ਦਾ जो रवैया सी मोदी साहब ਤੇ ਅਟੈਕ ਕਰਨ ਵਾਲਾ, ਕਿਤੇ ਨਾ ਕਿਤੇ ਕੀ ਅਸੀਂ ਇਹ ਕਹਿ ਸਕਦੇ ਹਾਂ ਕਿ केजरीवाल साहब दी दिल्ली च कीते गए कम्मां दी उत्ते रेफरेंडम दिल्ली एमसीडी इलेक्शन दे, दिल्ली एमसीडी इलेक्शन ਅਸੀਂ एज ए रेफरेंडम देख सकते हैं, क्योंकि जे बीजेपी ਨੂੰ ਭਾਰੀ ਮਾਤਰਾ ਜਿੱਤ ਮਿਲਦੀ ਆ ਤੇ ਲੋਕ ਮੋਦੀ ਸਾਹਿਬ ਨੂੰ ਵੋਟ ਪਾਉਂਦੇ ਆ, ਤੇ ਜੋ ਕੇਜਰੀਵਾਲ ਸਾਹਿਬ ਕ੍ਰਿਟਿਸਾਈਜ਼ ਕਰਦੇ ਸੀ ਮੋਦੀ ਸਾਹਿਬ ਨੂੰ ਬਾਰ-ਬਾਰ, ਸ਼ਾਇਦ ਆਮ ਆਦਮੀ ਪਾਰਟੀ ਨੂੰ ਆਪਣੀ ਉਹ ਸਟ੍ਰੈਟਜੀ ਤੇ ਫਿਰ ਤੋਂ ਸੋਚਣਾ ਪਊਗਾ ਕਿ सिर्फ क्रिटिसाइज करन नाल लोग वोट नहीं पाउंदे, किते ना किते काम भी करके दिखाना पैंदा वा। सबदीश जी। हरप्रीत जी, असल तस्वीर तो असी कहांगे कि उदों ही आ सकेगी जदों रिजल्ट साडे सामने आउणगे, पर एक गल जो नज़र आ रही है जी हुण तक दी है, ਉਹਦੇ ਚ बहुत क्लीयर है कि भारतीय जनता पार्टी ਦੀ वापसी हो रही है MCD ਚੋਣਾਂ ਦੇ ਵਿੱਚ, और कांग्रेस पार्टी ਜਿਹੜੀ ਇੱਕ ਤਰ੍ਹਾਂ ਨਾਲ ਹਾਸ਼ੀਏ ਤੇ ਜਾ ਚੁੱਕੀ ਸੀ ਉਹ ਰਿਵਾਈਵ ਕਰਦੀ ਹੋਈ ਨਜ਼ਰ ਆ ਰਹੀ ਹੈ। ਇਹ ਇੱਕ ਆਪਣੇ ਆਪ ਦੇ ਵਿੱਚ ਬੜੀ ਦਿਲਚਸਪ ਗੱਲ ਹੈ ਕਿ ਕਾਂਗਰਸ ਪਾਰਟੀ ਜਿਹਨੂੰ ਪੰਜਾਬ ਦੇ ਵਿੱਚ ਇੱਕ ਵੱਖਰੇ ਤਰੀਕੇ ਦਾ ਹੁੰਗਾਰਾ ਮਿਲਿਆ, ਗੋਆ ਤੇ ਇੱਕ ਹੋਰ ਛੋਟੇ ਰਾਜ ਦੇ ਵਿੱਚ ਮਨੀਪੁਰ ਦੇ ਵਿੱਚ ਕਾਂਗਰਸ ਪਾਰਟੀ ਦੀ ਇੱਕ ਪੋਜੀਸ਼ਨ ਬਣੀ ਸੀ। ਭਾਰਤੀ ਜਨਤਾ ਪਾਰਟੀ ਨੇ ਰਾਸ਼ਟਰਪਤੀ ਚੋਣਾਂ ਨੂੰ ਧਿਆਨ 'ਚ ਰੱਖਦੇ ਹੋਏ ਆਪਣੇ ਤਰੀਕੇ ਦੇ ਨਾਲ ਉੱਥੇ ਡੈਮੋਕ੍ਰੈਟਿਕ ਜਿਹੜੇ ਅਸੂਲ ਆ ਉਹਨਾਂ ਨੂੰ ਵੀ ਲਗਭਗ ਭੰਗ ਕਰਦੇ ਹੋਏ ਸਰਕਾਰਾਂ ਬਣਾ ਲਈਆਂ। ਇੱਕ ਤਰ੍ਹਾਂ ਨਾਲ ਕਹਿ ਸਕਦੇ ਹਾਂ ਕਿ ਉੱਥੇ ਕਾਂਗਰਸ ਦੀ ਜੋ ਰੀਅਲ ਪੋਜੀਸ਼ਨ ਆਈ ਸੀ ਉਹਦੇ ਆਧਾਰ ਦੇ ਉੱਤੇ ਉਹਨੂੰ ਮੌਕਾ ਨਹੀਂ ਦਿੱਤਾ ਗਿਆ। ਉਹ ਇੱਕ ਅਲੱਗ ਇਸ਼ੂ ਜ਼ਰੂਰ ਕਹਿ ਸਕਦੇ ਹਾਂ, ਪਰ ਦਿੱਲੀ ਦੇ ਵਿੱਚ ਜੋ ਪੋਜੀਸ਼ਨ ਬਣੀ ਹੋਈ ਆ ਉਹਦੇ ਤੋਂ ਲੱਗਦਾ ਕਾਂਗਰਸ ਪਾਰਟੀ ਇੱਕ ਹੱਦ ਤੱਕ ਵਾਪਸੀ ਕਰਨ ਦੇ ਵਿੱਚ ਸਫਲ ਹੋਵੇਗੀ। ਉਹ ਵਾਪਸੀ ਬੇਸ਼ੱਕ ਸਥਾਨਕ ਚੋਣਾਂ ਨੂੰ ਜਿੱਤ ਤੱਕ ਲਿਜਾਣ ਵਾਲੀ ਤਾਂ ਬਿਲਕੁਲ ਵੀ ਨਹੀਂ ਨਜ਼ਰ ਆਉਂਦੀ, ਪਰ ਜੇ ਉਹ ਕਿਸੇ ਤਰੀਕੇ ਦੇ ਨਾਲ ਵਾਪਸੀ ਇੱਕ ਵਕਾਰਯੋਗ ਵੀ ਬਣ ਜਾਂਦੀ ਆ ਤਾਂ ਕਾਂਗਰਸ ਪਾਰਟੀ ਲਈ ਇੱਕ ਮਹੱਤਵਪੂਰਨ ਜਿੱਤ ਹੀ ਮੰਨੀ ਜਾਏਗੀ, ਕਿਉਂਕਿ ਕਾਂਗਰਸ ਮੁਕਤ ਭਾਰਤ ਦਾ ਜੋ ਸੁਪਨਾ ਨਰਿੰਦਰ ਮੋਦੀ ਲੋਕ ਸਭਾ ਚੋਣਾਂ ਦੇ ਪ੍ਰਚਾਰ ਦੌਰਾਨ ਲੈ ਰਿਹਾ ਸੀ, ਉਹ ਸੁਪਨਾ ਕਿਤੇ ਨਾ ਕਿਤੇ ਭੰਗ ਹੁੰਦਾ ਨਜ਼ਰ ਆ ਰਿਹਾ। ਨਾਲ ਦੀ ਨਾਲ ਇੱਕ ਗੱਲ ਜਿਹੜੀ ਬਹੁਤ ਕਲੀਅਰ ਹੁੰਦੀ ਜਾ ਰਹੀ ਹੈ, ਵੈਸੇ ਤਾਂ ਲੋਕ ਸਭਾ ਚੋਣਾਂ ਨੇ ਇਹ ਗੱਲ ਬਹੁਤ ਕਲੀਅਰ ਕਰ ਦਿੱਤੀ ਸੀ ਕਿ ਅਰਵਿੰਦ ਕੇਜਰੀਵਾਲ ਨਾ ਤਾਂ ਕੌਮੀ ਪੱਧਰ ਦੀ ਨੈਸ਼ਨਲ ਲੈਵਲ ਦੀ ਪਾਰਟੀ ਬਣਾਉਣ ਦੇ ਵਿੱਚ ਸਫਲ ਹੋਣ ਜਾ ਰਹੇ ਨੇ, ਤੇ ਨਾ ਹੀ ਉਹਨਾਂ ਨੂੰ ਭਵਿੱਖ ਦੇ ਵਿੱਚ, ਜਿਵੇਂ ਕਿ ਕੁਝ ਲੋਕਾਂ ਨੂੰ ਹਾਲੇ ਵੀ ਭੁਲੇਖਾ ਕਿ ਉਹ 2019 ਦੇ ਵਿੱਚ ਪ੍ਰਾਈਮ ਮਿਨਿਸਟਰ ਦੇ ਅਹੁਦੇਦਾਰ ਹੋ ਸਕਦੇ ਨੇ, ਅਨਾਉਂਸ ਕਰਨ ਦੀ ਕੋਈ ਗੱਲ ਨਹੀਂ ਕਰ ਸਕਦੀ ਆਮ ਆਦਮੀ ਪਾਰਟੀ। ਪਰ ਰੀਅਲ ਪੋਜੀਸ਼ਨ ਇਹੀ ਹੈ ਕਿ ਉਹਨਾਂ ਕੋਲ ਇਸ ਕਿਸਮ ਦੀ ਕੋਈ ਸੰਭਾਵਨਾ ਸਾਨੂੰ ਨਜ਼ਰ ਨਹੀਂ ਆ ਰਹੀ। ਜਦੋਂ ਅਸੀਂ ਇਹ ਕਹਿੰਦੇ ਕਿ ਆਮ ਆਦਮੀ ਪਾਰਟੀ ਲਈ ਡੂ ਐਂਡ ਡਾਈਂਗ ਦੀ ਪੋਜੀਸ਼ਨ ਆ, ਕਰੂ ਜਾਂ ਮਰੂ ਦੀ ਹਾਲਤ ਆ, ਤੇ ਅਸਲ ਦੇ ਵਿੱਚ ਇਹ ਉਦੋਂ ਹੀ ਨਾਰਾ ਜਿਹੜਾ ਜਾਂ ਉਦੋਂ ਹੀ ਇਹ ਸ਼ਬਦ ਇਸਤੇਮਾਲ ਕੀਤੇ ਜਾਂਦੇ ਨੇ ਜਦੋਂ ਡਾਈਂਗ ਵਾਲੀ ਪੋਜੀਸ਼ਨ ਜਿਹੜੀ ਉਹ ਜ਼ਿਆਦਾ ਖਤਰਨਾਕ ਹੋ ਗਈ ਹੋਵੇ, ਤੇ ਉਹਦੇ ਤੋਂ ਬਚਾਅ ਲਈ
ਕਿਸੇ ਪਾਰਟੀ ਨੂੰ ਕੋਈ ਨਾ ਕੋਈ ਹੀਲਾ ਕਰਨਾ ਪਵੇ। ਆਮ ਆਦਮੀ ਪਾਰਟੀ ਨੇ ਆਪਣੇ ਬਚਾਅ ਲਈ ਜਿਹੜਾ ਹੀਲਾ ਕਰਨਾ ਸ਼ੁਰੂ ਕੀਤਾ ਉਹ ਸਾਇੰਟੀਫਿਕ ਆਧਾਰ ਦੇ ਉੱਤੇ, ਮਸ਼ੀਨਾਂ ਦੀ ਰੀਅਲ ਪੋਜੀਸ਼ਨ ਦੇ ਆਧਾਰ ਦੇ ਉੱਤੇ ਕਿੰਨਾ ਗਲਤ ਜਾਂ ਠੀਕ ਹੈ ਇਹਦੇ ਬਾਰੇ ਅਲੱਗ ਬਹਿਸ ਹੋ ਸਕਦੀ ਹੈ। ਪਰ ਇੱਕ ਗੱਲ ਤਾਂ ਜ਼ਰੂਰ ਮੰਨਣੀ ਪਵੇਗੀ ਜਿਹੜੀ ਅਜੀਤ ਜੀ ਨੇ ਵੀ ਨੋਟ ਕੀਤੀ ਕਿ ਆਮ ਆਦਮੀ ਪਾਰਟੀ ਅੱਜ ਦੀ ਤਰੀਕ ਦੇ ਵਿੱਚ ਆਪਣੇ ਕੀਤੇ ਹੋਏ ਕੰਮਾਂ ਦੇ ਆਧਾਰ ਦੇ ਉੱਤੇ ਰਾਏਸ਼ੁਮਾਰੀ ਵਰਗੀ ਪੋਜੀਸ਼ਨ ਵੱਲ ਨਹੀਂ ਜਾਣਾ ਚਾਹੁੰਦੀ। ਉਹ ਸਾਰੇ ਦਾ ਸਾਰਾ ਜ਼ੋਰ ਮਸ਼ੀਨਾਂ ਦੇ ਉੱਤੇ ਦੇਣਾ ਚਾਹੁੰਦੀ ਹੈ। ਸ਼ਾਇਦ ਉਹਨੂੰ ਇਸ ਗੱਲ ਦਾ ਭਰੋਸਾ ਹੈ ਕਿ ਕੁਝ ਲੋਕ ਹੀ ਸਹੀ, ਕੁਝ ਫੀਸਦੀ ਲੋਕ ਹੀ ਸਹੀ, ਉਹ ਸਿਰਫ ਤੇ ਸਿਰਫ ਮਸ਼ੀਨਾਂ ਵਾਲੇ ਨੁਕਤੇ ਦੇ ਆਧਾਰ ਦੇ ਉੱਤੇ ਉਹਨਾਂ ਨੂੰ ਸਪੋਰਟ ਕਰ ਸਕਦੇ ਨੇ। ਪਰ ਇਹ ਗੱਲ ਆਮ ਆਦਮੀ ਪਾਰਟੀ ਆਪਣੇ ਪੱਖ ਦੇ ਵਿੱਚ ਵਰਤਣ ਦਾ ਯਤਨ ਕਰ ਰਹੀ ਹੈ ਔਰ ਮੈਨੂੰ ਨਹੀਂ ਲੱਗਦਾ ਇਸ ਗੱਲ ਦੇ ਬਾਵਜੂਦ ਉਹਨਾਂ ਨੂੰ ਕੋਈ ਬਹੁਤ ਵੱਡੀ ਸਫਲਤਾ ਮਿਲੇਗੀ। ਜੇ ਉਹਨਾਂ ਨੂੰ ਇਸ ਗੱਲ 'ਚ ਸਫਲਤਾ ਨਹੀਂ ਮਿਲਦੀ ਤੇ ਆਪਣੇ ਕੀਤੇ ਹੋਏ ਕੰਮਾਂ ਤੇ ਰਾਏਸ਼ੁਮਾਰੀ ਦੀ ਉਹ ਡਿਮਾਂਡ ਨਹੀਂ ਕਰਦੀ ਤਾਂ ਕੇਜਰੀਵਾਲ ਲਈ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਵੀ ਇੱਕ ਸਮੱਸਿਆ ਬਣੇਗੀ ਕਿ ਜੇ ਉਹ ਸੱਚਮੁੱਚ ਉਹਨਾਂ ਨੇ ਦਿੱਲੀ ਦੇ ਲੋਕਾਂ ਲਈ ਕੰਮ ਕੀਤਾ ਤਾਂ ਸਥਾਨਕ ਚੋਣਾਂ ਦੇ ਵਿੱਚ ਆਪਣੇ ਕੰਮ ਗਿਣਾਏ ਜਾਣ ਦੀ ਥਾਂ ਉਹ ਮਸ਼ੀਨਾਂ ਉੱਤੇ ਹੀ ਕੇਂਦਰਿਤ ਕਿਉਂ ਰਹੇ, ਈਵੀਐਮ ਮਸ਼ੀਨਾਂ ਨੂੰ ਹੀ ਅਟੈਕ ਦੇ ਅੰਡਰ ਲਿਆ ਕੇ ਇਲੈਕਸ਼ਨ ਕਮਿਸ਼ਨ ਦੇ ਖਿਲਾਫ ਹੀ ਕਿਉਂ ਖੜੇ ਰਹੇ। ਅਸਲ ਨੁਕਤਾ ਤਾਂ ਲੋਕਾਂ ਨਾਲ ਸਾਂਝ ਦਾ ਸੀ। ਅਸਲ ਨੁਕਤਾ ਇਹ ਨਹੀਂ ਅੱਜ ਦੀ ਤਰੀਕ ਦੇ ਵਿੱਚ ਕਿ ਤੁਸੀਂ ਇਲੈਕਸ਼ਨ ਕਮਿਸ਼ਨ ਦੇ ਨਾਲ ਟਕਰਾਅ ਚਾਉਣਾ। ਗਵਰਨਰ ਲੈਫਟੀਨੈਂਟ ਗਵਰਨਰ ਨਾਲ ਟਕਰਾਅ ਤੋਂ ਬਾਅਦ ਕੇਜਰੀਵਾਲ ਨਵੇਂ ਟਕਰਾਅ ਦੇ ਵਿੱਚ ਸ਼ਾਮਲ ਹੋਏ ਨੇ। ਸ਼ਾਇਦ ਉਹਨਾਂ ਨੂੰ ਕਿਸੇ ਨਾ ਕਿਸੇ ਟਕਰਾਅ ਦੀ ਜ਼ਰੂਰਤ ਵੀ ਹੁੰਦੀ ਹੈ। ਮੋਦੀ ਤੋਂ ਵੀ ਥੋੜਾ ਪਿੱਛੇ ਹਟ ਕੇ ਉਹਨਾਂ ਨੇ ਹੁਣ ਨਵਾਂ ਮੋਰਚਾ ਖੋਲਿਆ। ਸ਼ਾਇਦ ਨਵੇਂ ਮੋਰਚੇ ਹੀ ਉਹਨਾਂ ਦੀ ਸਭ ਤੋਂ ਵੱਡੀ ਰਣਨੀਤੀ ਦਾ ਹਿੱਸਾ ਵਾ ਪਰ ਇਹਦੇ ਚੋਂ ਉਹ ਆਪਣੀ ਪ੍ਰਾਪਤੀ ਕਰਨੀ ਚਾਹੁੰਦੇ ਨੇ। ਕਹਿ ਸਕਦੇ ਹਾਂ ਕਿ ਇੱਕ ਤਰ੍ਹਾਂ ਨਾਲ ਨੈਗੇਟਿਵ ਵੋਟਿੰਗ ਦੇ ਆਧਾਰ ਦੇ ਉੱਤੇ ਉਹ ਆਪਣੀ ਪ੍ਰਾਪਤੀ ਦੇ ਉੱਤੇ ਆਸਾਂ ਟਿਕਾਉਣ ਦੇ ਮਾਹਰ ਹੋ ਚੁੱਕੇ ਨੇ। ਜਾਂ ਇਹ ਵੀ ਹੋ ਸਕਦਾ ਕਿ ਲੋਕ ਇਸ ਵਾਰ ਸਾਬਤ ਕਰ ਦੇਣ ਕਿ ਉਹਨਾਂ ਦੀ ਮਹਾਰਤ ਬਿਲਕੁਲ ਵਿਅਰਥ ਜਾ ਚੁੱਕੀ ਹੈ। ਅਗਲੇ ਓਪੀਨੀਅਨ ਪੋਲ ਅਸੀਂ ਸਾਊਥ ਦਿੱਲੀ ਦੇ ਵਾਰਡ 90 ਕਾਲਕਾ ਜੀ ਦੇ ਤੁਹਾਡੇ ਨਾਲ ਸ਼ੇਅਰ ਕਰਾਂਗੇ। ਜੇ ਕਾਲਕਾ ਜੀ ਦੀ ਗੱਲ ਕਰੀਏ 57% 50% ਕਾਲਕਾ ਜੀ ਦੇ ਵੋਟਰਸ ਭਾਰਤੀ ਜਨਤਾ ਪਾਰਟੀ ਜਾਂ ਤੁਸੀਂ ਕਹਿ ਸਕਦੇ ਹੋ ਬੀਜੇਪੀ ਨੂੰ ਵੋਟ ਪਾਉਣਾ ਚਾਹੁੰਦੇ ਨੇ। ਸਿਰਫ 15% ਕਾਲਕਾ ਜੀ ਦੇ ਵੋਟਰ ਕਾਂਗਰਸ ਪਾਰਟੀ ਨੂੰ ਵੋਟ ਪਾਉਣ ਦੇ ਹੱਕ 'ਚ ਨੇ। 13% ਕਾਲਕਾ ਜੀ 'ਚ ਰਹਿਣ ਵਾਲੇ ਵੋਟਰਸ ਆਮ ਆਦਮੀ ਪਾਰਟੀ ਨੂੰ ਵੋਟ ਪਾਉਣ ਦੇ ਹੱਕ 'ਚ ਨੇ। 9% ਨੇ ਅਜੇ ਮਨ ਨਹੀਂ ਬਣਾਇਆ। 5% ਦੂਜੀਆਂ ਛੋਟੀਆਂ ਪਾਰਟੀਆਂ ਨੂੰ ਵੋਟ ਪਾਉਣ ਦੇ ਹੱਕ 'ਚ ਨੇ ਤੇ 1% ਨੋਟਾ ਦਾ ਬਟਨ ਦਬਾਉਣ ਦੀ ਗੱਲ ਕਰਦੇ ਨੇ। ਰਿਪੀਟ ਕਰਦਾ ਜੀ, ਸਾਊਥ ਦਿੱਲੀ ਵਾਰਡ ਨੰਬਰ 90 ਕਾਲਕਾ ਜੀ ਦੇ ਓਪੀਨੀਅਨ ਪੋਲ, ਚੱਕਦੇ ਟੀਵੀ ਦੇ ਓਪੀਨੀਅਨ ਪੋਲ ਦੇ ਮੁਤਾਬਿਕ ਕਾਲਕਾ ਜੀ ਦੇ ਵਿੱਚ ਬੀਜੇਪੀ ਪਾਰਟੀ ਵੱਡੀ ਜਿੱਤ ਦਰਜ ਕਰਾਊਗੀ ਆਉਣ ਵਾਲੇ ਇਲੈਕਸ਼ਨਾਂ ਵਿੱਚ। 57% ਕਾਲਕਾ ਜੀ ਦੇ ਵੋਟਰ ਬੀਜੇਪੀ ਨੂੰ ਵੋਟ ਪਾਉਣਾ ਚਾਹੁੰਦੇ ਨੇ। 15% ਕਾਲਕਾ ਜੀ ਦੇ ਵੋਟਰ ਕਾਂਗਰਸ ਪਾਰਟੀ ਨੂੰ ਵੋਟ ਪਾਉਣਾ ਚਾਹੁੰਦੇ ਨੇ ਤੇ 13% ਕਾਲਕਾ ਜੀ ਦੇ ਵੋਟਰ ਆਮ ਆਦਮੀ ਪਾਰਟੀ ਨੂੰ ਵੋਟ ਪਾਉਣਾ ਚਾਹੁੰਦੇ ਨੇ। ਨਾਲ ਹੀ ਮੈਂ ਦਰਸ਼ਕਾਂ ਨੂੰ ਚੇਤੇ ਕਰਵਾਦਾ ਕਿ ਜੋ ਪੰਜਾਬ ਦੇ ਵਿੱਚ ਚੱਕਦੇ ਟੀਵੀ ਦੀ ਟੀਮ ਨੇ ਓਪੀਨੀਅਨ ਪੋਲ ਕੀਤੇ ਸੀ, ਜਦੋਂ ਵੀ ਕਿਤੇ 45% ਤੋਂ ਉੱਤੇ ਇੱਕ ਪਾਰਟੀ ਨੂੰ ਜਾਂ ਕੈਂਡੀਡੇਟ ਨੂੰ ਫੇਵਰ ਵਿੱਚ ਲੋਕ ਵੋਟ ਪਾਉਣ ਦੀ ਗੱਲ ਕਰਦੇ ਸੀ, ਉਹਨਾਂ ਖਾਸ ਸੀਟਾਂ ਤੇ ਅਸੀਂ ਜੋ ਰਿਜ਼ਲਟ ਹੋਣ ਤੋਂ ਬਾਅਦ ਸਾਨੂੰ ਇਹ ਦੇਖਣ ਨੂੰ ਮਿਲਿਆ ਕਿ ਉਹਨਾਂ ਖਾਸ ਉਸ ਸੀਟਾਂ ਤੇ ਉਹੀ ਪਾਰਟਿਕੂਲਰ ਪਾਰਟੀ ਤੋਂ ਉਹੀ ਪਾਰਟਿਕੂਲਰ ਕੈਂਡੀਡੇਟ ਦੀ ਜਿੱਤ ਹੋਈ ਆ ਤੇ ਵੱਡੀ ਜਿੱਤ ਵੀ ਇਹ ਪਾਰਟੀ ਜਾਂ ਕੈਂਡੀਡੇਟ ਨੇ ਦਰਜ ਕਰਵਾਈ ਹੈ। ਸੀਪੀ ਸਿੰਘ ਜੀ, ਸੀਪੀ ਸਿੰਘ ਜੀ, आई थिंक शायद सीपी सिंह दी लाइन ऑडियो लाइन इशू आ रहा है। जे मेरा कोई होर साथी कमेंट करना चाहे कालका जी दे स्कोर्स उत्ते ਦੀ ਸੀਟ ਤੇ ਜਿੱਥੇ ਅਸੀਂ ਗੈਂਗਸਟਰ ਦੀ ਸਿਸਟਮ ਨੂੰ ਇੰਨੀਆਂ VOTING ਹੋਈ ਹੈ ਉਸ ਨੁਕਤੇ ਨੂੰ ਛੱਡ ਦਈਏ ਤੇ ਪੰਜਾਬ ਦੇ ਵਿੱਚ ਅਸੀਂ ਕਿਸੇ ਵੀ ਸੀਟ ਦੇ ਉੱਤੇ ਆਪਣੇ ਆਪ ਨੂੰ ਬਹੁਤ ਹੀ ਸਹੀ ਸਾਬਤ ਹੋਇਆ ਦਿਖਾ ਸਕਦੇ ਹਾਂ ਸਿਵਾਏ ਉਸ ਇੱਕ ਸੀਟ ਦੇ ਉੱਤੋਂ। ਦਿੱਲੀ ਬਾਰੇ ਮੈਂ ਸਿਰਫ ਇੰਨੀ ਗੱਲ ਕਹਿਣੀ ਚਾਹਾਂਗਾ ਕਿ ਜਦੋਂ ਪਿਛਲੀ ਵਾਰ ਕੇਜਰੀਵਾਲ ਦੀ ਸਰਕਾਰ ਬਣੀ ਸੀ ਉਦੋਂ ਜਿਸ ਤਰ੍ਹਾਂ ਦੇ ਓਪੀਨੀਅਨ ਪੋਲ ਆ ਰਹੇ ਸਨ, ਉਦੋਂ ਜਦੋਂ ਲੋਕਾਂ ਦੀ ਰਾਏ ਜਿਸ ਤਰੀਕੇ ਦੇ ਨਾਲ ਆ ਰਹੀ ਸੀ VOTING ਦੇ ਵਿੱਚ ਉਹ ਰਾਏ ਕਾਫੀ ਵੱਖਰੀ ਹੋਈ ਤਰੀਕੇ ਦੇ ਨਾਲ ਸਾਡੇ ਸਾਹਮਣੇ ਆ ਸਕੀ ਸੀ ਔਰ ਆਮ ਆਦਮੀ ਪਾਰਟੀ ਨੂੰ ਬਹੁਤ ਵੱਡੀ ਜਿੱਤ ਪ੍ਰਾਪਤ ਹੋਈ ਸੀ। ਪਰ ਇੱਕ ਗੱਲ ਉਸ ਓਪੀਨੀਅਨ ਪੋਲ ਦੇ ਵਿੱਚ ਵੀ ਜਿੱਥੇ ਸੀਟਾਂ ਦੀ ਸ਼ਕਲ ਦੇ ਵਿੱਚ ਬੀਜੇਪੀ ਪਿੱਛੇ ਰਹਿ ਗਈ ਸੀ, VOTING ਫੀਸਦੀ ਦੇ ਵਿੱਚ ਉਹ ਉਦੋਂ ਵੀ ਕਾਫੀ ਹੱਦ ਤੱਕ ਆਪਣੀ ਪੋਜੀਸ਼ਨ ਸਹੀ ਰੱਖਣ ਦੇ ਵਿੱਚ ਸਫਲ ਹੋਈ ਸੀ। ਵੇਖਣ ਵਾਲੀ ਗੱਲ ਹੁਣ ਸਿਰਫ ਇਹੀ ਹੈ ਕਿ ਜੇ ਕਾਂਗਰਸ ਰਿਵਾਈਵ ਕਰਦੀ ਹੈ ਤਾਂ ਆਮ ਆਦਮੀ ਪਾਰਟੀ ਆਪਣੀ ਵੋਟ ਫੀਸ ਦੀ
ਨੂੰ ਵੀ ਘਟਾਉਣ ਜਾ ਰਹੀ ਹੋਵੇਗੀ ਤੇ ਦੂਸਰੀ ਗੱਲ ਨਾਲ ਦੀ ਨਾਲ ਉਹਨੂੰ ਸੀਟਾਂ ਦੇ ਪੱਧਰ ਦੇ ਉੱਤੇ ਵੀ ਬਹੁਤ ਵੱਡਾ ਨੁਕਸਾਨ ਹੋਏਗਾ। ਆਖਿਰਕਾਰ ਕੇਜਰੀਵਾਲ ਇੱਕੋ ਗੱਲ ਕਹਿ ਕੇ ਬਚਣ ਦੀ ਕੋਸ਼ਿਸ਼ ਕਰਨਗੇ ਜਦੋਂ ਚੋਣ ਨਤੀਜੇ ਆਉਣਗੇ, ਜੇ ਸੱਚਮੁੱਚ ਨਤੀਜੇ ਇਸੇ ਤਰ੍ਹਾਂ ਦੇ ਆਉਂਦੇ ਕਿ ਸਾਡੇ ਅਸੀਂ ਸਥਾਨਕ ਜਿਹੜੀਆਂ ਚੋਣਾਂ ਹੁੰਦੀਆਂ ਨੇ ਉਹਨਾਂ ਵਿੱਚ ਪਹਿਲਾਂ ਵੀ ਸਾਡੀ ਕੋਈ ਹਾਜ਼ਰੀ ਇੰਨੀ ਪਾਏਦਾਰ ਨਹੀਂ ਸੀ, ਇਸ ਕਰਕੇ ਹੁਣ ਵੀ ਉਦਾਂ ਦੀ ਆ ਗਈ। ਪਰ ਇਹ ਵੀ ਇੱਕ ਆਪਣੇ ਆਪ 'ਚ ਗੱਲ ਹੋਏਗੀ ਕਿ ਤੁਸੀਂ ਸਥਾਨਕ ਚੋਣਾਂ ਦੇ ਵਿੱਚ ਪਾਏਦਾਰ ਹਾਜ਼ਰੀ ਨਹੀਂ ਲਗਾ ਸਕਦੇ, ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਪਾਏਦਾਰ ਹਾਜ਼ਰੀ ਨਹੀਂ ਲਗਵਾ ਸਕਦੇ, ਪਰ ਜਦੋਂ ਵਿਧਾਨ ਸਭਾ ਚੋਣਾਂ ਹੀ ਹੋਣਗੀਆਂ ਕਿ ਉਦੋਂ ਹੀ ਤੁਹਾਡੀ ਪਾਏਦਾਰ ਹਾਜ਼ਰੀ ਹੋਏਗੀ। ਇਹ ਵੀ ਆਪਣੇ ਆਪ ਦੇ ਵਿੱਚ ਇੱਕ ਟੇਢਾ ਜਿਹਾ ਸਵਾਲ ਬਣ ਜਾਏਗਾ ਕੇਜਰੀਵਾਲ ਲਈ, ਜੇ ਰਿਜ਼ਲਟ ਸੱਚਮੁੱਚ ਇਸੇ ਤਰ੍ਹਾਂ ਦੇ ਆਉਂਦੇ ਨੇ ਜਿਸ ਤਰ੍ਹਾਂ ਦੇ ਰਿਜ਼ਲਟ ਦੀ ਸੰਭਾਵਨਾ ਸਾਡੇ ਜਿਹੜੇ ਓਪੀਨੀਅਨ ਪੋਲ ਦੇ ਵਿੱਚ ਨਜ਼ਰ ਆ ਰਹੀ ਹੈ। ਹਰਪ੍ਰੀਤ ਜੀ ਬਿਲਕੁਲ हरप्रीत जी मेरी आवाज आ रही है? गो अहेड सीपी जी, हेलो गो अहेड सीपी सिंह जी। जी हरप्रीत जी दोनों ही ਤੁਸੀਂ हेलो दोनों Please go दोनों ahead, दोनों CP ਸਰਵੇ ਸਿੰਘ ਜੀ। ਡਿਸਕਸ ਕੀਤੇ ਰੋਹਿਣੀ ਔਰ ਕਾਲਕਾ ਜੀ। ਦੋਨਾਂ ਦੇ ਵਿੱਚ ਇੱਕ ਚੀਜ਼ ਸਿਮਿਲੈਰਿਟੀ ਜਿਹੜੀ ਸਾਨੂੰ ਦਿਖ ਰਹੀ ਹੈ ਹਰਪ੍ਰੀਤ ਜੀ, ਉਹ ਇਹ ਹੈ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਉਹ ਵੇ ਅਹੈਡ ਹੈ ਬਾਕੀ ਸਾਰੀਆਂ ਹੀ ਪਾਰਟੀਆਂ ਤੋਂ। ਤੁਸੀਂ ਜੇ ਉਹਨਾਂ ਦਾ ਟੋਟਲ ਵੀ ਕਰ ਲਓ ਤਾਂ ਵੀ ਉਹ ਉਹਨਾਂ ਦੇ ਬਰਾਬਰ ਨਹੀਂ ਆ ਪਾਉਂਦਾ। ਸੋ ਕਿਤੇ ਨਾ ਕਿਤੇ ਇਹ ਚੀਜ਼ ਇਥੋਂ ਕਲੀਅਰ ਹੋ ਰਹੀ ਹੈ ਕਿ ਬੀਜੇਪੀ ਦੀ ਜਿਹੜੀ ਮੋਦੀ ਵੇਵ ਹੈ ਉਹ ਦਿੱਲੀ ਐਮਸੀਡੀ ਦੇ ਵਿੱਚ ਵੀ ਕੰਮ ਕਰਨ ਜਾ ਰਹੀ ਹੈ, ਇਹ ਬਿਲਕੁਲ ਕਲੀਅਰ ਹੋ ਰਿਹਾ ਹੈ। ਔਰ ਦੂਸਰੀ ਗੱਲ, ਜਿੱਥੇ ਤੱਕ ਆਮ ਆਦਮੀ ਪਾਰਟੀ ਦਾ ਸਵਾਲ ਹੈ, ਆਮ ਆਦਮੀ ਪਾਰਟੀ ਨੇ ਪੰਜਾਬ ਦੀ ਹਾਰ ਤੋਂ ਬਾਅਦ, ਮੈਂ ਹਾਰ ਹੀ ਕਹੂੰਗਾ ਕਿਉਂਕਿ 117 ਦੇ ਵਿੱਚੋਂ ਅਗਰ ਤੁਸੀਂ 20 ਸੀਟਾਂ ਲੈਂਦੇ ਹੋ ਤਾਂ ਉਹ ਕੋਈ ਜਿੱਤ ਨਹੀਂ ਹੁੰਦੀ। तो जो उस हार तो भी वो एनालाइज नहीं कर पाए और ਅੱਜ ਵੀ ਉਹ ਆਪਣੀਆਂ ਸਟੇਜਾਂ ਦੇ ਉੱਪਰੋਂ ਕੰਮ ਦੀ ਗਿਣਤੀ ਗਿਣਾਉਣ ਦੀ ਬਜਾਏ ਉਹ ਅੱਜ ਵੀ ਜਿਹੜੀ ਉਹ ਚੇਂਜ ਦੀ ਰਾਜਨੀਤੀ ਦੀ ਗੱਲ ਕਰਦੇ ਆ, ਅੱਜ ਵੀ ਉਹ ਜਿਹੜੀ ਉਹ ਬਦਲਾਅ ਦੀ ਰਾਜਨੀਤੀ ਦੀ ਗੱਲ ਕਰਦੇ ਆ ਔਰ ਤਰ੍ਹਾਂ ਤਰ੍ਹਾਂ ਦੇ ਐਲੀਗੇਸ਼ਨ ਜਿਹੜੇ ਉਹ ਪਾਰਟੀਆਂ ਦੇ ਉੱਪਰ ਔਰ ਈਵਨ ਇਲੈਕਸ਼ਨ ਕਮਿਸ਼ਨ ਦੇ ਉੱਪਰ ਲਗਾਏ ਜਾਂਦੇ ਆ। ਸੋ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਡਾਊਨਫਾਲ ਵੱਲ ਲਗਾਤਾਰ ਚਲੀ ਜਾ ਰਹੀ ਹੈ ਔਰ ਹਾਲੇ ਤੱਕ ਵੀ ਐਨਾਲਾਈਜ਼ ਨਹੀਂ ਕਰ ਪਾ ਰਹੀ ਕਿ ਸਾਡੀ ਹਾਰ ਦਾ ਜਿਹੜਾ ਤੁਸੀਂ ਕਹਿ ਲਓ ਕਿ ਰਿਜ਼ਲਟ ਸੀਗਾ ਜਾਂ ਉਹ ਕਿਉਂ ਹੋਈ। ਸੋ ਕਿਤੇ ਨਾ ਕਿਤੇ ਦਿੱਲੀ ਦੇ ਵਿੱਚ ਜਿਹੜੇ ਕੰਮ ਹੋਏ, ਈਵਨ ਕਿ ਤੁਸੀਂ ਦੇਖੋ ਪਾਣੀਆਂ ਦੇ ਉੱਪਰ ਵੀ ਕੁਝ ਲੋਕਾਂ ਨੇ ਜਿਵੇਂ ਤੁਸੀਂ ਦੱਸਿਆ ਕਿ ਇਹਦੇ ਵਿੱਚ ਇਸ਼ੂ ਨੂੰ ਕ੍ਰੀਏਟ ਕੀਤਾ ਗਿਆ, ਉਸ ਚੀਜ਼ ਤੇ ਵੀ ਉਹ ਪ੍ਰੋਬਲਮ ਜਿਹੜੀ ਨੂੰ ਸੋਲਵ ਨਹੀਂ ਕਰ ਪਾਈ। ਸੋ ਆਮ ਆਦਮੀ ਪਾਰਟੀ ਕੰਮਾਂ ਦੇ ਉੱਪਰ ਸਟ੍ਰੈਸ ਪਾਉਣ ਦੀ ਬਜਾਏ ਉਹ ਸਿਰਫ ਤੇ ਸਿਰਫ ਐਲੀਗੇਸ਼ਨ ਲਗਾਉਣ ਦੀ ਨੀਤੀ ਦੇ ਉੱਪਰ ਕੰਮ ਕਰ ਰਹੀ ਹੈ, ਜਿਹੜੀ ਕਿ ਲੋਕਾਂ ਨੂੰ ਵੀ ਸਮਝ ਆ ਚੁੱਕੀ ਹੈ ਔਰ ਲੋਕਾਂ ਨੇ ਆਪਣਾ ਜਿਹੜਾ ਰਿਜ਼ਲਟ ਹੈ ਆਪਣਾ ਜਿਹੜਾ ਫਤਵਾ ਦੇਣਾ ਹੈ 22 ਅਪ੍ਰੈਲ ਨੂੰ, ਤਕਰੀਬਨ 18 ਦਿਨ ਬਚੇ ਨੇ। ਮੈਨੂੰ ਨਹੀਂ ਲੱਗਦਾ ਕਿ ਕੋਈ ਮੇਜਰ ਚੇਂਜ ਜਿਹੜੀ ਸਾਡੇ ਸਰਵੇਆਂ ਦੇ ਅਕੋਰਡਿੰਗ ਉੱਥੇ ਆਉਣ ਵਾਲੀ ਹੈ। ਆਮ ਆਦਮੀ ਪਾਰਟੀ ਜਿਹੜਾ ਬਿਲਕੁਲ ਇੱਕ ਤੁਸੀਂ ਕਹ ਲਓ ਕਿ ਡਾਊਨਫਾਲ ਤੋਂ ਵੀ ਨੀਚੇ ਜਿਹੜਾ ਪਰਫਾਰਮੈਂਸ ਉਹਨਾਂ ਦੀ ਆਉਣ ਵਾਲੀ ਹੈ, ਕਿਉਂਕਿ ਜੋ ਘਟਨਾਵਾਂ ਦਿੱਲੀ ਦੇ ਵਿੱਚ ਕੱਲ ਜਾਂ ਪਰਸੋਂ ਹੋਈਆਂ ਉਸ ਤੋਂ ਇੱਕ ਚੀਜ਼ ਬਿਲਕੁਲ ਕਲੀਅਰ ਹੈ ਕਿ ਉਹਨਾਂ ਦੇ ਆਪਣੇ ਵਰਕਰਾਂ ਦੇ ਵਿੱਚ ਵੀ ਜਿਹੜਾ ਰੋਸ ਹੈ ਉਹ ਬਹੁਤ ਜ਼ਿਆਦਾ ਹੈ। ਟਿਕਟਾਂ ਦੀ ਵੰਡ ਨੂੰ ਲੈ ਕੇ ਵੀ ਗੁੱਸਾ ਦਿਖਾਇਆ ਜਾ ਰਿਹਾ ਹੈ। ਸੋ ਕਿਤੇ ਨਾ ਕਿਤੇ ਆਪਣੇ ਆਪ ਤੁਸੀਂ ਕਹਿ ਲਓ ਕਿ ਗ੍ਰਹਿ ਕਲੇਸ਼ ਦੇ ਵਿੱਚ ਉਲਝਦੀ ਹੋਈ ਹੈ ਪਾਰਟੀ। ਮੈਨੂੰ ਨਹੀਂ ਲੱਗਦਾ ਕਿ ਬਹੁਤ ਵਧੀਆ ਪਰਫਾਰਮ ਕਰ ਪਾਏਗੀ। ਹਾਂ, ਕਿਤੇ ਨਾ ਕਿਤੇ ਇੰਡੀਅਨ ਨੈਸ਼ਨਲ ਕਾਂਗਰਸ ਥੋੜੀ ਬਹੁਤ ਰਿਵਾਈਵ ਹੁੰਦੀ ਦਿਖ ਰਹੀ ਹੈ ਔਰ ਬਿਲਕੁਲ ਇਸ ਦਾ ਜਿਹੜਾ ਅਸਰ ਹੈ ਉਹ ਜਿਵੇਂ ਕਿ ਆਪਾਂ ਪਹਿਲਾਂ ਹੀ ਅਨੁਮਾਨ ਲਗਾਇਆ ਸੀ ਕਿ ਪੰਜਾਬ ਦੇ ਵਿੱਚ ਜਿੱਦਾਂ ਦਾ ਆਗਾਜ਼ ਕੀਤਾ ਸਰਕਾਰ ਨੇ, ਉਸ ਦਾ ਅਸਰ ਥੋੜਾ ਬਹੁਤ ਐਮਸੀਡੀ ਦੇ ਵਿੱਚ ਦਿਖੇਗਾ। ਲੇਕਿਨ ਕਿਤੇ ਨਾ ਕਿਤੇ ਬੀਜੇਪੀ ਜਿਹੜੀ ਉਹ ਵੇ ਅਹੈਡ ਦਿਖ ਰਹੀ ਹੈ ਐਮਸੀਡੀ ਇਲੈਕਸ਼ਨ ਦੇ ਵਿੱਚ ਔਰ ਮੈਨੂੰ ਨਹੀਂ ਲੱਗਦਾ ਕਿ ਬਹੁਤਾ ਜ਼ਿਆਦਾ ਫਰਕ ਪਏਗਾ ਔਰ ਕਲੀਨ ਸਵੀਪ ਭਾਰਤੀ ਜਨਤਾ ਪਾਰਟੀ ਵੱਲੋਂ ਦਿੱਲੀ ਦੇ ਵਿੱਚ ਸਾਫ਼-ਸਾਫ਼ ਨਜ਼ਰ ਆ ਰਿਹਾ ਹੈ। ਤੁਸੀਂ ਇੰਡੀਅਨ ਨੈਸ਼ਨਲ ਕਾਂਗਰਸ ਦੀ ਰਿਵਾਈਵ ਹੋਣ ਦੀ ਗੱਲ ਕਰ ਰਹੇ ਜੋ, ਪਰ ਜਿਹੜੇ ਦੋਵੇਂ ਹੀ ਪੋਲ ਅਸੀਂ ਅੱਜ ਸ਼ੇਅਰ ਕੀਤੇ ਨੇ, ਇੰਡੀਅਨ ਨੈਸ਼ਨਲ ਕਾਂਗਰਸ ਦੀ ਗੱਲ ਕਰੀਏ ਤੇ ਇੱਕ ਖਾਸ ਵੋਟ ਸ਼ੇਅਰ ਕਾਂਗਰਸ ਦੇ ਹੱਕ ਵਿੱਚ ਇੱਥੇ ਆਪਣੇ ਚੱਕ ਦੇ ਟੀਵੀ ਦੇ ਓਪੀਨੀਅਨ ਪੋਲ ਦੇ ਮੁਤਾਬਿਕ ਨਹੀਂ ਦਿਖ ਰਿਹਾ। ਇੱਕ ਮੁੱਦਾ ਮੈਂ ਜ਼ਰੂਰ ਟੱਚ ਕਰਨਾ ਚਾਹੂੰਗਾ, ਜੇ 2015 ਦੀਆਂ ਦਿੱਲੀ ਵਿਧਾਨ ਸਭਾ ਇਲੈਕਸ਼ਨ ਦੀਆਂ ਆਪਾਂ ਗੱਲ ਕਰੀਏ ਤੇ ਜੋ ਬੀਜੇਪੀ ਦਾ ਵੋਟ ਸ਼ੇਅਰ ਸੀ ਉਦੋਂ ਘੱਟ ਨਹੀਂ ਹੋਇਆ ਸੀ, ਜਦਕਿ ਕਾਂਗਰਸ ਪਾਰਟੀ ਦਾ ਵੋਟ ਸ਼ੇਅਰ ਘੱਟ ਹੋਇਆ ਸੀ, ਜਾਂ ਤੁਸੀਂ ਕਹਿ ਸਕਦੇ ਹੋ ਕਿ ਆਮ ਆਦਮੀ ਪਾਰਟੀ ਕਾਂਗਰਸ ਪਾਰਟੀ ਦਾ ਵੋਟ ਸ਼ੇਅਰ ਖਿੱਚਣ ਵਿੱਚ ਕਾਫੀ ਵੱਡੀ ਮਾਤਰਾ 'ਚ ਕਾਮਯਾਬ ਹੋਈ ਸੀ। ਪਰ ਜੋ ਓਪੀਨੀਅਨ ਪੋਲ ਦੇ ਰਿਜ਼ਲਟ ਸਾਡੇ ਸਾਹਮਣੇ ਆ ਰਹੇ ਨੇ ਤੇ ਲੱਗਦਾ ਹੈ ਕਿ ਬੀਜੇਪੀ ਆਪਣਾ ਵੋਟ ਸ਼ੇਅਰ ਵਧਾਉਣ ਵਿੱਚ ਇਨਕਰੀਜ਼ ਕਰਨ 'ਚ ਦਿੱਲੀ 'ਚ ਕਾਮਯਾਬ ਹੋਈ ਆ ਤੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੋਵੇਂ ਹੀ ਆਪਣਾ ਵੋਟ ਸ਼ੇਅਰ ਘਟਾਉਣ 'ਚ ਜਾਂ ਵੋਟ ਸ਼ੇਅਰ ਗਵਾਉਣ ਦੇ ਵਿੱਚ ਗਵਾ ਬੈਠੀਆਂ ਨੇ। ਹਰਪ੍ਰੀਤ ਜੀ ਇਹਦੇ ਵਿੱਚ ਜੀ ਹਰਪ੍ਰੀਤ ਜੀ, ਬਟ ਜੇ ਅਸੀਂ ਫਿਰ
ਜਿਹੜਾ ਆਪਾਂ ਜੇ ਅਸੀਂ ਦੇਖੀਏ ਤਾਂ ਉਹ ਦੇਖੋ ਪਹਿਲਾਂ ਉਹ ਕਾਲਕਾ ਜੀ ਦੇ ਵਿੱਚ 15% ਵੋਟ ਸ਼ੇਅਰ ਕਾਂਗਰਸ ਨੂੰ ਮਿਲਿਆ, ਲੇਕਿਨ ਉਹ ਵੀ ਫਿਗਰ ਜਿਹੜੀ ਹੈ ਕਾਂਗਰਸ ਅਚੀਵ ਨਹੀਂ ਕਰ ਪਾ ਰਹੀ ਸੀ। ਅਸੀਂ ਪਿਛਲੇ 2 ਸਰਵੇ ਕੀਤੇ ਸੀ, ਉਹਦੇ ਵਿੱਚ 2% ਜਾਂ 5% ਹੀ ਕਾਂਗਰਸ ਨੂੰ ਦਿਖ ਰਿਹਾ ਸੀਗਾ। ਸੋ ਕਿਤੇ ਨਾ ਕਿਤੇ ਕਾਂਗਰਸ ਵੱਲੋਂ ਬਹੁਤ ਥੋੜਾ ਹੈ, ਲੇਕਿਨ ਫਿਰ ਵੀ ਰਿਵਾਈਵਲ ਜਿਹੜਾ ਉਹ ਦਿਖ ਰਿਹਾ ਹੈ ਔਰ ਕੋਈ ਬਹੁਤਾ ਫਰਕ ਨਹੀਂ ਪੈਣ ਵਾਲਾ 22 ਤਰੀਕ ਤੱਕ। ਲੇਕਿਨ ਕਿਤੇ ਨਾ ਕਿਤੇ ਪੰਜਾਬ ਦਾ ਇੰਪੈਕਟ ਜਿਹੜਾ ਉਹ ਮੇਰਾ ਪਰਸਨਲ ਮੰਨਣਾ ਹੀ ਹੈ ਕਿ ਉਹ ਇੱਥੇ ਥੋੜਾ ਬਹੁਤ ਦਿਖਣਾ ਸ਼ੁਰੂ ਹੋ ਗਿਆ। ਹਰਪ੍ਰੀਤ ਜੀ, ਮੇਰਾ ਖਿਆਲ ਹੈ ਕਿ ਪੰਜਾਬ ਦਾ ਇਫੈਕਟ ਜਿਹੜਾ ਹੈਗਾ ਸੀ ਉਹਨੂੰ ਯੂਪੀ ਦੇ ਇਫੈਕਟ ਨੇ ਜਿਹੜਾ ਹੈਗਾ ਓਵਰਲੈਪ ਕੀਤਾ ਹੋਇਆ। ਹੁਣ ਜੇ ਐਡੀ ਵੱਡੀ ਚੀਜ਼ ਉੱਥੇ ਤੁਹਾਨੂੰ ਲੋਕੀ ਜਿਹੜੇ ਬੀਜੇਪੀ ਦੇ ਹੱਕ 'ਚ ਨਜ਼ਰ ਆਉਂਦੇ ਨੇ, ਉਹ ਯੂਪੀ ਦੇ ਜਿਹੜੇ ਰਿਜ਼ਲਟਸ ਨੇ ਉਹ ਜ਼ਿਆਦਾ ਭਾਰੂ ਨੇ, ਕਿਉਂਕਿ ਯੂਪੀ ਦੇ ਨਾਲ ਲੱਗਦੀ ਹੈਗੀ ਆ ਦਿੱਲੀ, ਤੇ ਨਾਲ ਨਾਲ ਯੂਪੀ ਤੋਂ ਬਹੁਤ ਪਾਪੂਲੇਸ਼ਨ ਹੈ ਜਿਹੜੀ ਉਹ ਮੂਵ ਹੋ ਕੇ ਇੱਥੇ ਦਿੱਲੀ 'ਚ ਆਈ ਹੋਈ ਹੈ। ਸੋ ਸਮਾਜਿਕ ਜਿਹਨੂੰ ਡੈਮੋਗ੍ਰਾਫਿਕ ਪ੍ਰੋਫਾਈਲ ਕਹਿੰਦੇ ਨੇ ਉਹ ਪੰਜਾਬ ਨਾਲੋਂ ਦਿੱਲੀ ਨਾਲ ਜ਼ਿਆਦਾ ਮਿਲਦਾ ਜਿਹੜਾ ਹੈਗਾ ਯੂਪੀ ਦਾ। ਔਰ ਦੂਸਰੀ ਗੱਲ ਹੈ ਕਿ ਆਪਾਂ ਹੁਣ ਤੱਕ 6 ਦਾ ਕਾਂਸਟੀਚੁਐਂਸੀਆਂ ਦਾ ਕੀਤਾ ਹੈ, ਜਿਹਦੇ ਵਿੱਚੋਂ ਇੱਕ ਜ਼ਾਕਿਰ ਨਗਰ ਦੇ ਵਿੱਚ ਜਿਹੜਾ ਹੈਗਾ ਕਾਂਗਰਸ ਲੀਡ ਲਈ ਹੈ, 5 ਦੇ ਵਿੱਚ ਬੀਜੇਪੀ ਲੈ ਰਹੀ ਹੈ। ਸੋ ਇਹਦੇ ਵਿੱਚ ਪਹਿਲੀ ਗੱਲ ਇਹ ਹੈ ਕਿ ਆਮ ਆਦਮੀ ਪਾਰਟੀ ਕਿਤੇ ਵੀ ਲੀਡ ਨਹੀਂ ਨਜ਼ਰ ਆਉਂਦੀ ਹੈਗੀ, ਲੈਂਦੀ ਨਜ਼ਰ ਆਉਂਦੀ। ਜ਼ਾਕਿਰ ਨਗਰ ਜਾਂ ਹੋਰ ਕੁਝ ਇਹੋ ਜਿਹੀਆਂ ਕਾਂਸਟੀਚੁਐਂਸੀਆਂ ਹੋਣਗੀਆਂ ਜਿੱਥੇ ਜਿਹੜਾ ਡੈਮੋਗ੍ਰਾਫਿਕ ਪ੍ਰੋਫਾਈਲ ਜਿਹੜਾ ਹੈਗਾ ਉਹ ਡਿਫਰੈਂਟ ਹੋਏਗਾ, ਉੱਥੇ ਕਾਂਗਰਸ ਪਾਰਟੀ ਨੂੰ ਵੱਧ ਵੋਟਾਂ ਭੁਗਤਣ ਦੀ ਸੰਭਾਵਨਾ ਬਣੀ ਰਹੇਗੀ ਔਰ ਉਹ ਸੀਟਾਂ ਉਹ ਲੈ ਜਾਣਗੇ। ਪਰ ਜਿਹੜੀ ਸਮੁੱਚੇ ਤੌਰ ਤੇ ਦਿੱਲੀ ਹੈ ਉਹਦੇ ਵਿੱਚ ਜਿਹੜੀ ਹੈਗੀ ਕਲੀਨ ਸਵੀਪ ਬੀਜੇਪੀ ਦੀ ਨਜ਼ਰ ਆਉਂਦੀ ਹੈ, ਔਰ ਇਸੇ ਤਰ੍ਹਾਂ ਹੀ ਐਡਵਰਸ ਸਵੀਪ ਜਿਹੜੀ ਹੈਗੀ ਆਮ ਆਦਮੀ ਪਾਰਟੀ ਦੇ ਵਿਰੁੱਧ ਜਾਂਦੀ ਲੱਗਦੀ ਆ। ਏਦਾਂ ਲੱਗਦਾ ਕਿ ਸ਼ਾਇਦ ਹੀ ਕੁਝ ਸੀਟਾਂ ਦੇ ਉੱਤੇ ਆਮ ਆਦਮੀ ਪਾਰਟੀ ਲੈ ਕੇ ਜਾਵੇ, ਔਰ ਉਹਦੇ ਵਿੱਚ ਵੱਡਾ ਕਾਰਨ ਜਿਹੜਾ ਹੋਏਗਾ ਉਹ ਲੋਕਾਂ ਦੇ ਨਾਲ ਜੁੜਨ ਦੀ ਬਜਾਏ ਜਦੋਂ ਉਹਨਾਂ ਨੂੰ ਇੱਕ ਸਰਕਾਰ ਬਣ ਗਈ ਤਾਂ ਉਹ ਸਰਕਾਰ ਬਣਾ ਕੇ ਉੱਥੇ ਆਪਣੇ ਆਪ ਨੂੰ ਉਹਨਾਂ ਨੇ ਪ੍ਰੂਵ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਹੈਗੀ। ਉਹਨਾਂ ਨੇ ਉਸ ਜਗ੍ਹਾ ਤੋਂ ਇਹ ਸਬਕ ਲੈ ਲਿਆ ਕਿ ਲੋਕੀ ਨਾ ਰਵਾਇਤੀ ਪਾਰਟੀਆਂ ਤੋਂ ਬਹੁਤ ਤੰਗ ਨੇ, ਅਸੀਂ ਜਿੱਥੇ ਜਾਵਾਂਗੇ ਉੱਥੇ ਸਾਨੂੰ ਏਡੀ ਵੱਡੀ ਹੀ ਜਿਹੜੀ ਵਾਰਮ ਵੈਲਕਮ ਮਿਲੂਗੀ ਔਰ ਲੋਕੀ ਸਾਡੇ ਨਾਲ ਖੜ ਜਾਣਗੇ। ਇਸ ਕਰਕੇ ਦਿੱਲੀ ਨੂੰ ਛੱਡ ਕੇ ਉਹ ਪੰਜਾਬ ਵਿੱਚ ਚਲੇ ਗਏ। ਉਹਨਾਂ ਦੀਆਂ ਸਰਗਰਮੀਆਂ ਗੁਜਰਾਤ 'ਚ ਵੱਧ ਗਈਆਂ, ਉਹਨਾਂ ਦੀਆਂ ਸਰਗਰਮੀਆਂ ਗੋਆ 'ਚ ਵੱਧ ਗਈਆਂ, ਪਰ ਦਿੱਲੀ ਦੇ ਵਿੱਚ ਉਹਨਾਂ ਦੀਆਂ ਸਰਗਰਮੀਆਂ ਜਿਹੜੀਆਂ ਹੈਗੀਆਂ ਬਿਲਕੁਲ ਜ਼ੀਰੋ ਹੋ ਗਈਆਂ। ਔਰ ਉੱਥੇ ਉਹਨਾਂ ਨੇ ਉਸ ਚੀਜ਼ ਦਾ ਐਕਸਕਿਊਜ਼ ਜਿਹੜਾ ਹੈਗਾ ਉਹ ਸੈਂਟਰ ਗਵਰਨਮੈਂਟ ਦੇ ਨਾਲ ਲੈਫਟੀਨੈਂਟ ਗਵਰਨਰ ਦੇ ਨਾਲ ਜਿਹੜੀ ਕਨਫਰੰਟੇਸ਼ਨ ਸੀ। ਤੁਹਾਡੇ ਯਾਦ ਹੋਏਗਾ ਜਦੋਂ ਡੈਂਗੀ ਦਾ ਇੱਥੇ ਬਹੁਤ ਵੱਡਾ ਪ੍ਰਭਾਵ ਸੀ, ਉਹਨਾਂ ਦੇ ਸਾਰੇ ਮੰਤਰੀ ਬਾਹਰ ਸੀ, ਇੱਕ ਮੰਤਰੀ ਸੀ ਉੱਥੇ ਦਿੱਲੀ ਦੇ ਵਿੱਚ। ਔਰ ਉਹਨਾਂ ਨੇ ਇਹ ਕਿਹਾ ਸੀ ਕਿਉਂਕਿ ਉਸ ਤੋਂ ਕੁਝ ਦਿਨ ਪਹਿਲਾਂ ਸੁਪਰੀਮ ਕੋਰਟ ਨੇ ਇਹ ਕਹਿ ਦਿੱਤਾ ਸੀ, ਸ਼ਾਇਦ ਦਿੱਲੀ ਹਾਈ ਕੋਰਟ ਨੇ ਜਾਂ ਸੁਪਰੀਮ ਕੋਰਟ ਨੇ, ਕਿ LG ਜਿਹੜਾ ਹੈਗਾ ਉਹ ਫਾਈਨਲ ਅਥਾਰਟੀ ਹੈ। ਉਹਦੇ ਰੋਸ ਵਜੋਂ ਉਹ ਕੰਮ ਛੱਡ ਕੇ ਚਲੇ ਗਏ ਆਪਣਾ, ਤੇ ਕਿ LG ਆਪ ਜਿਹੜਾ ਕੁਝ ਕਰਨਾ ਕਰੇ ਕਿਉਂਕਿ ਇਹ ਫਾਈਨਲ ਅਥਾਰਟੀ ਹੈ। ਉਹਨਾਂ ਨੇ ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਕੀਤੀ ਸੀ, ਪਰ ਇਹ ਚੀਜ਼ ਭੁੱਲ ਗਏ ਕਿ ਅਸੀਂ ਲੋਕਾਂ ਕੋਲ ਫੇਰ ਜਾਣਾ, ਕਿਉਂਕਿ ਦਿੱਲੀ ਦੀਆਂ ਕਾਰਪੋਰੇਸ਼ਨਾਂ ਜਿਹੜੀਆਂ ਹੈਗੀਆਂ ਬਹੁਤ ਉਹਨਾਂ ਕੋਲ ਪਾਵਰਫੁਲ ਕਾਰਪੋਰੇਸ਼ਨ ਨੇ, ਉਹਦੇ ਵੱਡੇ ਫੰਡ ਨੇ, ਔਰ ਲੋਕਾਂ ਦੀਆਂ ਜਿਹੜੀਆਂ ਰੋਜ਼ਮਰਾ ਦੀਆਂ ਜ਼ਿੰਦਗੀ ਦੀਆਂ ਚੀਜ਼ਾਂ ਨੇ। ਸਭ ਤੋਂ ਵੱਡੀ ਗੱਲ ਸੈਨੀਟੇਸ਼ਨ ਦੀ, ਸੈਨੀਟੇਸ਼ਨ ਜਿਹੜੀ ਹੈਗੀ ਉਹ ਮਿਊਨਿਸਪਲ ਕਾਰਪੋਰੇਸ਼ਨਾਂ ਦੇ ਅੰਡਰ ਹੈ, ਔਰ ਜੇ ਉਹਨਾਂ ਦਾ ਕੰਮ ਜਿਹੜਾ ਸਹੀ ਨਾ ਹੋਵੇ ਤਾਂ ਲੋਕਾਂ ਦੀ ਜ਼ਿੰਦਗੀ ਦੁੱਭਰ ਹੋ ਜਾਂਦੀ, ਉਹਨਾਂ ਨੂੰ ਬਾਹਰ ਨਿਕਲਣਾ ਔਖਾ ਹੋ ਜਾਂਦਾ। ਲੋਕਾਂ ਦੀ ਸਿਹਤ ਦਾ ਜਿਹੜਾ ਹੈਗਾ ਉਹਦੇ ਸੰਬੰਧਿਤ ਕਈ ਕਾਰਵਾਈਆਂ ਨੇ ਜਿਹੜੀਆਂ ਪ੍ਰੀਵੈਂਸ਼ਨ ਦੀਆਂ ਕਾਰਵਾਈਆਂ ਨੇ ਜਿਹੜੀਆਂ ਉਹ ਸਾਰੀਆਂ ਕਾਰਪੋਰੇਸ਼ਨਾਂ ਕੋਲ ਹੈ। ਸੋ ਜਦੋਂ ਉਹ ਕਾਰਪੋਰੇਸ਼ਨਾਂ ਦੇ ਕੰਮ ਵੱਲ ਧਿਆਨ ਨਹੀਂ ਦਿੱਤਾ ਉਹਨਾਂ ਨੂੰ, ਤਾਂ ਨੇਚਰਲੀ ਉਹਨਾਂ ਨੂੰ ਅੱਜ ਕਾਰਪੋਰੇਸ਼ਨ ਦੀਆਂ ਚੋਣਾਂ ਦੇ ਵਿੱਚ ਉਹਦਾ ਖਮਿਆਜਾ ਭੁਗਤਣਾ ਪੈਣਾ ਹੈ, ਔਰ ਇਹਦੇ ਵਾਸਤੇ ਉਹ ਜ਼ਿੰਮੇਵਾਰ ਆਪ ਨੇ। ਥੋੜੀ ਜਿਹੀ ਜੇ ਬੀਜੇਪੀ ਦੀ ਸਟ੍ਰੈਟਜੀ ਦੀ ਗੱਲ ਕਰੀਏ ਤੇ ਮੈਨੂੰ ਹੈਰਾਨੀ ਵੀ ਹੋਈ ਕਿ ਅਮਿਤ ਸ਼ਾਹ ਆਪ ਕਾਉਂਸਲਰ ਦੀਆਂ ਜੋ ਟਿਕਟਾਂ ਮਿਲ ਰਹੀਆਂ ਨੇ ਉਹ ਆਪ ਇੰਟਰਸਟ ਲੈ ਰਹੇ ਨੇ, ਇਵਨ ਦੋ ਕਿ ਜੇ ਮੈਂ ਕਹਾਂ ਕਿ ਉਹ ਆਪ ਹੀ ਡਿਸਾਈਡ ਕਰ ਰਹੇ ਨੇ ਕਿਹਨੂੰ ਟਿਕਟ ਦਿੱਤੀ ਜਾਊਗੀ ਕਿਹਨੂੰ ਟਿਕਟ ਨਹੀਂ ਦਿੱਤੀ ਜਾਊਗੀ। ਇਵਨ ਦੋ ਕਿ ਜੇ MP ਨੇ ਕਿਹਨੂੰ ਰੈਫਰ ਕੀਤਾ ਟਿਕਟ ਵਾਸਤੇ ਤਾਂ ਉਸ ਮੈਂਬਰ ਆਫ ਪਾਰਲੀਮੈਂਟ ਤੋਂ ਵੀ ਸਵਾਲ ਜਵਾਬ ਸਿੱਧੇ ਅਮਿਤ ਸ਼ਾਹ ਕਰ ਰਹੇ ਸੀ ਕਿ ਇਸ ਕੈਂਡੀਡੇਟ ਨੂੰ ਕਿਉਂ ਰੈਫਰ ਕੀਤਾ, ਕੀ ਕਾਰਨ ਨਹੀਂ। ਇੱਕ ਜੋ ਬੀਜੇਪੀ ਨੇ स्ट्रैटेजिकली मैं उन्होंने बहुत ही वधिया स्टेप कहूंगा कि अपने जो पुराने काउंसलर सी क्योंकि MCD ते करप्शन दे चार्जेस काफी ज्यादा लगते रहे ने, कुछ लोग मजाक विच इहनूं मोस्ट करप्ट डिपार्टमेंट भी आंदे ने,
ਤੇ ਪੁਰਾਣੇ ਕਾਉਂਸਲਰਸ ਨੂੰ ਕੱਢ ਕੇ ਨਵੇਂ ਚਿਹਰੇ ਸਾਹਮਣੇ ਲਿਆਂਦੇ ਆ। ਮਹਿਲਾਸ ਦੀ ਵੂਮਨਸ ਦੀ ਗਿਣਤੀ ਕਾਫੀ ਵੱਡੀ ਮਾਤਰਾ ਬੀਜੇਪੀ ਨੇ ਵਧਾਈ ਆ। ਆਈ ਥਿੰਕ 80 ਤੋਂ ਜ਼ਿਆਦੀਆਂ ਮਹਿਲਾਸ ਨੂੰ ਵੂਮਨਸ ਨੂੰ ਅਮਿਤ ਸ਼ਾਹ ਨੇ ਦਿੱਲੀ ਐਮਸੀਡੀ ਦੀਆਂ 272 ਜੋ ਸੀਟਾਂ ਨੇ ਉਹਦੇ ਵਿੱਚ ਟਿਕਟਾਂ ਦਿੱਤੀਆਂ ਨੇ। ਨਾਲ ਹੀ यूपी ਵਿੱਚ ਜਿੱਥੇ ਕਿ ਸਾਨੂੰ ਮੁਸਲਿਮ ਕੈਂਡੀਡੇਟ ਨੂੰ ਵੇਖਣ ਨੂੰ ਮਿਲਿਆ ਸੀ ਕਿ ਬੀਜੇਪੀ ਨੇ ਕਿਸੇ ਵੀ ਮੁਸਲਿਮ ਕੈਂਡੀਡੇਟ ਨੂੰ ਟਿਕਟ ਨਹੀਂ ਦਿੱਤੀ, ਪਰ ਦਿੱਲੀ ਦੇ ਵਿੱਚ ਮੁਸਲਿਮ ਕੈਂਡੀਡੇਟ ਨੂੰ ਟਿਕਟਾਂ ਦਿੱਤੀਆਂ ਨੇ। ਈਵਨ ਦੋ ਕਿ ਗਿਣਤੀ ਜ਼ਿਆਦਾ ਨਹੀਂ ਆ, ਪਰ ਫਿਰ ਵੀ ਦਿੱਲੀ ਦੇ ਵਿੱਚ ਮੁਸਲਿਮ ਕੈਂਡੀਡੇਟ ਨੂੰ ਟਿਕਟਾਂ ਦਿੱਤੀਆਂ ਨੇ। ਜੇ ਅਸੀਂ ਬੀਜੇਪੀ ਦੀ ਗੱਲ ਕਰ ਰਹੇ ਹਾਂ, ਇਲੈਕਸ਼ਨ ਦੀ ਗੱਲ ਕਰ ਰਹੇ ਹਾਂ, ਤੇ ਬੀਜੇਪੀ ਦੀ ਭਾਈਵਾਲ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਬਿਲਕੁਲ ਨਹੀਂ ਭੁਗਤ ਸਕਦੇ। ਸ਼੍ਰੋਮਣੀ ਅਕਾਲੀ ਦਲ ਦੇ ਕੈਂਡੀਡੇਟ ਵੀ ਐਮਸੀਡੀ ਇਲੈਕਸ਼ਨ ਵਿੱਚ ਹਿੱਸਾ ਲੈ ਰਹੇ ਨੇ। 5 ਕੇ 6 ਜਾਂ 7-8 ਸੀਟਾਂ ਮੈਕਸਿਮਮ ਲਾ ਲਓ, 5 ਜਾਂ 6 ਮੇਰੇ ਕੋਲ ਕਨਫਰਮ ਆ। ਆਮ ਨਾਟ ਸ਼ੋਰ ਜਿਹੜੀ ਅੱਜ ਲਿਸਟ ਜਾਰੀ ਹੋਈ ਹੈ ਉਹਦੇ ਵਿੱਚ ਕੋਈ ਹੈ ਜਾਂ ਨਹੀਂ ਆ। 5-6 ਜਗ੍ਹਾ ਤੇ ਤੁਸੀਂ ਮੰਨ ਕੇ ਚਲੋ 5 ਤੋਂ ਜ਼ਿਆਦਾ ਜਗ੍ਹਾ ਤੇ ਸ਼੍ਰੋਮਣੀ ਅਕਾਲੀ ਦਲ ਦੇ ਕੈਂਡੀਡੇਟ ਵੀ ਐਮਸੀਡੀ ਇਲੈਕਸ਼ਨ ਵਿੱਚ ਹਿੱਸਾ ਲੈ ਰਹੇ ਨੇ, ਜਦਕਿ ਚੋਣ ਨਿਸ਼ਾਨ ਜਾਂ ਟਿਕਟ ਤੁਸੀਂ ਕਹਿ ਸਕਦੇ ਹੋ ਬੀਜੇਪੀ ਦੇ ਛਾਤੇ ਥੱਲੇ, ਬੀਜੇਪੀ ਦੇ ਚੋਣ ਨਿਸ਼ਾਨ ਦੇ ਥੱਲੇ ਇਲੈਕਸ਼ਨ ਲੜਨ ਜਾ ਰਹੇ ਨੇ। ਜਿਸ ਤਰ੍ਹਾਂ ਸਾਰੀ ਦੀ ਸਾਰੀ ਪਲਾਨਿੰਗ ਕੀਤੀ ਜਾ ਰਹੀ ਆ, ਕੈਬਨਿਟ ਮਿਨਿਸਟਰਸ ਪ੍ਰਚਾਰ ਕਰ ਰਹੇ ਨੇ, ਯੋਗੀ ਆਦਿੱਤਿਆਨਾਥ ਪ੍ਰਚਾਰ ਕਰ ਰਹੇ ਨੇ, ਲੱਗ ਰਿਹਾ ਹੈ ਕਿ ਬੀਜੇਪੀ ਇਸ ਇਲੈਕਸ਼ਨ ਨੂੰ ਕਾਫੀ ਸੀਰੀਅਸ ਲੈ ਰਹੀ ਹੈ ਤੇ ਸ਼ਾਇਦ ਵੱਡੀ ਜਿੱਤ ਦਰਜ ਕਰਾਉਣ ਜਾ ਰਹੀ ਆ। ਹਰਪ੍ਰੀਤ ਜੀ, ਜੇ ਮੇਰੀ ਆਵਾਜ਼ ਆ ਰਹੀ ਤੇ ਮੈਂ ਗੱਲ ਸ਼ੁਰੂ ਕਰ ਸਕਦਾ? ਹਾਂਜੀ, ਪਲੀਜ਼ ਗੋ ਅਹੈਡ। ਹਰਪ੍ਰੀਤ ਜੀ, ਇੱਕ ਗੱਲ ਤਾਂ ਬਹੁਤ ਕਲੀਅਰ ਹੈ ਕਿ ਜੇ ਅਸੀਂ ਅਕਾਲੀ ਦਲ ਦੀ ਗੱਲ ਕਰਨੀ ਹੋਵੇ ਤਾਂ ਜਿਵੇਂ ਉਹਨਾਂ ਨੂੰ ਵਿਧਾਨ ਸਭਾ ਦੇ ਚੋਣਾਂ ਦੇ ਦੌਰਾਨ ਸੀਟਾਂ ਦੀ ਐਡਜਸਟਮੈਂਟ ਕੀਤੀ ਸੀ, ਜੇ ਉਸ ਗਿਣਤੀ ਦੇ ਲਿਹਾਜ਼ ਦੇ ਨਾਲ ਦੇਖੀਏ ਤਾਂ ਹਾਲੇ ਦੂਸਰੀ ਲਿਸਟ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪੱਖ ਦੇ ਵਿੱਚ ਹੋਰ ਸੀਟਾਂ ਜ਼ਰੂਰ ਹੋ ਸਕਦਾ ਦਿੱਤੀਆਂ ਜਾਣ। ਬੇਸ਼ੱਕ ਉਹ ਚੋਣ ਨਿਸ਼ਾਨ ਭਾਰਤੀ ਜਨਤਾ ਪਾਰਟੀ ਦੇ ਉੱਤੇ ਹੀ ਲੜ ਰਹੇ ਹੋਣ, ਜਿਵੇਂ ਵਿਧਾਨ ਸਭਾ ਦੀ ਚੋਣ ਜਿਹੜੀ ਬੀਜੇਪੀ ਦੇ ਚੋਣ ਨਿਸ਼ਾਨ ਦੇ ਉੱਤੇ ਹੀ ਲੜੀ ਜਾ ਰਹੀ ਹੈ, ਲੜੀ ਬੇਸ਼ੱਕ ਉਹ ਸ਼੍ਰੋਮਣੀ ਅਕਾਲੀ ਦਲ ਵੱਲੋਂ ਜਾ ਰਹੀ ਹੈ। ਇਹ ਗੱਲ ਸਾਨੂੰ ਜ਼ਰੂਰ ਦੇਖਣੀ ਪਵੇਗੀ ਆਉਣ ਵਾਲੇ ਦਿਨਾਂ ਦੇ ਵਿੱਚ। ਇੱਕ ਬਹੁਤ ਅਹਿਮ ਨੁਕਤਾ ਜਿਹੜਾ ਤੁਸੀਂ ਨੋਟ ਕਰਵਾਇਆ, ਔਰ ਉਸ ਨੁਕਤੇ ਨੂੰ ਸਾਨੂੰ ਜ਼ਰੂਰ ਧਿਆਨ ਦੇ ਵਿੱਚ ਰੱਖਣਾ ਪਵੇਗਾ। ਜੇ ਸੱਚਮੁੱਚ ਕਾਂਗਰਸ ਪਾਰਟੀ ਰਿਵਾਈਵ ਨਹੀਂ ਕਰਦੀ, ਜਿਹਦਾ ਸਾਰੇ ਦਾ ਸਾਰਾ ਵੋਟ ਸ਼ੇਅਰ ਖਿੱਚ ਕੇ ਉਸ ਵੇਲੇ ਆਮ ਆਦਮੀ ਪਾਰਟੀ ਲੈ ਗਈ ਸੀ, ਜਦੋਂ ਵਿਧਾਨ ਸਭਾ ਚੋਣਾਂ ਦੇ ਰਿਜ਼ਲਟ ਸਾਡੇ ਸਾਹਮਣੇ ਆ ਰਹੇ ਸਨ, ਤਾਂ ਉਦੋਂ ਬਹੁਤ ਕਲੀਅਰ ਹੋ ਗਿਆ ਸੀ ਕਿ ਵੋਟ ਫੀਸਦੀ ਦੇ ਲਿਹਾਜ਼ ਨਾਲ ਆਮ ਆਦਮੀ ਪਾਰਟੀ ਤੇ ਭਾਰਤੀ ਜਨਤਾ ਪਾਰਟੀ ਦੋ ਪ੍ਰਮੁੱਖ ਪਾਰਟੀਆਂ ਨੇ। ਉਹਦੇ ਬਦਲ ਦੇ ਵਿੱਚ ਜਿਹੜੀ ਸਾਬਕਾ ਸੱਤਾਧਾਰੀ ਪਾਰਟੀ ਆ ਉਹ ਲਗਭਗ ਹਾਸ਼ੀਏ ਤੇ ਜਾ ਚੁੱਕੀ ਆ। ਉਹਦੀ ਕੋਈ ਬਹੁਤ ਵੱਡੀ ਦਖਲ ਅੰਦਾਜ਼ੀ ਵੋਟ ਸ਼ੇਅਰ ਦੇ ਵਿੱਚ ਬਿਲਕੁਲ ਨਜ਼ਰ ਨਹੀਂ ਆ ਰਹੀ। ਪਰ ਜੇ ਇਸ ਵਾਰ ਵੀ ਕਾਂਗਰਸ ਪਾਰਟੀ ਆਪਣਾ ਵੋਟ ਸ਼ੇਅਰ ਰਿਵਾਈਵ ਕਰਨ ਦੇ ਵਿੱਚ ਸਫਲ ਨਹੀਂ ਹੁੰਦੀ, ਬੀਜੇਪੀ ਆਪਣਾ ਵੋਟ ਸ਼ੇਅਰ ਵਧਾ ਜਾਂਦੀ ਹੈ, ਤਾਂ ਸਾਨੂੰ ਇੱਕ ਗੱਲ ਮੰਨਣੀ ਪਏਗੀ ਕਿ ਦਿੱਲੀ ਦੇ ਵਿੱਚ ਟੂ ਪਾਰਟੀ ਸਿਸਟਮ ਕਾਂਗਰਸ ਦੀ ਜਗ੍ਹਾ ਦੇ ਉੱਤੇ ਆਮ ਆਦਮੀ ਪਾਰਟੀ ਤੇ ਭਾਰਤੀ ਜਨਤਾ ਪਾਰਟੀ ਦੇ ਵਿਚਾਲੇ ਬਣ ਜਾ ਰਿਹਾ। ਔਰ ਸ਼ਾਇਦ ਬੀਜੇਪੀ ਦੀ ਇੱਛਾ ਘੱਟੋ ਘੱਟ ਦਿੱਲੀ ਦੇ ਵਿੱਚ ਜੋ ਹੋਣ ਜਾ ਰਿਹਾ, ਬੀਜੇਪੀ ਦੀ ਇੱਛਾ ਮੁਤਾਬਕ ਇਹੀ ਉਹਨਾਂ ਦੇ ਲਈ ਮਹੱਤਵਪੂਰਨ ਹੈ। ਹਾਲਾਂਕਿ ਬੀਜੇਪੀ ਦੀ ਇਹ ਇੱਛਾ ਬਿਲਕੁਲ ਨਹੀਂ ਹੋਏਗੀ ਕਿ ਆਮ ਆਦਮੀ ਪਾਰਟੀ ਪੂਰੇ ਦੇਸ਼ ਦੇ ਵਿੱਚ ਇਸੇ ਤਰ੍ਹਾਂ ਦੀ ਹਾਲਤ ਨੂੰ ਪਹੁੰਚੇ ਕਿ ਉਹ ਉਹਨੂੰ ਨੈਸ਼ਨਲ ਲੈਵਲ ਤੇ ਟੱਕਰ ਦੇਵੇ। ਪਰ ਦਿੱਲੀ ਦੇ ਵਿੱਚ ਸ਼ਾਇਦ ਬੀਜੇਪੀ ਇਸ ਗੱਲ ਨੂੰ ਸਵਾਗਤ ਵਜੋਂ ਲਏਗੀ ਕਿ ਉਹਨਾਂ ਨੇ ਕਾਂਗਰਸ ਨੂੰ ਇੱਕ ਤਰ੍ਹਾਂ ਨਾਲ ਡਿਲੀਟ ਕਰ ਦਿੱਤਾ, ਕਾਂਗਰਸ ਨੂੰ ਦਿੱਲੀ ਬਣਾ ਦਿੱਤੀ ਹੈ, ਔਰ ਉਹਦੇ ਬਦਲ ਦੇ ਵਿੱਚ ਉਹਨਾਂ ਨੇ ਇੱਕ ਨਵੀਂ ਪਾਰਟੀ ਦੇ ਨਾਲ ਸੱਤਾ ਦੇ ਸੰਘਰਸ਼ ਦੇ ਵਿੱਚ ਆਪਣੇ ਆਪ ਨੂੰ ਪਾਉਣ ਦੇ ਵਿੱਚ ਸਫਲਤਾ ਹਾਸਲ ਕਰ ਲਈ ਹੈ। ਇਹ ਮੈਨੂੰ ਲੱਗਦਾ ਨਵੀਂ ਇੱਕ ਪੋਜੀਸ਼ਨ ਆਏਗੀ ਇਹਨਾਂ ਚੋਣਾਂ ਦੇ ਨਾਲ, ਜੇ ਸੱਚਮੁੱਚ ਕਾਂਗਰਸ ਰਿਵਾਈਵ ਕਰਨ ਦੀ ਬਜਾਏ ਬੀਜੇਪੀ ਵੋਟ ਸ਼ੇਅਰ ਵਧਾਉਣ ਦੇ ਵਿੱਚ ਹੋਰ ਵੋਟ ਸ਼ੇਅਰ ਵਧਾਉਣ ਦੇ ਵਿੱਚ ਸਫਲ ਹੋ ਜਾਂਦੀ ਹੈ। ਜੇ ਕੋਈ ਹੋਰ ਕਮੈਂਟ ਕਰਨਾ ਚਾਹੇ ਤੋਂ ਪਹਿਲਾਂ ਕਿ ਮੈਂ ਦਿੱਲੀ ਤੋਂ ਹੀ ਰਿਲੇਟਡ ਇੱਕ ਹੋਰ ਮੁੱਦੇ ਨੂੰ ਟੱਚ ਕਰਨਾ ਚਾਹੂੰਗਾ। ਮੇਰੀ ਆਵਾਜ਼ ਆ ਰਹੀ ਹੈ ਜੀ? ਪਲੀਜ਼ ਤੁਸੀਂ ਗੱਲ ਕਰਨੀ ਸ਼ੁਰੂ ਕਰਿਆ ਕਰੋ ਪਲੀਜ਼। ਅਤੇ ਜੀ ਜਿਹੜੇ ਪੰਜਾਬ ਦੇ ਰਿਜ਼ਲਟ ਆਏ ਸੀ ਆਮ ਆਦਮੀ ਪਾਰਟੀ ਵਾਸਤੇ, ਉਹ ਅਨਐਕਸਪੈਕਟਡ ਰਿਜ਼ਲਟ ਸੀਗੇ। ਜਿਹੜੇ ਦਿੱਲੀ ਦੇ ਜਿਹੜੇ ਐਮਸੀਡੀ ਦੇ ਰਿਜ਼ਲਟ ਆਉਣਗੇ ਉਹ ਆਮ ਆਦਮੀ ਪਾਰਟੀ ਵਾਸਤੇ ਐਕਸਪੈਕਟਡ ਰਿਜ਼ਲਟ ਨੇ। ਉਹਨਾਂ ਨੂੰ ਕਿਤੇ ਨਾ ਕਿਤੇ ਪਹਿਲਾਂ ਹੀ ਇਹ ਪਤਾ ਲੱਗ ਰਿਹਾ ਉਹਨਾਂ ਨੂੰ ਕਿ ਸਾਡੀ ਜਿਹੜੀ ਹਾਰ ਹੈ ਉਹ ਬਿਲਕੁਲ ਸਾਹਮਣੇ ਨਜ਼ਰ ਆ ਰਹੀ ਹੈ।
ਜੇ ਆਪਾਂ ਈਵੀਐਮ ਵਾਲੇ ਇਸ਼ੂ ਦੀ ਗੱਲ ਕਰੀਏ ਤਾਂ ਐਜ਼ ਅ ਕਾਮਨ ਵੋਟਰ ਇੱਕ ਬੰਦਾ ਕਿਉਂ ਆਮ ਆਦਮੀ ਪਾਰਟੀ ਨੂੰ ਵੋਟ ਪਾਏਗਾ ਜੇ ਉਹਨੂੰ ਪਤਾ ਕਿ ਉਹਦੀ ਪਾਈ ਵੋਟ ਜਿਹੜੀ ਹੈ ਈਵੀਐਮ ਨੇ ਕਿਤੇ ਹੋਰ ਪਾ ਦੇਣੀ ਹੈ। ਸੋ ਇਹ ਜਿਹੜੇ ਕੇਜਰੀਵਾਲ ਸਾਹਿਬ ਦੀਆਂ ਗੱਲਾਂ ਨੇ ਇਹ ਬਚਕਾਨੀਆਂ ਗੱਲਾਂ ਉਹ ਕਰ ਰਹੇ ਨੇ ਇਸ ਟਾਈਮ, ਔਰ ਬਜਾਏ ਮੁੱਦਿਆਂ ਤੇ ਸੀਰੀਅਸ ਹੋਣ ਦੇ ਜਾਂ ਵਲੰਟੀਅਰਸ ਦੇ ਗ੍ਰੀਵੈਂਸਿਸ ਨੂੰ ਸੁਣਨ ਦੇ, ਵਲੰਟੀਅਰਸ ਤੋਂ ਫੀਡਬੈਕ ਲੈਣ ਦੇ, ਵਲੰਟੀਅਰਸ ਨਾਲ ਇਮਾਨਦਾਰੀ ਨਾਲ ਚੱਲਣ ਦੇ ਵਿੱਚ ਉਹ ਹੋਰ ਪਾਰਟੀਆਂ ਤੇ ਹੋਰ ਇਸ਼ੂਜ਼ ਦੇ ਉੱਪਰ ਇਹ ਆਪਣਾ ਸਾਰਾ ਇੱਕ ਐਲੀਗੇਸ਼ਨ ਦਾ ਜਿਹੜਾ ਇੱਕ ਉਹਨਾਂ ਦੀ ਪੁਰਾਣੀ ਪਾਲਿਸੀ ਆ ਉਹਨੂੰ ਲੈ ਕੇ ਚੱਲਦੇ ਰਹੇ ਨੇ। ਇਸ ਤੋਂ ਇਲਾਵਾ ਮੇਰਾ ਇੱਕ ਮੰਨਣਾ ਹੈ ਕਿ ਜਿਸ ਤਰ੍ਹਾਂ ਨਾਲ ਬੀਜੇਪੀ ਉੱਥੇ ਅਗਰੈਸਿਵਲੀ ਚੱਲ ਰਹੀ ਹੈ, ਤੁਸੀਂ ਜਿਵੇਂ ਪਹਿਲਾਂ ਵੀ ਗੱਲ ਕੀਤੀ ਕਿ ਅਮਿਤ ਸ਼ਾਹ ਕਿਉਂ ਇਨਵੋਲਵਮੈਂਟ ਕਰ ਰਹੇ ਜਿਵੇਂ ਵੋਟਰ ਇੰਡੀਆ ਦਾ ਸਿਆਣਾ ਹੁੰਦਾ ਜਾ ਰਿਹਾ, ਪਾਰਟੀਆਂ ਵਾਸਤੇ ਵੀ ਚੈਲੰਜਸ ਵੱਧਦੇ ਜਾ ਰਹੇ ਨੇ। ਪਾਰਟੀ ਦੀ ਸੀਨੀਅਰ ਲੀਡਰਸ਼ਿਪ ਨੂੰ ਵੀ ਪਤਾ ਹੈ ਕਿ ਜੇ ਅਸੀਂ ਗਰਾਊਂਡ ਲੈਵਲ ਤੱਕ ਨਹੀਂ ਜਾਵਾਂਗੇ, ਵਲੰਟੀਅਰਸ ਦਾ ਆਪਣੇ ਵਰਕਰਾਂ ਦਾ ਹੌਸਲਾ ਨਹੀਂ ਵਧਾਵਾਂਗੇ, ਗਰਾਊਂਡ ਲੈਵਲ ਤੱਕ ਸਾਡੀ ਇੰਟਰਸਟ ਨਹੀਂ ਹੋਏਗੀ, ਸਾਡੀ ਰੀਚ ਨਹੀਂ ਹੋਏਗੀ, ਤਾਂ ਅਸੀਂ ਇਲੈਕਸ਼ਨਸ ਨਹੀਂ ਜਿੱਤ ਸਕਦੇ। ਇਹ ਇੱਕ ਰੀਜ਼ਨ ਹੈ ਕਿ ਨਰਿੰਦਰ ਮੋਦੀ ਨੇ ਯੂਪੀ ਦੇ ਵਿੱਚ ਮੁੱਖ ਮੰਤਰੀ ਵਾਸਤੇ ਦੇ ਅਹੁਦੇ ਵਾਸਤੇ ਪ੍ਰਚਾਰ ਕੀਤਾ, ਅਮਿਤ ਸ਼ਾਹ ਨੇ ਦਿੱਲੀ ਵਾਸਤੇ ਪ੍ਰਚਾਰ ਕਰ ਰਹੇ ਨੇ। ਲਾਸਟ ਦੇ ਵਿੱਚ ਮੈਂ ਆਪਣੀ ਗੱਲ ਇਹ ਕਹਿਣੀ ਚਾਹੂੰਗਾ ਕਿ ਮੇਰਾ ਐਸਾ ਮੰਨਣਾ ਹੈ ਕਿ ਜੇ ਆਮ ਆਦਮੀ ਪਾਰਟੀ ਜਿਹਦੇ ਕੇ ਚਾਂਸਸ ਬਹੁਤ ਜ਼ਿਆਦਾ ਨੇ ਐਮਸੀਡੀ ਹਾਰ ਜਾਂਦੀ ਹੈ, ਤਾਂ ਆਈ ਡਾਊਟ ਕਿ 5 ਸਾਲ ਵੀ ਪੂਰੇ ਆਪਣੇ ਦਿੱਲੀ ਗਵਰਨਮੈਂਟ ਦੇ ਰੂਪ ਦੇ ਵਿੱਚ ਪੂਰੇ ਕਰ ਸਕਣਗੇ ਜੀ। ਬਾਰ-ਬਾਰ ਮੇਰੇ ਸਾਥੀਆਂ ਵੱਲੋਂ ਈਵੀਐਮ ਬਾਰੇ ਜੋ ਡਾਊਟ ਲਾਏ ਜਾ ਰਹੇ ਨੇ ਆਮ ਆਦਮੀ ਪਾਰਟੀ ਵੱਲੋਂ, ਉਹਦੀ ਗੱਲ ਕੀਤੀ ਜਾ ਰਹੀ ਹੈ। ਮੈਂ ਵੀ ਚਾਹੂੰਗਾ ਥੋੜਾ ਜਿਹਾ ਦਰਸ਼ਕਾਂ ਨਾਲ ਵੀ ਜੋ ਇਲਜ਼ਾਮ ਈਵੀਐਮ ਉੱਤੇ ਲਾਏ ਜਾ ਰਹੇ ਨੇ ਆਮ ਆਦਮੀ ਪਾਰਟੀ ਵੱਲੋਂ, ਉਹਦੇ ਬਾਰੇ ਥੋੜੀ ਡਿਸਕਸ਼ਨ ਜ਼ਰੂਰ ਕਰੀਏ, ਕਿਉਂਕਿ ਕਿਤੇ ਨਾ ਕਿਤੇ ਜੋ ਦਿੱਲੀ ਇਲੈਕਸ਼ਨ ਹੋਣ ਜਾ ਰਹੀ ਆ ਇਹਦੇ ਵਿੱਚ ਈਵੀਐਮ ਮਸ਼ੀਨਾਂ ਦਾ ਹੀ ਇਸਤੇਮਾਲ ਕੀਤਾ ਜਾ ਰਿਹਾ ਵਾ। ਅੱਜ ਤੇ ਕੱਲ ਹੋਈ ਪ੍ਰੈਸ ਕਾਨਫਰੰਸ ਦੇ ਵਿੱਚ ਕੇਜਰੀਵਾਲ ਸਾਹਿਬ ਨੇ ਇਹ ਤੱਕ ਕਹਿਤਾ ਭਾਵੇਂ ਦਿੱਲੀ ਦੀਆਂ ਇਲੈਕਸ਼ਨਾਂ ਡਿਲੇ ਕਰਨੀਆਂ ਪੈਣ, ਕਰ ਦਿੱਤੀਆਂ ਜਾਣ, ਪਰ ਬੈਲਟ ਪੇਪਰ ਦਾ ਇਸਤੇਮਾਲ ਹੋਵੇ। ਹੁਣ ਥੋੜੀ ਜੀ ਨਿਗਾਹ ਮਾਰਾਂਗੇ ਸਾਰੇ ਈਵੀਐਮ ਦੇ ਮੁੱਦੇ ਤੇ ਕਿ ਈਵੀਐਮ ਦਾ ਮੁੱਦਾ ਹੈ ਕੀ ਆ। ਅਸੀਂ ਸਾਰੇ ਹੀ ਜਾਣਦੇ ਹਾਂ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਆਪਣੀ ਵੱਡੀ ਜਿੱਤ ਦਰਜ ਕਰਾਉਣ ਦੀ ਗੱਲਾਂ ਕਰ ਰਹੀ, 100 ਸੀਟਾਂ ਦੀ ਗੱਲਾਂ ਕਰ ਰਹੀ ਸੀ। ਸਭ ਤੋਂ ਪਹਿਲਾਂ ਸਰਵੇ ਸੀ ਵੋਟਰ ਆਇਆ ਸੀ ਜਿਹਨੇ ਕਿ ਆਮ ਆਦਮੀ ਪਾਰਟੀ ਨੂੰ 100 ਸੀਟਾਂ ਦਿੱਤੀਆਂ ਸੀ। ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਹਰ ਲੀਡਰ ਦੇ ਮੂੰਹ ਤੇ ਵਿੱਚ 100 ਸੀਟਾਂ ਦਾ ਦਾਵਾ ਹੀ ਬਾਰ-ਬਾਰ ਕੀਤਾ ਜਾ ਰਿਹਾ ਸੀ। ਦੂਜੇ ਪਾਸੇ ਯੂਪੀ ਦੀ ਇਲੈਕਸ਼ਨ ਦੇ ਵਿੱਚ ਜੋ ਬੀਜੇਪੀ ਨੇ ਇੱਕ ਵੱਡੀ ਮਾਤਰਾ ਸਵੀਪ ਕੀਤੀ ਹੈ ਤੇ ਬੀਐਸਪੀ ਅਤੇ ਸਮਾਜਵਾਦੀ ਪਾਰਟੀ ਨੂੰ ਬੁਰੀ ਤਰ੍ਹਾਂ ਹਾਰ ਦਾ ਸਾਹਮਣਾ ਕਰਨਾ ਪਿਆ ਵਾ। ਬੀਐਸਪੀ ਦੀ ਖਾਸ ਕਰਕੇ ਗੱਲ ਕਰੂੰਗਾ, ਬੀਐਸਪੀ ਦੇ ਖਾਤੇ ਵਿੱਚ ਸਿਰਫ 19 ਸੀਟਾਂ ਆਈਆਂ। ਜੀ ਹਾਂ, ਮਾਇਆਵਤੀ ਮੈਡਮ ਦੇ ਖਾਤੇ ਵਿੱਚ ਸਿਰਫ 19 ਸੀਟਾਂ ਆਈਆਂ ਨੇ। ਬੀਐਸਪੀ ਦਾ ਇਹ ਹਾਲਤ ਆ ਕਿ ਮਾਇਆਵਤੀ ਆਪਣੀ ਰਾਜ ਸਭਾ ਦੀ ਸੀਟ ਵੀ 2018 ਦੇ ਵਿੱਚ ਲੂਜ਼ ਕਰਨਗੇ। ਬੀਐਸਪੀ ਦੀ ਬੁਰੀ ਹਾਰ ਤੋਂ ਬਾਅਦ ਮੈਡਮ ਮਾਇਆਵਤੀ ਨੇ ਜੋ ਪਹਿਲਾ ਸਵਾਲ ਉਠਾਏ ਸੀ ਉਹ ਈਵੀਐਮ ਮਸ਼ੀਨਾਂ ਤੇ ਉਠਾਏ ਸੀ। ਕਾਫੀ ਮੇਰੇ ਦਰਸ਼ਕ ਜਾਂ ਮੇਰੇ ਪੈਨਲਿਸਟ ਵੀ ਉਦੋਂ ਤੋਂ ਈਵੀਐਮ ਮਸ਼ੀਨਾਂ ਦੇ ਬਾਰੇ ਖਬਰਾਂ ਸੁਣ ਰਹੇ ਹੋਣਗੇ। ਦਰਸ਼ਕਾਂ ਨੇ ਵੀ ਸੁਣਿਆ ਹੋਊਗਾ ਕਿ ਕਾਫੀ ਦੇਸ਼ਾਂ ਦੇ ਵਿੱਚ ਈਵੀਐਮ ਮਸ਼ੀਨਾਂ ਦਾ ਇਸਤੇਮਾਲ ਬੰਦ ਹੋ ਗਿਆ, ਜਾਂ ਫਿਰ ਜਰਮਨੀ ਦੇ ਸੁਪਰੀਮ ਕੋਰਟ ਦੁਆਰਾ ਵੀ ਈਵੀਐਮ ਮਸ਼ੀਨਾਂ ਦੇ ਖਿਲਾਫ ਫੈਸਲਾ ਸੁਣਾਇਆ ਗਿਆ ਸੀ। ਸਭ ਤੋਂ ਪਹਿਲਾਂ ਨਿਗਾਹ ਮਾਰਦੇ ਹਾਂ ਕਿ 4 ਉਹ ਕੰਟਰੀ ਜਿੱਥੇ ਕਿ ਈਵੀਐਮ ਮਸ਼ੀਨਾਂ ਦਾ ਇਸਤੇਮਾਲ ਬੰਦ ਹੋ ਗਿਆ, ਜਿਹਦੇ ਵਿੱਚ ਜਾਪਾਨ ਵੀ ਆ। ਉਹ ਕੀ ਕੇਸ ਸੀ? ਜੇ ਥੋੜੀ ਜਿਹੀ ਉੱਤੇ ਨਿਗਾਹ ਮਾਰਾਂਗੇ ਤਾਂ ਸਾਨੂੰ ਪਤਾ ਲੱਗ ਜਾਊਗਾ ਕਿ ਉਹ ਚਾਰੇ ਕੰਟਰੀ ਸੀ, ਉਹਨਾਂ ਨੇ ਜੋ ਈਵੀਐਮ ਮਸ਼ੀਨਾਂ ਆਰਡਰ ਕੀਤੀਆਂ ਸੀ ਉਹ ਨੀਦਰਲੈਂਡ ਦੀ ਇੱਕ ਕੰਪਨੀ ਵੱਲੋਂ ਸੀ, ਜਿਨ੍ਹਾਂ ਦੇ ਵਿੱਚ ਕੀ ਇਸ਼ੂਜ਼ ਆਏ ਸੀ। ਇਸ਼ੂਜ਼ ਹੋਣ ਤੋਂ ਬਾਅਦ ਜਿੱਦਾਂ ਹੀ ਜਾਪਾਨ ਨੇ ਉਸ ਕੰਪਨੀ ਦੇ ਈਵੀਐਮ ਮਸ਼ੀਨਾਂ ਦਾ ਕੰਟਰੈਕਟ ਕੈਨਸਲ ਕੀਤੇ, ਨਾਲ ਲੱਗਦੇ ਹੀ ਦੂਜੇ 3 ਕੰਟਰੀਆਂ ਨੇ ਵੀ ਕੈਨਸਲ ਕਰਤੇ, ਕਿਉਂਕਿ ਉਹ 3 ਕੰਟਰੀ ਵੀ ਜਾਪਾਨ ਦੇ ਵਾਂਗੂ ਹੀ ਨੀਦਰਲੈਂਡ ਦੀ ਉਸ ਕੰਪਨੀ ਤੋਂ ਮਸ਼ੀਨਾਂ ਖਰੀਦਦੇ ਸੀ। ਹੁਣ ਥੋੜਾ ਜਿਹਾ ਜਰਮਨੀ ਦੇ ਸੁਪਰੀਮ ਕੋਰਟ ਤੋਂ ਆਏ ਫੈਸਲੇ ਉੱਤੇ ਨਿਗਾਹ ਮਾਰਾਂਗੇ। ਜਰਮਨੀ ਦੇ ਸੁਪਰੀਮ ਕੋਰਟ ਤੋਂ ਫੈਸਲਾ ਆਇਆ ਸੀ ਕਿ ਈਵੀਐਮ ਮਸ਼ੀਨਾਂ ਦਾ ਇਸਤੇਮਾਲ ਨਾ ਕਰਕੇ ਬੈਲਟ ਪੇਪਰ ਦਾ ਇਸਤੇਮਾਲ ਕੀਤਾ ਜਾਵੇ। ਇਸ ਗੱਲ ਦੀ ਚਰਚਾ ਬਾਰ-ਬਾਰ ਇੰਡੀਆ ਦੇ ਮੀਡੀਆ ਵਿੱਚ ਆਮ ਆਦਮੀ ਪਾਰਟੀ, ਕਾਂਗਰਸ ਪਾਰਟੀ, ਬੀਐਸਪੀ ਜਾਂ ਫਿਰ ਸਮਾਜਵਾਦੀ ਪਾਰਟੀ ਦੇ ਸਪੋਕਸਪਰਸਨ ਵੱਲੋਂ ਸਾਨੂੰ ਸੁਣਨ ਨੂੰ ਮਿਲ ਜਾਂਦੀ ਹੈ। ਪਰ ਸਵਾਲ ਮੇਰਾ ਇਹ ਆ ਕਿ ਕਦੀ ਕਿਸੇ ਨੇ ਜਰਮਨੀ ਦੇ ਸੁਪਰੀਮ ਕੋਰਟ ਦਾ ਜੋ ਫੈਸਲਾ ਆਇਆ ਵਾ ਉਸ ਫੈਸਲੇ ਨੂੰ ਪੜ੍ਹ ਕੇ ਵੇਖਿਆ ਵਾ? ਸੁਪਰੀਮ ਕੋਰਟ ਦੇ ਫੈਸਲੇ ਦੇ ਵਿੱਚ ਜੱਜ ਸਾਹਿਬ ਨੇ ਕਦੀ ਵੀ ਈਵੀਐਮ ਮਸ਼ੀਨਾਂ ਦੀ ਕ੍ਰੈਡੀਬਿਲਿਟੀ ਤੇ ਡਾਊਟ ਨਹੀਂ ਕੀਤਾ ਸੀ। ਮੈਂ ਫਿਰ ਤੋਂ ਰਿਪੀਟ ਕਰਦਾ, ਜਰਮਨੀ ਦੇ ਸੁਪਰੀਮ ਕੋਰਟ ਦੇ ਵਿੱਚ ਜੋ ਫੈਸਲਾ ਆਇਆ ਸੀ ਉਹਦੇ ਵਿੱਚ ਜੱਜ ਸਾਹਿਬ ਨੇ ਈਵੀਐਮ ਮਸ਼ੀਨਾਂ ਦੀ ਕ੍ਰੈਡੀਬਿਲਿਟੀ ਉੱਤੇ ਜਾਂ ਈਵੀਐਮ ਮਸ਼ੀਨਾਂ ਦੀ ਤੁਸੀਂ ਕੋ ਹੈਕਿੰਗ ਜਾਂ ਈਵੀਐਮ ਮਸ਼ੀਨਾਂ ਦੇ ਕੰਮ ਕਰਨ ਦੇ ਤਰੀਕੇ ਉੱਤੇ ਇੱਕ ਵੀ ਸਵਾਲ ਨਹੀਂ ਉਠਾਏ ਸੀ। ਫੈਸਲਾ ਸਿਰਫ ਇਹ ਸੀ, ਜੱਜ ਸਾਹਿਬ ਦਾ ਇਹ ਕਹਿਣਾ ਸੀ ਕਿ ਜਿਹੜਾ ਵੋਟਾਂ ਪਾਉਣ ਦਾ ਤਰੀਕਾ ਉਹ ਟ੍ਰਾਂਸਪੇਰੈਂਟ ਹੋਣਾ ਚਾਹੀਦਾ ਵਾ।
ਜਦੋਂ ਵੋਟਰਸ ਕਿਹਨੂੰ ਵੋਟ ਪਾਉਂਦਾ ਵਾ ਉਹਨੂੰ ਪਤਾ ਹੋਣਾ ਚਾਹੀਦਾ ਕਿ ਮੇਰੀ ਵੋਟ ਫਲਾਣੇ ਬੰਦੇ ਨੂੰ ਪੈ ਗਈ ਆ। ਉਹਦੇ ਚੱਲਦੇ ਹੋਏ ਜੱਜ ਸਾਹਿਬ ਨੇ ਈਵੀਐਮ ਮਸ਼ੀਨਾਂ ਨੂੰ ਨਾ ਇਸਤੇਮਾਲ ਕਰਨ ਦੀ ਬਜਾਏ ਬੈਲਟ ਪੇਪਰ ਇਸਤੇਮਾਲ ਕਰਨ ਨੂੰ ਕਿਹਾ ਸੀ, ਕਿਉਂਕਿ ਬੈਲਟ ਪੇਪਰ ਤੁਸੀਂ ਆਪ ਮੋਹਰ ਲਾਉਂਦੇ ਜੋ ਤੇ ਤੁਹਾਡੇ ਸਾਹਮਣੇ ਤੁਹਾਨੂੰ ਦਿਖ ਰਿਹਾ ਹੁੰਦਾ ਕਿ ਮੇਰੀ ਵੋਟ ਪੈ ਚੁੱਕੀ ਆ। ਓਕੇ, ਹੁਣ ਥੋੜੀ ਜੀ ਗੱਲ ਕਰਦੇ ਆ ਇੰਡੀਆ ਦੀ ਈਵੀਐਮ ਮਸ਼ੀਨਾਂ ਦੀ। ਅਸੀਂ ਸਾਰੇ ਹੀ ਜਾਣਦੇ ਹਾਂ ਕਿ ਜੋ ਇੰਡੀਆ 'ਚ ਈਵੀਐਮ ਮਸ਼ੀਨਾਂ ਇਸਤੇਮਾਲ ਕੀਤੀਆਂ ਜਾ ਰਹੀਆਂ ਨੇ, ਇਹ 'ਚ ਇੱਕ ਹੋਰ ਯੂਨਿਟ ਐਡ ਆਨ ਕੀਤੀ ਗਈ ਆ, ਵੀਵੀਪੈਟ, ਜੋ ਕਿ ਇੱਕ ਮਸ਼ੀਨ ਆ, ਜਾਂ ਤੁਸੀਂ ਕਹਿ ਸਕਦੇ ਹੋ ਪ੍ਰਿੰਟਰ ਦੀ ਤਰ੍ਹਾਂ ਇੱਕ ਮਸ਼ੀਨ ਆ ਜੋ ਤੁਹਾਡੀ ਈਵੀਐਮ ਮਸ਼ੀਨਾਂ ਲੱਗ ਜਾਂਦੀ ਆ ਜਦੋਂ ਤੁਸੀਂ ਵੋਟ ਪਾਉਂਦੇ ਜੋ। ਇਹ ਵੀਵੀਪੈਟ ਇੱਕ ਪੇਪਰ ਪ੍ਰਿੰਟ ਕਰਦਾ ਵਾ ਜਿਹਦੇ ਉੱਤੇ ਕਿ ਉਸ ਪਾਰਟੀ ਦਾ ਚਿੰਨ ਤੇ ਸ਼ਾਇਦ ਮੈਨੂੰ ਲੱਗਦਾ ਕੈਂਡੀਡੇਟ ਦਾ ਨਾਮ ਵੀ ਹੁੰਦਾ, ਆਈ ਐਮ ਨਾਟ ਸ਼ੋਰ, ਮੈਨੂੰ ਕਰੈਕਟ ਕਰ ਦਿਓ ਜੇ ਮੈਂ ਗਲਤ ਆ, ਪਰ ਉਸ ਪਾਰਟੀ ਦਾ ਚਿੰਨ ਜ਼ਰੂਰ ਹੁੰਦਾ ਜਿਹਨੂੰ ਤੁਸੀਂ ਵੋਟ ਪਾਈ ਹੁੰਦੀ ਆ। ਉਹ ਜੋ ਪੇਪਰ ਆ ਉਹ ਤੁਹਾਨੂੰ ਨਹੀਂ ਮਿਲਦਾ, ਉਹ ਪੇਪਰ ਥੱਲੇ ਡਿੱਗ ਜਾਂਦਾ ਵਾ ਜੋ ਕਿ ਇਲੈਕਸ਼ਨ ਕਮਿਸ਼ਨ ਕਲੈਕਟ ਕਰਨ ਡਿਆ ਹੁੰਦਾ ਵਾ। ਬੇਸਿਕਲੀ ਇੱਕ ਮੈਕੈਨਿਜ਼ਮ ਤਿਆਰ ਕੀਤਾ ਗਿਆ ਕਿ ਜੇ ਈਵੀਐਮ ਮਸ਼ੀਨਾਂ ਦੀ ਕਾਰਜਪ੍ਰਣਾਲੀ ਉੱਤੇ ਤੁਹਾਨੂੰ ਸ਼ੱਕ ਵੀ ਹੋਵੇ ਤੇ ਪੇਪਰ ਜੋ ਪ੍ਰਿੰਟ ਹੋ ਰਿਹਾ ਵਾ ਉਹਦੇ ਨਾਲ ਕਾਊਂਟਿੰਗ ਮੈਚ ਕੀਤੀ ਜਾ ਸਕੇ। ਹੁਣ ਅਸੀਂ ਆਉਂਦੇ ਆ ਕਿ ਇੰਡੀਆ ਦੇ ਵਿੱਚ ਇਲੈਕਸ਼ਨ ਕਮਿਸ਼ਨ ਨੂੰ ਕਿਹਾ ਜਾ ਸਕਦਾ ਹੈ ਕਿ ਤੁਸੀਂ ਈਵੀਐਮ ਮਸ਼ੀਨਾਂ ਅਤੇ ਜੋ ਜਿੱਥੇ ਜਿਹੜੀ ਰਾਈਡਿੰਗ ਵਿੱਚ ਜਿਹੜੀ ਕਨਸਟੀਟੂਐਂਸੀ ਵਿੱਚ ਵੀਵੀਪੈਟ ਮਸ਼ੀਨਾਂ ਇਸਤੇਮਾਲ ਕੀਤੀਆਂ ਜਾਈਆਂ ਸੀ ਉਹਨਾਂ ਦੀ ਕਾਊਂਟਿੰਗ ਮੈਚ ਕਰੋ। ਜੀ ਹਾਂ, ਉਹਦਾ ਜਵਾਬ ਹੈ ਹਾਂ। ਇਹਦੇ ਵਾਸਤੇ ਕੋਈ ਵੀ ਪੋਲੀਟੀਕਲ ਪਾਰਟੀ ਨੂੰ ਪੁਖਤਾ ਸਬੂਤ ਲੈ ਕੇ ਹਾਈ ਕੋਰਟ ਦੇ ਵਿੱਚ ਅਪੀਲ ਕਰਨੀ ਹੁੰਦੀ ਹੈ। ਹਾਈ ਕੋਰਟ ਇਸ ਚੀਜ਼ ਦਾ ਫੈਸਲਾ ਕਰ ਸਕਦਾ ਵਾ ਕਿ ਫਲਾਨੀ ਰਾਈਡਿੰਗ ਦੇ ਵਿੱਚ ਫਲਾਨੀ ਪੋਲੀਟੀਕਲ ਪਾਰਟੀ ਨੂੰ ਡਾਊਟ ਆ ਤੇ ਉਹਨਾਂ ਦੇ ਰਿਜ਼ਲਟ ਨੂੰ ਪੇਪਰ ਜਾਂ ਜੋ ਪ੍ਰਿੰਟ ਹੋਏ ਨੇ ਵੀਵੀਪੀਐਟ ਦੇ ਪੇਪਰ ਉਹਦੇ ਨਾਲ ਡਬਲ ਚੈੱਕ ਕੀਤਾ ਜਾਵੇ ਤੇ ਹਾਈ ਕੋਰਟ ਦੇ ਇਸ ਫੈਸਲੇ ਤੋਂ ਬਾਅਦ ਇਲੈਕਸ਼ਨ ਕਮਿਸ਼ਨ ਉਸ ਦੀ ਕਾਊਂਟਿੰਗ ਦੁਬਾਰਾ ਕਰਾਊਗਾ ਔਰ ਰਿਜ਼ਲਟ ਨੂੰ ਦੁਬਾਰਾ ਰਿਲੀਜ਼ ਕਰੂਗਾ। ਹੁਣ ਥੋੜੀ ਜੀ ਗੱਲ ਕਰ ਲਈਏ ਕਿ ਅੱਜ ਤੋਂ ਥੋੜੇ ਹੀ ਦਿਨ ਪਹਿਲਾਂ ਭਿੰਡ ਵਿੱਚ ਇੱਕ ਕੇਸ ਹੋਇਆ ਸੀ ਜੋ ਕਾਫੀ ਪਪੂਲਰ ਹੋ ਗਿਆ, ਇੱਕ ਵਾਇਰਲ ਵੀਡੀਓ ਕਾਫੀ ਪਪੂਲਰ ਹੋ ਗਿਆ ਸੀ ਜਿਹਦੇ ਵਿੱਚ ਕਿ ਇਹ ਦਿਖਾਇਆ ਸੀ ਕਿ ਜਿਹੜਾ ਮਰਜ਼ੀ ਬਟਨ ਦੱਬੋ ਬੀਜੇਪੀ ਨੂੰ ਹੀ ਵੋਟ ਪੈ ਰਹੀ ਸੀ। ਮੈਂ ਦਰਸ਼ਕਾਂ ਨੂੰ ਵੀ ਦੱਸਦਾ ਕਿ ਇਨਫੋਰਮੇਸ਼ਨ ਕਾਫੀ ਹੱਦ ਤੱਕ ਗਲਤ ਆ। ਮੀਡੀਆ ਅਤੇ ਇਲੈਕਸ਼ਨ ਕਮਿਸ਼ਨ ਜੋ ਆਫੀਸਰ ਸੀ ਦੋਵਾਂ ਦੇ ਵੱਖਰੇ ਵੱਖਰੇ ਬਿਆਨ ਆ ਰਹੇ ਨੇ ਤੇ ਇਸ ਟਾਈਮ ਮੇਰੇ ਖਿਆਲ ਨਹੀਂ ਕੋਈ ਵੀ ਤਰੀਕਾ ਹੋਵੇ ਕਿ ਅਸੀਂ ਇਸ ਇਨਫੋਰਮੇਸ਼ਨ ਨੂੰ ਵੈਰੀਫਾਈ ਕਰ ਪਾਈਏ ਕਿ ਬਟਨ ਦੱਬਣ ਨਾਲ ਬੀਜੇਪੀ ਨੂੰ ਵੋਟ ਪੈ ਰਹੇ ਸੀ। ਜੇ ਦੈਨਿਕ ਭਾਸਕਰ ਅਤੇ ਇੱਕ ਹੋਰ ਮੀਡੀਆ ਕੰਪਨੀ ਉਹਨਾਂ ਦੀ ਗੱਲ ਸੁਣੀਏ ਤਾਂ ਉਹਨਾਂ ਦੇ ਕਹਿਣਾ ਹੈ ਕਿ ਸਾਡੇ ਉੱਥੇ ਰਿਪਰੈਜ਼ੈਂਟੇਟਿਵ ਜਾਂ ਪੱਤਰਕਾਰ ਜਰਨਲਿਸਟ ਮੌਜੂਦ ਸੀ ਜਿਨ੍ਹਾਂ ਦੇ ਸਾਹਮਣੇ ਇਸ ਇੱਕ ਮੌਕ ਡਰਿਲ ਹੋਈ ਸੀ ਤੇ ਮੌਕ ਡਰਿਲ ਦੇ ਦੌਰਾਨ ਜਦੋਂ ਬਟਨ ਦੱਬੇ ਗਏ ਤੇ ਉਹ ਵੀਵੀਪੀਐਟ ਮਸ਼ੀਨ ਨੇ ਸਿਰਫ ਬੀਜੇਪੀ ਨੂੰ ਦੇ ਹੀ ਪ੍ਰਿੰਟ ਆਊਟ ਕੱਢੇ ਸੀ। ਪਰ ਦੂਜੇ ਪਾਸੇ ਦੀ ਗੱਲ ਸਾਨੂੰ ਜ਼ਰੂਰ ਸੁਣ ਲੈਣੀ ਚਾਹੀਦੀ ਹੈ। ਜੇ ਇਲੈਕਸ਼ਨ ਕਮਿਸ਼ਨ ਦੀ ਗੱਲ ਸੁਣੀਏ ਤਾਂ ਇਲੈਕਸ਼ਨ ਕਮਿਸ਼ਨ ਦਾ ਇਹ ਕਹਿਣਾ ਹੈ ਕਿ ਮਸ਼ੀਨਾਂ ਕੈਲੀਬ੍ਰੇਟ ਕੀਤੀਆਂ ਜਾਂਦੀਆਂ ਨੇ, ਜਿਹਨੂੰ ਕਿ ਮੈਂ ਬਿਲਕੁਲ ਸਹੀ ਕਹੂੰਗਾ ਕਿ ਹਰ ਵਾਰੀ ਜਦੋਂ ਮਸ਼ੀਨ ਜਾਂਦੀ ਆ ਉੱਥੇ ਜਿਹੜੀ ਪਾਰਟੀ ਦੇ ਕੈਂਡੀਡੇਟ ਹੁੰਦੇ ਆ ਉਹਦੇ ਹਿਸਾਬ ਨਾਲ ਮਸ਼ੀਨਾਂ ਨੂੰ ਕੈਲੀਬ੍ਰੇਟ ਕਰਨਾ ਹੁੰਦਾ ਵਾ। ਦੂਜਾ, ਇਲੈਕਸ਼ਨ ਕਮਿਸ਼ਨ ਦਾ ਇਹ ਵੀ ਕਹਿਣਾ ਕਿ ਅਸੀਂ ਡੈਮੋ ਦੇ ਰਹੇ ਸੀ ਪੱਤਰਕਾਰਾਂ ਨੂੰ ਜਿਹਦੇ ਵਿੱਚ ਅਸੀਂ ਇਹ ਦਿਖਾ ਰਹੇ ਸੀ ਕਿ ਇਹ ਜੋ ਮਸ਼ੀਨਸ ਨੇ ਜੇ ਇੱਥੇ ਕੁਝ ਵੀ ਗਲਤ ਪ੍ਰੋਗਰਾਮਿੰਗ ਹੋਵੇ ਤੇ ਵੀਵੀਪੀਐਟ ਮਸ਼ੀਨਾਂ ਨਾਲ ਤੁਸੀਂ ਵੈਰੀਫਾਈ ਕਰ ਸਕਦੇ ਹੋ, ਜੋ ਕਿ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਇਆ ਵਾ। ਹੁਣ ਥੋੜੀ ਜੀ ਗੱਲ ਕਰਾਂਗੇ ਕਿ ਆਮ ਆਦਮੀ ਪਾਰਟੀ ਜੋ ਬਾਰ-ਬਾਰ ਬਲੇਮ ਲਾ ਰਹੀ ਆ ਕਿ ਇਹ ਮਸ਼ੀਨਾਂ ਈਵੀਐਮ ਮਸ਼ੀਨਾਂ ਤੇ ਹੈਕਿੰਗ ਹੋਈ ਆ ਜਾਂ ਈਵੀਐਮ ਮਸ਼ੀਨਾਂ ਤੇ ਹੈਕਿੰਗ ਹੋ ਸਕਦੀ ਆ, ਅਸੀਂ 72 ਘੰਟੇ ਦੇ ਵਿੱਚ ਇਸ ਮਸ਼ੀਨਾਂ ਨੂੰ ਹੈਕ ਕਰ ਲਾਂਗੇ ਜੇ ਸਾਨੂੰ ਇਲੈਕਸ਼ਨ ਕਮਿਸ਼ਨ ਇਹ ਮਸ਼ੀਨਾਂ ਦੇਵੇ। ਸਵਾਲ ਨੰਬਰ 1, ਅਰਵਿੰਦ ਕੇਜਰੀਵਾਲ ਐਂਡ ਟੀਮ ਹਾਈ ਕੋਰਟ ਦਾ ਰੁਖ ਕਿਉਂ ਨਹੀਂ ਕਰਦੀ? ਤੇ ਸਵਾਲ ਨੰਬਰ 2, ਅਰਵਿੰਦ ਕੇਜਰੀਵਾਲ ਐਂਡ ਟੀਮ ਦੇ ਕੋਲ ਕਦੋਂ ਦੀ ਕੋਈ ਆਈਟੀ ਯੂਨਿਟ ਜਾਂ ਹੈਕਿੰਗ ਯੂਨਿਟ ਆ ਗਈ ਜਿਹੜੀ 72 ਘੰਟਿਆਂ ਦੇ ਵਿੱਚ ਇੱਕ ਵੈਰੀ ਵੈਲ ਇਨਕ੍ਰਿਪਟਡ ਮਸ਼ੀਨ ਨੂੰ ਡਿਜ਼ਾਈਨਡ ਪ੍ਰੋਗਰਾਮ ਇਨਕ੍ਰਿਪਟਡ ਮਸ਼ੀਨ ਨੂੰ ਹੈਕ ਕਰਕੇ ਤੇ ਤੁਹਾਨੂੰ ਡੇਟਾ ਬਾਹਰ ਕੱਢ ਦੇ। ਮੇਰੇ ਖਿਆਲ ਜੇ ਆਮ ਆਦਮੀ ਪਾਰਟੀ ਨੂੰ ਅਜੇ ਵੀ ਈਵੀਐਮ ਮਸ਼ੀਨਾਂ ਤੇ ਕੋਈ ਡਾਊਟ ਆ ਤੇ ਆਮ ਆਦਮੀ ਪਾਰਟੀ ਨੂੰ ਹਾਈ ਕੋਰਟ ਦਾ ਰੁਖ ਕਰਨਾ ਚਾਹੀਦਾ ਵਾ। ਹਾਈ ਕੋਰਟ ਤੋਂ ਆਰਡਰ ਲਿਆ ਕੇ ਪੰਜਾਬ ਦੇ ਵਿੱਚ ਜਿੱਥੇ ਆਮ ਆਦਮੀ ਪਾਰਟੀ ਦੀ ਹਾਰ ਹੋਈ ਹੈ ਤੇ ਆਮ ਆਦਮੀ ਪਾਰਟੀ ਕੋਲ ਪੁਖਤਾ ਸਬੂਤ ਨੇ ਕਿ ਸਾਡੇ ਉੱਥੇ ਇੰਨੇ ਤੇ ਵੋਲੰਟੀਅਰ ਰਹਿੰਦੇ ਸੀ ਪਰ ਉਹਨਾਂ ਦੀਆਂ ਵੋਟਾਂ ਘੱਟ ਨਿਕਲੀਆਂ ਨੇ, ਉਹ ਸੀਟਾਂ ਜਾ ਕੇ ਚੈਲੰਜ ਕਰਨੀਆਂ ਤੇ ਵੀਵੀਪੀਐਟ ਮਸ਼ੀਨ ਦੇ ਪ੍ਰਿੰਟ ਆਊਟ ਦੀ ਫਿਰ ਤੋਂ ਕਾਊਂਟਿੰਗ ਕਰਾਉਣੀ ਚਾਹੀਦੀ ਹੈ ਜਿਹਦੇ ਨਾਲ ਕਿ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਊਗਾ। ਪਲੀਜ਼ ਗੋ ਹੈਡ। ਬਿਲਕੁਲ ਹਰਪ੍ਰੀਤ ਜੀ,
ਜਦੋਂ ਪੰਜਾਬ ਦੇ ਰਿਜ਼ਲਟ ਆਏ ਸੀ, ਇਹਨਾਂ ਨੇ ਸੁਜਾਨਪੁਰ ਦੇ ਕੰਸਟੀਚੁਐਂਸੀ ਦੇ ਇੱਕ ਬੂਥ ਦੀ ਗੱਲ ਕੀਤੀ ਸੀ ਕਿ ਸਾਨੂੰ 3 ਵੋਟਾਂ ਨਿਕਲੀਆਂ ਨੇ, ਪਰ 7 ਉੱਥੇ ਸਾਡੇ ਜਿਹੜੇ ਹੈਗੇ ਵਲੰਟੀਅਰ ਹੈ। ਮੈਂ ਉਦੋਂ ਵੀ ਕਿਹਾ ਸੀ ਕਿ ਕਿਉਂ ਨਹੀਂ 7 ਵਲੰਟੀਅਰਾਂ ਤੇ ਉਹ ਐਫੀਡੈਵਿਟ ਲੈ ਕੇ ਹਾਈ ਕੋਰਟ ਚਲੇ ਜਾਂਦੇ, ਪਰ ਮੈਂ ਇਹ ਵੀ ਕਿਹਾ ਸੀ ਕਿ ਇਹ ਜਾਣਗੇ ਨਹੀਂ, ਔਰ ਸਪਸ਼ਟ ਹੈ ਕਿ ਅੱਜ ਤੱਕ ਗਏ ਨਹੀਂ ਹੈਗੇ, ਕਿਉਂਕਿ ਸਿਰਫ ਬਹਾਨੇਬਾਜ਼ੀ ਔਰ ਨੁਕਤਾਚੀਨੀ ਕਰਨ ਤੋਂ ਬਿਨਾ ਹੋਰ ਕੋਈ ਪੋਲਿਟਿਕਸ ਇਹ ਜਾਣਦੇ ਨਹੀਂ ਹੈਗੇ। ਇਹ ਲੋਕਾਂ ਨੂੰ ਸਮਝਦੇ ਕਿ ਲੋਕ ਸਾਡੇ ਤੇ ਵਿਸ਼ਵਾਸ ਕਰਨਗੇ, ਪਰ ਲੋਕਾਂ ਨੂੰ ਆਪਣਾ ਜਿਹੜਾ ਫਾਇਦਾ ਨੁਕਸਾਨ ਹੈ ਉਹ ਦੇਖਣਾ ਹੁੰਦਾ। ਕਿਸੇ ਪਾਰਟੀ ਦੇ ਨਾਲ, ਚਾਹੇ ਉਹ ਆਪ ਹੋਵੇ, ਕਾਂਗਰਸ ਹੋਵੇ, ਬੀਜੇਪੀ ਹੋਵੇ, ਉਹ ਸਦਾ ਵਾਸਤੇ ਬੰਨੇ ਨਹੀਂ ਰਹਿ ਸਕਦੇ ਸਿਰਫ ਇਸ ਗੱਲ ਦੇ ਉੱਤੇ ਹੀ। ਔਰ ਦੂਸਰੀ ਗੱਲਾਂ ਤੁਸੀਂ ਸਾਰੀਆਂ ਡਿਟੇਲ ਦੱਸਦੀਆਂ, ਮੈਂ ਰਿਪੀਟ ਨਹੀਂ ਕਰਾਂਗਾ, ਪਰ ਇਹਦੇ ਇੱਕ ਮੋਰਲ ਪੱਖ ਦੀ ਜ਼ਰੂਰ ਗੱਲ ਕਰਾਂਗਾ ਮੈਂ। ਜੇ ਅਰਵਿੰਦ ਕੇਜਰੀਵਾਲ ਸਾਹਿਬ ਨੂੰ ਇਹ ਲੱਗਦਾ ਹੈ ਕਿ ਦਿੱਲੀ ਦੀ ਜਨਤਾ ਮੇਰੇ ਨਾਲ ਹੈ ਤੇ ਜੇ ਬੈਲਟ ਪੇਪਰ ਦੇ ਨਾਲ ਚੋਣ ਹੋਵੇ ਤਾਂ ਜਿਹੜੀਆਂ ਹੈਗੇ ਵੋਟਰ ਉਹਨਾਂ ਨੂੰ ਵੋਟ ਕਰ ਸਕਦੇ ਨੇ, ਫਿਰ ਉਹ ਕਿਉਂ ਨਹੀਂ ਕੁਰਬਾਨੀ ਵਾਲਾ ਬਹੁਤ ਵੱਡਾ ਮੋਰਲ ਜਿਹੜਾ ਸਟਰੋਂਗ ਸਟੈਪ ਉਠਾਉਂਦੇ? ਉਹ ਜਾ ਕੇ ਇਲੈਕਸ਼ਨ ਕਮਿਸ਼ਨ ਤੇ ਸੁਪਰੀਮ ਕੋਰਟ ਨੂੰ ਔਰ ਸੈਂਟਰਲ ਗਵਰਨਮੈਂਟ ਨੂੰ ਅਪਰੋਚ ਕਰੇ ਕਿ ਅਸੀਂ ਦਿੱਲੀ ਗਵਰਨਮੈਂਟ ਜਿਹੜੀ ਹੈਗੀ, ਕਿਉਂਕਿ ਜਿੱਥੇ ਉਹ ਹਾਰੇ ਨੇ ਉੱਥੇ ਰੌਲਾ ਪਾਉਂਦੇ ਨੇ। ਉਹ ਤਾਂ ਸਾਰੀਆਂ ਹੀ ਪਾਰਟੀਆਂ ਕੋਈ ਨਾ ਕੋਈ ਨੁਕਸ ਕੱਢਦੀਆਂ ਨੇ, ਸਾਰੀਆਂ ਪਾਰਟੀਆਂ ਕਹਿੰਦੀਆਂ ਨੇ ਇਹ ਹੋ ਗਿਆ, ਉਹ ਹੋ ਗਿਆ, ਲੋਕਾਂ ਨੂੰ ਵਰਗਲਾ ਲਿਆ ਗਿਆ, ਇਹ ਕੀਤਾ ਗਿਆ। ਇਹ ਹੁਣ ਨਵੀਂ ਗੱਲ ਹੋ ਗਈ ਕਿ EVM ਦੀ ਗੱਲ ਹੈ। ਉਹ ਕਿਉਂ ਨਹੀਂ ਕਹਿੰਦਾ ਕਿ ਅਸੀਂ ਦਿੱਲੀ ਗਵਰਨਮੈਂਟ ਤੋਂ ਅਸਤੀਫਾ ਦਿੰਦੇ ਆ, ਲੋਕ ਸਾਡੇ ਨਾਲ ਨੇ, ਇਹਨਾਂ ਚੋਣਾਂ ਨੂੰ ਲੇਟ ਕਰਕੇ ਦੋਵੇਂ ਚੋਣਾਂ ਬੈਲਟ ਪੇਪਰ ਤੇ ਕਰਾਈਆਂ ਜਾਣ, ਕਿਉਂਕਿ ਉੱਥੇ ਆਪਣੀਆਂ 67 ਸੀਟਾਂ ਨੂੰ ਲੈ ਕੇ ਇੱਕ ਕੁਰਬਾਨੀ ਦੇ ਕੇ ਉਹ ਲੋਕਾਂ 'ਚ ਸਿੱਧ ਕਰੇ ਕਿ ਬੀਜੇਪੀ ਤੇ ਇਲੈਕਸ਼ਨ ਕਮਿਸ਼ਨ ਗਲਤ ਨੇ। ਸਿਰਫ ਜਿੱਥੇ ਹਾਰ ਗਿਆ ਉੱਥੇ ਵੀ ਮਸ਼ੀਨਾਂ ਗਲਤ ਨੇ, ਜਿੱਥੇ ਜਿੱਤ ਗਏ ਨੇ ਉਹ ਮਸ਼ੀਨਾਂ ਠੀਕ ਨੇ। ਇਸ ਤਰੀਕੇ ਦੇ ਨਾਲ ਉਹ ਆਪਣੇ ਲੋਕਾਂ 'ਚ ਸ਼ਾਖ ਗਵਾਉਣ ਤੋਂ ਵੱਧ ਕੁਝ ਨਹੀਂ ਕਰਦੇ। ਜੇ ਵਾਕਿਆ ਹੀ ਉਹ ਭੱਦਰ ਪੁਰਸ਼ ਇੰਨੇ ਸਿਆਣੇ ਨੇ, ਇੰਨੇ ਸਿੰਸੀਅਰ ਨੇ, ਤਾਂ ਉਹਨਾਂ ਨੂੰ ਇਸ ਕੰਡੀਸ਼ਨ ਦੇ ਉੱਤੇ ਅਸਤੀਫੇ ਦੇ ਦੇਣੇ ਚਾਹੀਦੇ ਨੇ ਕਿ ਸਾਡੇ ਅਸਤੀਫੇ ਤਾਂ ਮਨਜ਼ੂਰ ਸਮਝੇ ਜਾਣ ਜੇ ਗਵਰਨਮੈਂਟ ਇਹ ਵਾਅਦਾ ਕਰਦੀ ਹੈ ਕਿ ਅਸੀਂ ਬੈਲਟ ਪੇਪਰਾਂ ਦੇ ਉੱਤੇ ਚੋਣ ਕਰਾਵਾਂਗੇ, ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਹੋ ਜਾਊਗਾ। ਪਰ ਜੇ ਉਹ ਇਹੋ ਕਹਿਣਗੇ ਕਿ ਨਹੀਂ, ਜਿੱਥੇ ਅਸੀਂ ਜਿੱਤੇ ਆ ਉੱਥੇ ਮਸ਼ੀਨਾਂ ਠੀਕ ਨੇ, ਮੇਰਾ ਖਿਆਲ ਹੈ ਇਹਨੂੰ ਲੋਕੀ ਸੁਣਨ ਵਾਸਤੇ ਤਿਆਰ ਨਹੀਂ ਹੋਣਗੇ। ਦੂਜੀ ਗੱਲ, ਜੋ ਬਾਰ-ਬਾਰ ਅਰਵਿੰਦ ਕੇਜਰੀਵਾਲ ਸਾਹਿਬ ਵੱਲੋਂ ਇਹ ਕਿਹਾ ਜਾ ਰਿਹਾ ਸੀ ਕਿ ਮਸ਼ੀਨ ਉੱਤਰ ਪ੍ਰਦੇਸ਼ ਤੋਂ ਗਈ ਆ, ਇਲੈਕਸ਼ਨ ਕਮਿਸ਼ਨ ਨੇ ਇਹ ਵੀ ਸਾਫ਼ ਕਰਤਾ ਵੀ ਮਸ਼ੀਨ ਉੱਤਰ ਪ੍ਰਦੇਸ਼ ਤੋਂ ਨਹੀਂ ਗਈ, ਇਹ ਮਸ਼ੀਨ ਮੱਧ ਪ੍ਰਦੇਸ਼ ਤੇ ਹੀ ਗਈ ਆ। ਹਰ ਸਟੇਟ ਵਿੱਚ ਜਦੋਂ ਇਲੈਕਸ਼ਨਸ ਹੁੰਦੇ ਨੇ ਉਸ ਤੋਂ ਬਾਅਦ ਕੁਝ ਮਸ਼ੀਨਾਂ ਰਿਜ਼ਰਵ ਰੱਖੀਆਂ ਜਾਂਦੀਆਂ ਨੇ ਬਾਈ ਪੋਲਸ ਨੂੰ ਕਵਰ ਕਰਨ ਵਾਸਤੇ, ਇਹ ਮਸ਼ੀਨ ਉੱਥੋਂ ਗਈ ਆ। ਸਬਦੀਸ਼ ਜੀ, CP ਸਿੰਘ ਜੀ ਔਰ ਪਰਮੀਤ ਜੀ। ਬਿਲਕੁਲ ਹਰਪ੍ਰੀਤ ਜੀ, ਇਹ ਉਸੇ ਤਰ੍ਹਾਂ ਦੀ ਸਿਚੁਏਸ਼ਨ ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿੱਦਾਂ ਮੈਨੂੰ ਯਾਦ ਹੈ ਚੰਗੀ ਤਰ੍ਹਾਂ ਚੰਡੀਗੜ੍ਹ ਦੇ ਵਿੱਚ ਜਦੋਂ ਮਿਊਨਿਸਪਲ ਕੌਂਸਲ ਦੀਆਂ ਇਲੈਕਸ਼ਨਸ ਹੋਈਆਂ ਤਾਂ ਉਦੋਂ ਕਾਂਗਰਸ ਵੱਲੋਂ ਇਹ ਇਲਜ਼ਾਮ ਲਗਾਏ ਜਾ ਰਹੇ ਸੀ ਕਿ ਜਿਹੜਾ EVM ਮਸ਼ੀਨਾਂ ਦੇ ਵਿੱਚ ਧਾਂਦਲੀ ਹੋਈ ਹੈ। ਤਾਂ ਇਹ ਹਰ ਇੱਕ ਚੈਲੰਜ ਜਿਹਾ ਬਣ ਗਿਆ ਸਾਡੇ ਇੰਡੀਆ ਦੇ ਵਿੱਚ ਕਿ ਜਿਹੜੀ ਹਾਰਦੀ ਹੈ ਪਾਰਟੀ ਉਹ ਇਸ ਤਰ੍ਹਾਂ ਦੇ ਐਲੀਗੇਸ਼ਨ ਜਿਹੜੇ ਉਹ ਆਮ ਹੀ ਹੋ ਗਏ ਹੈ, ਲਗਾਉਣੇ ਸ਼ੁਰੂ ਕਰ ਦਿੰਦੀ ਹੈ। ਬਟ ਤੁਸੀਂ ਦੇਖੋ ਕਿੰਨਾ ਫੇਅਰ ਪ੍ਰੋਸੈਸ ਔਰ ਕਿੰਨੇ ਵਧੀਆ ਤਰੀਕੇ ਨਾਲ ਡੈਮੋਨਸਟ੍ਰੇਸ਼ਨਸ ਇਲੈਕਸ਼ਨ ਕਮਿਸ਼ਨ ਵੱਲੋਂ ਇਸ ਵਾਰ ਦਿੱਤੀਆਂ ਗਈਆਂ। ਔਰ ਹਾਲੇ ਵੀ ਜੇ ਅਸੀਂ ਇੱਕ ਪੁਆਇੰਟ ਰੇਜ਼ ਕਰਾਂਗੇ ਤਾਂ ਸ਼ਾਇਦ ਲੋਕਾਂ ਨੂੰ ਵੀ ਇਹ ਚੀਜ਼ ਕਲੀਅਰ ਹੋ ਜੂਗੀ ਕਿ ਇਹਨਾਂ ਕੋਲ ਸਿਰਫ ਤੇ ਸਿਰਫ ਐਲੀਗੇਸ਼ਨਸ ਹੀ ਨੇ, ਮੁੱਦੇ ਇਹਨਾਂ ਕੋਲ ਹੈ ਹੀ ਨਹੀਂ, ਔਰ ਨਾ ਹੀ ਲੋਕਾਂ ਲਈ ਕੰਮ ਕਰਨ ਵਾਸਤੇ ਕੋਈ ਗੱਲਾਂ ਹੈਗੀਆਂ ਇਹਨਾਂ ਕੋਲ। ਸੋ ਆਮ ਆਦਮੀ ਪਾਰਟੀ ਵੱਲੋਂ ਜਿਹੜੇ ਬਾਰ-ਬਾਰ ਇੱਕ ਬਹੁਤ ਮਤਲਬ ਅਜੀਬ ਜੀ ਗੱਲ ਕੀਤੀ ਗਈ ਹੈ ਕਿ ਸਾਨੂੰ 72 ਘੰਟੇ ਦਾ ਟਾਈਮ ਚਾਹੀਦਾ, ਅਸੀਂ ਇਹਦੇ ਵਿੱਚ ਇਸ ਨੂੰ ਹੈਕ ਕਰਕੇ ਦਿਖਾ ਦਾਂਗੇ। ਸੋ ਕਿਤੇ ਨਾ ਕਿਤੇ ਬੜੀ ਹਾਸੋਹੀਣੀ ਜੀ ਗੱਲ ਲੱਗਦੀ ਹੈ। ਇੱਕ ਪਾਸੇ ਤਾਂ ਪੂਰਾ ਦਾ ਪੂਰਾ ਇੰਡੀਆ ਜਾਂ ਪੂਰੇ ਦਾ ਪੂਰਾ ਸਾਡਾ ਇਲੈਕਸ਼ਨ ਸਿਸਟਮ ਹੈ ਜਿਹੜਾ ਉਹ ਇਸ ਨੂੰ ਸਹੀ ਕਰਾਰ ਦੇ ਰਿਹਾ ਹੈ, ਔਰ ਇੱਕ ਇਕੱਲੀ ਪਾਰਟੀ ਹੈ ਜਿਹੜੀ ਇਸ ਨੂੰ ਗਲਤ ਕਰਾਰ ਦੇ ਰਹੀ ਹੈ। ਔਰ ਜੇ ਤੁਹਾਨੂੰ ਲੱਗਦਾ ਵੀ ਹੈ ਕਿ ਗਲਤ ਕਰਾਰ ਹੈ ਜਾਂ ਇੱਕ ਗਲਤ ਚੀਜ਼ ਅਡਾਪਟ ਕੀਤੀ ਜਾ ਰਹੀ ਹੈ ਤਾਂ ਇੱਕ ਪ੍ਰੋਪਰ ਵੇ ਅਪਣਾ ਕੇ ਤੁਸੀਂ ਉਸ ਨੂੰ ਸੋਲੂਸ਼ਨ ਵੱਲ ਪਹੁੰਚੋ ਤਾਂ ਜ਼ਿਆਦਾ ਵਧੀਆ ਰਹੂਗਾ। ਇਹ ਤਾਂ ਉਹੀ ਗੱਲ ਹੋ ਗਈ ਕਿ ਜਿਵੇਂ ਪੰਜਾਬ ਦੇ ਵਿੱਚ ਅਡਾਪਟ ਕੀਤਾ ਸੀ ਉਹਨਾਂ ਨੇ ਕਿ ਬਦਲਾਅ ਦੀ ਰਾਜਨੀਤੀ ਕਰ ਲਓ ਔਰ ਲੋਕਾਂ ਨੂੰ ਭਰਮਾਉਣ ਦੀ ਕੋਸ਼ਿਸ਼ ਕਰੋ। ਇਹਨਾਂ ਦੇ ਖੇਮੇ ਦੇ ਵਿੱਚ ਇਹ ਚੀਜ਼ ਬਿਲਕੁਲ ਸਹੀ ਲੱਗਦੀ ਹੈ, ਲੇਕਿਨ ਲੋਕਾਂ ਨੂੰ ਇਹ ਚੀਜ਼ ਸਮਝ ਆ ਚੁੱਕੀ ਹੈ ਕਿ ਇਹਨਾਂ ਗੱਲਾਂ ਦਾ ਕੋਈ ਵੀ ਅਸਰ ਨਹੀਂ ਹੁੰਦਾ, ਕੋਈ ਵੀ ਪ੍ਰਭਾਵ ਨਹੀਂ ਪੈਣਾ ਔਰ ਨਾ ਹੀ ਕੋਈ ਡਿਵੈਲਪਮੈਂਟ ਦੇ ਉੱਪਰ ਕੋਈ ਇਹਨਾਂ ਦਾ ਅਸਰ ਪੈਣਾ। ਸੋ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਆਪਣੇ ਗੱਲਾਂ ਦੇ ਵਿੱਚ ਆਪ ਹੀ ਉਲਝਦੀ ਚਲੀ ਜਾ ਰਹੀ ਹੈ। ਔਰ ਮੈਨੂੰ ਇਹ ਨਹੀਂ ਪਤਾ ਕਿ ਇਹਨਾਂ ਦੇ ਜਿਹੜੇ ਇੰਟੈਲੈਕਚੁਅਲ ਵਿੰਗ ਹੈ ਜਿਹੜਾ ਉਹ ਕੀ ਮਤਲਬ ਐਨਾਲਾਈਜ਼ ਕਰ ਰਿਹਾ ਹੈ ਜਾਂ ਕੀ ਇਸ ਚੀਜ਼ ਨੂੰ ਪ੍ਰੈਡਿਕਟ ਕਰ ਰਿਹਾ ਕਿ ਅਸੀਂ ਕਿਸ ਤਰ੍ਹਾਂ ਦੀਆਂ ਗੱਲਾਂ ਕਰੀਏ।
ਜੋ ਕਿਤੇ ਨਾ ਕਿਤੇ ਇਹ ਗੱਲ ਹਰਪ੍ਰੀਤ ਜੀ ਬਿਲਕੁਲ ਕਲੀਅਰ ਹੋ ਰਹੀ ਹੈ ਕਿ ਦਿੱਲੀ ਦੇ ਵਿੱਚ ਜੋ ਕਾਰਗੁਜ਼ਾਰੀ ਹੋਈ ਹੈ ਉਹ ਨਾ ਮਾਤਰ ਹੈ। ਉਸ ਚੀਜ਼ ਨੂੰ ਕਵਰ ਅਪ ਕਰਨ ਵਾਸਤੇ ਇਦਾਂ ਦੇ ਇਸ਼ੂ ਕ੍ਰੀਏਟ ਕੀਤੇ ਜਾ ਰਹੇ ਨੇ ਔਰ ਮੈਂ ਤਾਂ ਕਹੂੰਗਾ ਕਿ ਫਿਊਚਰ ਦੇ ਵਿੱਚ ਜਿੰਨੀਆਂ ਵੀ ਇਲੈਕਸ਼ਨਸ ਆ ਰਹੀਆਂ ਉਹਨਾਂ ਵਾਸਤੇ ਇੱਕ ਗਰਾਊਂਡ ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਲੇਕਿਨ ਇਹ ਗਰਾਊਂਡ ਇਹਨਾਂ ਵਾਸਤੇ ਬਹੁਤ ਹੀ ਖਾਤਮੇ ਵਾਲੀ ਸਾਬਤ ਹੋਣ ਜਾ ਰਹੀ ਹੈ। ਇਹ ਤੁਸੀਂ ਐਮਸੀਡੀ ਇਲੈਕਸ਼ਨ ਦੇ ਵਿੱਚ ਕਲੀਅਰ ਦੇਖ ਲਓਗੇ। ਸਬਦੀਪ ਜੀ, ਇੱਕ ਸਵਾਲ ਤੁਹਾਡੇ ਤੋਂ ਪੁੱਛਣਾ ਚਾਹੂੰਗਾ, ਜਦੋਂ ਬਾਰ-ਬਾਰ ਈਵੀਐਮ ਮਸ਼ੀਨਾਂ ਤੇ ਇੰਨੇ ਜ਼ਿਆਦਾ ਦੋਸ਼ ਪੋਲੀਟੀਕਲ ਪਾਰਟੀਆਂ ਵੱਲੋਂ ਲਾਏ ਜਾ ਰਹੇ ਨੇ, ਕਿ ਇਲੈਕਸ਼ਨ ਕਮਿਸ਼ਨ ਦਾ ਫਰਜ਼ ਨਹੀਂ ਬਣਦਾ ਕਿ ਇਲੈਕਸ਼ਨ ਕਮਿਸ਼ਨ ਈਵੀਐਮ ਮਸ਼ੀਨਾਂ ਨੂੰ ਜੋ ਇਸਤੇਮਾਲ ਕੀਤਾ ਜਾਂਦਾ ਜਾਂ ਜੋ ਚੈਲੰਜ ਦਿੱਤੇ ਜਾ ਰਹੇ ਆ ਕਿ ਇਲੈਕਸ਼ਨ ਕਮਿਸ਼ਨ ਕਿਸ ਤਰੀਕੇ ਨਾਲ ਈਵੀਐਮ ਮਸ਼ੀਨਾਂ ਨੂੰ ਲੋਕਾਂ ਨੂੰ ਐਟਲੀਸਟ ਭਾਰਤ ਦੇ ਲੋਕਾਂ ਨੂੰ ਯਕੀਨ ਦਿਵਾਵੇ ਕਿ ਈਵੀਐਮ ਮਸ਼ੀਨਾਂ 'ਚ ਕੋਈ ਵੀ ਧਾਂਦਲੀ ਨਹੀਂ ਹੁੰਦੀ? ਜੀ ਪਹਿਲੀ ਗੱਲ ਤੇ ਮੈਂ ਇਹ ਕਹਿਣੀ ਚਾਹਾਂਗਾ ਕਿ ਹੁਣ ਲਗਭਗ ਸਾਰੀਆਂ ਪਾਰਟੀਆਂ ਕਹਿ ਸਕਦੀਆਂ ਸਵਾਏ ਲੈਫਟ ਦੀਆਂ ਪਾਰਟੀਆਂ ਨੂੰ ਛੱਡ ਕੇ ਲਗਭਗ ਸਾਰੀਆਂ ਪਾਰਟੀਆਂ ਨੇ ਕਿਸੇ ਨਾ ਕਿਸੇ ਸ਼ਕਲ ਦੇ ਵਿੱਚ ਇਹਨਾਂ ਮਸ਼ੀਨਾਂ ਦੇ ਉੱਤੇ ਸਵਾਲ ਉਠਾਉਣੇ ਸ਼ੁਰੂ ਕਰ ਦਿੱਤੇ ਨੇ। 2010 ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਇੱਕ ਨੇਤਾ ਜੀਵੀਐਲ ਨਰਸਿਮਹਾ ਰਾਓ ਨੇ ਇੱਕ ਪੂਰੀ ਦੀ ਪੂਰੀ ਕਿਤਾਬ ਲਿਖ ਦਿੱਤੀ ਸੀ ਈਵੀਐਮ ਮਸ਼ੀਨਾਂ ਦੇ ਖਿਲਾਫ। ਉਹਨਾਂ ਦੇ ਵਿੱਚ ਹੇਰਾ ਫੇਰੀ ਦੀ ਸੰਭਾਵਨਾ ਨੂੰ ਲੈ ਕੇ ਲਗਭਗ ਉਸੇ ਤਰ੍ਹਾਂ ਦੇ ਇਲਜ਼ਾਮ ਉਹ ਲਾ ਰਿਹਾ ਸਨ ਉਸ ਕਿਤਾਬ ਦੇ ਵਿੱਚ, ਜਿਸ ਕਿਸਮ ਦੇ ਇਲਜ਼ਾਮ ਅੱਜ ਦੀ ਤਰੀਕ ਦੇ ਵਿੱਚ ਈਵੀਐਮ ਮਸ਼ੀਨਾਂ ਦੇ ਉੱਤੇ ਬਸਪਾ ਨੇਤਾ ਮਾਇਆਵਤੀ ਔਰ ਦੂਸਰੇ ਪਾਸੇ ਅਰਵਿੰਦ ਕੇਜਰੀਵਾਲ, ਜਿਹੜੇ ਲਗਭਗ ਇਸ ਮੁਹਿੰਮ ਦੇ ਘੱਟੋ ਘੱਟ ਨੈਸ਼ਨਲ ਲੈਵਲ ਦੇ ਮੋਹਰੀ ਨੇਤਾ ਦੇ ਤੌਰ ਤੇ ਵੇਖੇ ਜਾਣੇ ਚਾਹੀਦੇ ਨੇ, ਲਗਭਗ ਉਹੀ ਇਲਜ਼ਾਮ ਉਹ ਲਾ ਰਹੇ ਨੇ। ਦਿਲਚਸਪ ਗੱਲ ਇਹ ਹੈ ਕਿ ਨਰਸਿਮਹਾ ਰਾਓ ਸਾਹਿਬ ਅੱਜ ਦੀ ਤਰੀਕ ਦੇ ਵਿੱਚ ਖਾਮੋਸ਼ ਨੇ ਔਰ ਕੋਈ ਵੀ ਬਿਆਨ ਦੇਣ ਲਈ ਤਿਆਰ ਨਹੀਂ। ਉਸ ਤੋਂ ਵੀ ਦਿਲਚਸਪ ਗੱਲ ਇਹ ਹੈ ਕਿ ਜਦੋਂ ਨਰਸਿਮਹਾ ਰਾਓ ਨੇ ਉਹ ਕਿਤਾਬ ਲਿਖੀ ਸੀ ਤਾਂ ਉਸ ਕਿਤਾਬ ਦੀ ਭੂਮਿਕਾ ਉਸ ਵੇਲੇ ਦੇ ਭਾਰਤੀ ਜਨਤਾ ਪਾਰਟੀ ਦੇ ਸਭ ਤੋਂ ਸੀਨੀਅਰ ਨੇਤਾ ਲਾਲ ਕ੍ਰਿਸ਼ਨ ਅਡਵਾਨੀ ਨੇ ਲਿਖੀ ਸੀ। ਇਸ ਮਾਮਲੇ ਦੇ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਭਾਰਤੀ ਜਨਤਾ ਪਾਰਟੀ ਤੇ ਆਮ ਆਦਮੀ ਪਾਰਟੀ ਬਿਲਕੁਲ ਇੱਕ ਸੁਰ ਨੇ ਕਿ ਜੇ ਉਹ ਹਾਰ ਜਾਣ ਤੇ ਉਹ ਈਵੀਐਮ ਮਸ਼ੀਨਾਂ ਦੇ ਉੱਤੇ ਸਵਾਲ ਉਠਾਉਣ ਦੇ ਵਿੱਚ ਪਿੱਛੇ ਨਹੀਂ ਰਹਿੰਦੀਆਂ। ਜਦੋਂ ਉਹ ਜਿੱਤ ਪ੍ਰਾਪਤ ਕਰ ਲੈਣ ਉਦੋਂ ਇਹਨਾਂ ਮਾਮਲਿਆਂ ਦੇ ਉੱਤੇ ਚੁੱਪ ਰਹਿੰਦੀਆਂ ਨੇ। ਹੁਣ ਤੱਕ ਮੰਨਿਆ ਇਹ ਜਾ ਰਿਹਾ ਸੀ ਕਿ ਕਾਂਗਰਸ ਪਾਰਟੀ ਨਹੀਂ ਬੋਲ ਰਹੀ। ਬੇਸ਼ੱਕ ਕਾਂਗਰਸ ਪਾਰਟੀ ਦਾ ਕੋਈ ਅਫੀਸ਼ੀਅਲ ਬਿਆਨ ਹਾਲੇ ਵੀ ਉਸ ਤਰੀਕੇ ਦਾ ਜਾਰੀ ਨਹੀਂ ਹੋਇਆ ਜਿਹਦੇ ਉੱਤੇ ਪਾਰਟੀ ਵੱਲੋਂ ਕੋਈ ਬਕਾਇਦਾ ਦਸਤਖਤ ਕਰਕੇ ਜਾਰੀ ਕੀਤਾ ਗਿਆ ਹੋਵੇ ਅਧਿਕਾਰਤ ਤੌਰ ਤੇ, ਪਰ ਪਾਰਟੀ ਦੇ ਪ੍ਰਮੁੱਖ ਨੇਤਾ, ਬੇਸ਼ੱਕ ਉਹਨਾਂ ਨੂੰ ਬੜਬੋਲੇ ਨੇਤਾ ਵੀ ਕਹਿ ਸਕਦੇ ਹਾਂ, ਦਿਗਵਿਜੇ ਸਿੰਘ ਨੇ ਇਹ ਕਹਿਣਾ ਸ਼ੁਰੂ ਕਰ ਦਿੱਤਾ ਹੈ ਕਿ ਦੁਨੀਆ ਭਰ ਦੇ ਵਿੱਚ ਜਦੋਂ ਇਹ ਗੱਲ ਵੇਖੀ ਜਾ ਰਹੀ ਹੈ ਔਰ ਬਦਲੀ ਜਾ ਰਹੀ ਹੈ ਤਾਂ ਭਾਰਤ ਦੇ ਵਿੱਚ ਕਿਉਂ ਨਹੀਂ ਉਹਨਾਂ ਨੇ ਵੀ ਈਵੀਐਮ ਮਸ਼ੀਨਾਂ ਦੇ ਉੱਤੇ ਸਵਾਲ ਉਠਾ ਦਿੱਤਾ। ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਬਹੁਤ ਸਾਰੇ ਲੋਕਾਂ ਨੇ ਸਵਾਲ ਉਠਾ ਦਿੱਤੇ ਨੇ ਔਰ ਜਿਵੇਂ ਤੁਸੀਂ ਕਿਹਾ ਜਿਹੜੇ ਲੋਕ ਉਹਨਾਂ ਦੇ ਉੱਤੇ ਸਵਾਲ ਉਠਾ ਰਹੇ ਨੇ ਉਹਨਾਂ ਕੋਲੇ ਪਹਿਲਾ ਰਸਤਾ ਇਹ ਹੈ ਕਿ ਉਹ ਹਾਈ ਕੋਰਟ ਦੇ ਵਿੱਚ ਚਲੇ ਜਾਣ। ਦੂਜਾ ਰਸਤਾ ਉਹਨਾਂ ਕੋਲੇ ਇਹ ਹੈ ਕਿ ਜਿਵੇਂ ਚੋਣ ਕਮਿਸ਼ਨ ਨੇ ਉਹਨਾਂ ਨੂੰ ਚੈਲੰਜ ਕੀਤਾ ਵਾ, ਜਿਵੇਂ ਰਾਜਨੀਤਿਕ ਪਾਰਟੀਆਂ ਮਸ਼ੀਨਾਂ ਨੂੰ ਚੈਲੰਜ ਕਰ ਰਹੀਆਂ ਨੇ, ਇਹਦੇ ਬਦਲ ਦੇ ਵਿੱਚ ਇਲੈਕਸ਼ਨ ਕਮਿਸ਼ਨ ਨੇ ਵੀ ਰਾਜਨੀਤਿਕ ਪਾਰਟੀਆਂ ਨੂੰ ਇੱਕ ਚੈਲੰਜ ਕੀਤਾ ਕਿ ਉਹ ਸਾਡੀ ਹਾਜ਼ਰੀ ਦੇ ਵਿੱਚ ਇਹਨਾਂ ਮਸ਼ੀਨਾਂ ਨੂੰ ਹੈਕ ਕਰਕੇ ਦਿਖਾ ਦੇਣ, ਇਹਨਾਂ ਮਸ਼ੀਨਾਂ ਦੇ ਵਿੱਚ ਕਿਸੇ ਪਾਰਟੀ ਦੀ ਪ੍ਰੋਗਰਾਮਿੰਗ ਕਰਕੇ ਦਿਖਾ ਦੇਣ ਔਰ ਜੇ ਉਹ ਪ੍ਰੋਗਰਾਮਿੰਗ ਉਹ ਹੈਕ ਹੋ ਸਕਦੀ ਹੋਵੇ, ਸੀਲ ਲੱਗਣ ਤੋਂ ਬਾਅਦ ਵੀ ਮਸ਼ੀਨ ਹੈਕ ਹੋ ਸਕਦੀ ਹੋਵੇ, ਵੋਟ ਪਰਚੀ ਦੂਸਰੀ ਪਾ ਕੇ ਦੂਸਰੇ ਦੇ ਹੱਕ ਦੇ ਵਿੱਚ ਨਿਕਲਦੀ ਸਾਬਤ ਕੀਤੀ ਜਾ ਸਕਦੀ ਹੋਵੇ ਤਾਂ ਅਸੀਂ ਇਹਦੇ ਬਾਰੇ ਰੀਥਿੰਕ ਕਰ ਸਕਦੇ ਹਾਂ। ਸਾਰੀਆਂ ਪਾਰਟੀਆਂ ਮੀਡੀਆ ਦੇ ਵਿੱਚ ਤਾਂ ਸਭ ਕੁਝ ਕਰ ਰਹੀਆਂ ਨੇ ਪਰ ਪ੍ਰੈਕਟੀਕਲੀ ਜਾ ਕੇ ਇਲੈਕਸ਼ਨ ਕਮਿਸ਼ਨ ਦੇ ਕੋਲ ਕੋਈ ਵੀ ਇਸ ਚੀਜ਼ ਨੂੰ ਰੱਦ ਨਹੀਂ ਕਰਵਾ ਰਿਹਾ। ਹਾਈ ਕੋਰਟ ਦੇ ਵਿੱਚ ਜਾਏ ਬਿਨਾਂ ਤੁਸੀਂ ਇਲੈਕਸ਼ਨ ਕਮਿਸ਼ਨ ਨੂੰ ਵੀ ਇਸ ਪ੍ਰਕਿਰਿਆ ਦੇ ਉੱਤੇ ਰੋਕ ਨਹੀਂ ਸਕਦੇ। ਅੱਜ ਦੀ ਤਰੀਕ ਦੇ ਵਿੱਚ ਚੋਣਾਂ ਨੂੰ ਤੁਸੀਂ ਕਿਸੇ ਵੀ ਤਰੀਕੇ ਦੇ ਨਾਲ ਰੋਕ ਨਹੀਂ ਸਕਦੇ। ਮੇਰੇ ਖਿਆਲ ਮੁਤਾਬਕ ਆਮ ਆਦਮੀ ਪਾਰਟੀ ਕੋਲੇ ਤਾਂ ਹੁਣ ਇੱਕੋ ਤਰੀਕਾ ਬਚਿਆ ਕਿ ਜਾਂ ਤਾਂ ਉਹ ਹਾਈ ਕੋਰਟ ਜਾ ਕੇ ਇਲੈਕਸ਼ਨ ਕਮਿਸ਼ਨ ਨੂੰ ਇਸ ਗੱਲ ਲਈ ਮਜਬੂਰ ਕਰ ਦੇਵੇ ਕਿ ਉਹ ਆਪਣੀ ਇਸ ਸਮਝਦਾਰੀ ਬਾਰੇ ਰੀਥਿੰਕ ਕਰੇ ਜਿਹੜੀ ਬਾਰੇ ਉਹ ਬਹੁਤ ਇੱਕ ਤਰ੍ਹਾਂ ਨਾਲ ਡਟਿਆ ਖੜਾ ਵਾ ਕਿ ਇਹਨਾਂ ਦੇ ਵਿੱਚ ਕੋਈ ਹੇਰਾਫੇਰੀ ਦੀ ਸੰਭਾਵਨਾ ਨਹੀਂ ਹੋ ਸਕਦੀ। ਦੂਜੀ ਆਪਸ਼ਨ ਉਹਨਾਂ ਕੋਲੇ ਇਹ ਹੈ ਕਿ ਉਹ ਚੈਲੰਜ ਜਿਹੜਾ ਦਿੱਤਾ ਵਾ ਉਹਨੂੰ ਉਹ ਸਹੀ ਸਾਬਤ ਕਰਕੇ ਦਿਖਾ ਦੇਣ ਔਰ ਉਸ ਤੋਂ ਬਾਅਦ ਕੋਈ ਕਿਸੇ ਵੀ ਜਾਣ ਦੀ ਜ਼ਰੂਰਤ ਨਹੀਂ ਹੈ। ਫਿਰ ਤੀਜੀ ਆਪਸ਼ਨ ਉਹਨਾਂ ਕੋਲੇ ਇੱਕ ਹੋਰ ਬਚਦੀ ਹੈਗੀ ਆਮ ਆਦਮੀ ਪਾਰਟੀ ਕੋਲੇ, ਉਹ ਆਪਸ਼ਨ ਬਿਲਕੁਲ ਅਲੱਗ ਤਰ੍ਹਾਂ ਦੀ ਹੈ ਔਰ ਉਸ ਆਪਸ਼ਨ ਦੇ ਆਧਾਰ ਦੇ ਉੱਤੇ ਅਸੀਂ ਇੱਕ ਸਾਡੇ
ਪੂਰੇ ਦੇ ਪੂਰੇ ਭਾਰਤ ਦੇ ਲੋਕਤੰਤਰੀ ਪ੍ਰਣਾਲੀ ਦੇ ਵਿੱਚ ਉਹ ਚੀਜ਼ ਇੱਕੋ ਵਾਰ ਵਰਤੀ ਗਈ ਹੈ। ਔਰ ਮੈਂ ਫਿਰ ਕਹਾਂਗਾ ਕਿ ਉਹ ਚੀਜ਼ ਲੈਫਟ ਨੇ ਵਰਤੀ ਹੈ। ਜਦੋਂ ਪੱਛਮੀ ਬੰਗਾਲ ਦੇ ਵਿੱਚ ਸਿਧਾਰਥ ਸ਼ੰਕਰ ਰੇ ਦੀ ਸਰਕਾਰ ਸੀ ਔਰ ਸਿਧਾਰਥ ਸ਼ੰਕਰ ਰੇ ਨੇ ਲੈਫਟ ਦੇ ਜਿਹੜੇ ਕਾਰਕੁਨ ਆ ਉਹਨਾਂ ਦੇ ਖਿਲਾਫ ਬਹੁਤ ਵੱਡੀ ਹਿੰਸਕ ਮੁਹਿੰਮ ਚਲਾ ਰੱਖੀ ਸੀ। ਉਹਨੂੰ ਇਤਿਹਾਸ ਦੇ ਵਿੱਚ ਨੀਮ ਫਾਸ਼ੀ ਜ਼ਬਰ ਦਾ ਨਾਂ ਦਿੱਤਾ ਜਾਂਦਾ ਵਾ, ਜਿਹੜਾ ਇੱਕ ਵਿਚਾਰਧਾਰਾ ਦੇ ਖਿਲਾਫ ਕਾਂਗਰਸ ਪਾਰਟੀ ਵੱਲੋਂ ਉਦੋਂ ਚਲਾਇਆ ਗਿਆ ਸੀ। ਉਦੋਂ ਲੈਫਟ ਦੀਆਂ ਪਾਰਟੀਆਂ ਨੇ ਚੋਣਾਂ ਦੇ ਵਿੱਚ ਸ਼ਮੂਲੀਅਤ ਕੀਤੀ, ਪਰ ਜਦੋਂ ਉਹਨਾਂ ਨੂੰ ਚੋਣਾਂ ਦੌਰਾਨ ਬਹੁਤ ਜ਼ਬਰਦਸਤ ਹਿੰਸਾ ਦਾ ਸਾਹਮਣਾ ਕਰਨਾ ਪਿਆ ਤਾਂ ਉਦੋਂ ਉਹਨਾਂ ਨੇ ਬਿਲਕੁਲ ਚੋਣਾਂ ਦਾ ਬਾਈਕਾਟ ਕਰ ਦਿੱਤਾ ਸੀ। ਹੁਣ ਆਮ ਆਦਮੀ ਪਾਰਟੀ ਕੋਲੇ ਸਭ ਤੋਂ ਚੰਗੀ ਆਪਸ਼ਨ ਇਹ ਆ ਕਿ ਉਹ ਆਪਣੇ ਆਪ ਨੂੰ ਬਚਾਉਣ ਦੇ ਲਈ ਇਹਨਾਂ ਚੋਣਾਂ ਦਾ ਬਾਈਕਾਟ ਕਰ ਦੇਵੇ ਤੇ ਬਾਅਦ ਦੇ ਵਿੱਚ ਇਹ ਸਾਬਤ ਕਰ ਦੇਵੇ ਕਿ ਜਦੋਂ ਅਸੀਂ ਚੋਣਾਂ ਦੇ ਵਿੱਚ ਸ਼ਾਮਲ ਹੀ ਨਹੀਂ ਸੀ, ਸਾਡੀ ਜਿੱਤ ਵੀ ਹੋ ਸਕਦੀ ਸੀ, ਪਰ ਅਸੀਂ ਕਿਉਂਕਿ ਸ਼ਾਮਲ ਨਹੀਂ ਸੀ ਇਸ ਕਰਕੇ ਬੀਜੇਪੀ ਚੋਣ ਜਿੱਤ ਗਈ ਆ। ਇਹਨੂੰ ਪਰ ਉਹ ਇੱਕ ਗੱਲ ਜ਼ਰੂਰ ਹੋਏਗੀ ਕਿ ਇਸ ਤਰ੍ਹਾਂ ਦੇ ਬਾਈਕਾਟ ਤੋਂ ਬਾਅਦ ਵੀ ਉੱਥੇ ਦਿੱਲੀ ਦੇ ਵਿੱਚ MCD ਦੇ ਵਿੱਚ ਸਰਦਾਰ ਬੇਅੰਤ ਸਿੰਘ ਵਰਗੀ ਸਰਕਾਰ ਨਹੀਂ ਬਣਨ ਜਾ ਰਹੀ। ਜਿਸ ਤਰ੍ਹਾਂ ਪੰਜਾਬ ਦੇ ਵਿੱਚ ਬੇਅੰਤ ਸਿੰਘ ਦੀ ਸਰਕਾਰ ਬਣੀ ਸੀ, ਉੱਥੇ ਬਹੁਤ ਵੱਡੀ ਪੱਧਰ ਦੇ ਉੱਤੇ ਫਿਰ ਵੀ ਵੋਟਿੰਗ ਹੁੰਦੀ ਹੋਈ ਨਜ਼ਰ ਆਏਗੀ। ਔਰ ਇਸ ਗੱਲ ਨੂੰ ਵੀ ਸ਼ਾਇਦ ਧਿਆਨ ਦੇ ਵਿੱਚ ਰੱਖਣਾ ਪਵੇਗਾ ਆਮ ਆਦਮੀ ਪਾਰਟੀ ਲਈ। ਪਰ ਮੈਨੂੰ ਲੱਗਦਾ ਵਾ ਕਿ ਆਪਣੇ ਆਪ ਜਿਹੜਾ ਸਵਾਲ ਤੁਸੀਂ ਕੀਤਾ, ਮੈਨੂੰ ਨਹੀਂ ਲੱਗਦਾ ਕਿ ਇਲੈਕਸ਼ਨ ਕਮਿਸ਼ਨ ਆਪਣੇ ਆਪ ਇਸ ਰੀਥਿੰਕਿੰਗ ਦੀ ਪ੍ਰਕਿਰਿਆ ਦੇ ਵਿੱਚ ਪਵੇਗਾ, ਕਿਉਂਕਿ ਇਲੈਕਸ਼ਨ ਕਮਿਸ਼ਨ ਅੱਜ ਦੀ ਤਰੀਕ ਤੱਕ ਇਸ ਗੱਲ ਦੇ ਉੱਤੇ ਡਟਿਆ ਖੜਾ ਕਿ ਸਾਡੀਆਂ ਵਰਤੀਆਂ ਜਾ ਰਹੀਆਂ ਮਸ਼ੀਨਾਂ ਦੇ ਵਿੱਚ ਕਿਸੇ ਕਿਸਮ ਦੀ ਹੈਕਿੰਗ ਜਿਹੜੀ ਹੈਗੀ ਉਹ ਪ੍ਰੈਕਟੀਕੇਬਲ ਹੀ ਨਹੀਂ ਹੈ, ਕਿਉਂਕਿ ਸਾਡੀਆਂ ਮਸ਼ੀਨਾਂ ਕਿਸੇ ਵੀ ਦੂਸਰੇ ਨੈਟਵਰਕ ਦੇ ਨਾਲ ਜੁੜੀਆਂ ਹੀ ਨਹੀਂ ਹੁੰਦੀਆਂ, ਜਿਨ੍ਹਾਂ ਦੇ ਆਧਾਰ ਦੇ ਉੱਤੇ ਇਹਨਾਂ ਦੀ ਜਿਹੜੀ ਉਹ ਹੈਕਿੰਗ ਕਰਕੇ ਕਿਸੇ ਇੱਕ ਜਾਂ ਦੂਜੀ ਪਾਰਟੀ ਦੇ ਪੱਖ ਦੇ ਵਿੱਚ ਜਾਂ ਵਿਰੋਧ ਦੇ ਵਿੱਚ ਇਹਨਾਂ ਨੂੰ ਭੁਗਤਾਇਆ ਜਾ ਸਕੇ। ਈਵਨ ਕੁਝ ਲੋਕਾਂ ਦੀ ਇਹ ਵੀ ਰਾਏ ਹੈ, ਮੈਂ ਉਹਨੂੰ ਕਨਫਰਮ ਨਹੀਂ ਕਰਦਾ, ਮੇਰੇ ਨਾਲੋਂ ਜ਼ਿਆਦਾ ਜਾਣਕਾਰ ਜੇ ਕੋਈ ਹੈ ਉਹਨੂੰ ਇਸ ਗੱਲ ਨੂੰ ਕਨਫਰਮ ਕਰੇ ਕਿ ਜਿਨ੍ਹਾਂ 3-4 ਦੇਸ਼ਾਂ ਦੇ ਵਿੱਚ ਇਹ ਫੈਸਲੇ ਵਾਪਸ ਲੈ ਵੀ ਗਏ ਨੇ, ਉਹਨਾਂ ਦੇ ਵਿੱਚ ਸ਼ਾਇਦ ਉਹ ਮਸ਼ੀਨਾਂ ਸਨ ਜਿਨ੍ਹਾਂ ਨੂੰ ਕਿਸੇ ਦੂਸਰੇ ਨੈਟਵਰਕ ਰਾਹੀਂ हैक किया जा सकता सी, उहदी प्रोग्रामिंग दे विच दखल अंदाजी की जा सकती सी। मैं उहदे बारे कन्फर्म नहीं है, इस करके मैं उहदे ते कोई बहुत ज़्यादा जोर दे के गल नहीं करनी चाहांगा। एक गल मैनू जो लगती है इलैक्शन कमेटी पिछे नहीं हटन जा रहा, इस करके आम आदमी पार्टी नूं अपने कोल जिहड़ियां उहदे कोले 3 ऑप्शनां ने, हाई कोर्ट जाण दियां, इलैक्शन कमिशन की हाज़री च मशीनां नूं गलत साबित करन दियां जां फिर बाईकाट करन दी उहदे कोले होर कोई ऑप्शन नहीं। इस तो बिना सिर्फ वो प्रचार दे पक्ष तो अपने पक्ष दे विच जो मर्जी करते रहन अखीर तक, अदरवाइज चोणां मैनूं लगदा वा कि इस तरीके नाल होण जा रहीआं ने जिवें हुण प्रक्रिया इंडिया दे विच चल रही है। और वध तो वध जिहड़ी जैनुअन डिमांड रखी जा सकती है, क्योंकि जिहड़ी पर्ची निकलदी है तुसीं पर्चियां दी रीकाउंटिंग करवा सकते हो। केजरीवाल ने एक बारी पंजाब के प्रसंग दे विच सवाल उठाया भी सी कि असीं रिजल्ट नूं भी चैलेंज नहीं करांगे, पर असीं चाहांगे कि जिन्हां सीटां दे उत्ते पर्ची निकली है उन्हां दे उत्ते री अकाउंट करा ली जाए। और उहदे लई भी इलैक्शन कमिशन ने कह दिता कि असीं सहमत हाँ, बशर्ते कि आम आदमी पार्टी यही गल जाके कोर्ट दे विच साडे खिलाफ केस करे, क्योंकि कोर्ट की नज़रसानी तो बिना, कोर्ट के कहे तो बिना असीं गिणियां होईयां वोटां नूं दोबारा गिणन दे हकदार नहीं हैं, और सानूं हक भी नहीं है कि अनाउंस किए रिजल्ट नूं असीं अपनी मर्जी नाल आपे चैलेंज कर लईए। सानूं कोई चैलेंज करे वाया कोर्ट ते असीं री अकाउंट कराउण दे लई तैयार हैं। ये काम घट्टो घट्ट केजरीवाल नूं जरूर करना चाहिए। थोड़ी जी मैं दर्शकों होर जानकारी दूंगा कि वोटिंग शुरू होने तो पहला एक मॉक ड्रिल की जाती है। मॉक ड्रिल नूं जे मैं तुहानूं एक्सप्लेन करना चाहां कि हर पार्टी के नुमाइंदे के सामने कुछ वोटां पा के विखियां जांदियां ने, ਜਦੋਂ ਸਾਰੇ ਹੀ ਪਾਰਟੀ ਦੇ ਮੈਂਬਰਸ ਵੋਟਾਂ ਪਾ ਕੇ ਟੈਸਟ ਕਰ ਲੈਂਦੇ ਨੇ, ਉਸ ਤੋਂ ਬਾਅਦ ਕਾਊਂਟਰ ਨੂੰ ਜ਼ੀਰੋ ਕੀਤਾ ਜਾਂਦਾ ਹੈ। ਮੈਂ ਗੱਲ ਰਿਪੀਟ ਕਰ ਰਿਹਾ ਕਿ ਕਾਊਂਟਰ ਨੂੰ ਜ਼ੀਰੋ ਕੀਤਾ ਜਾਂਦਾ ਹੈ, ਕਿ ਕਿਤੇ ਨਾ ਕਿਤੇ ਕਾਊਂਟਰ ਨੂੰ ਵੈਰੀਫਾਈ ਕਰਨ ਦਾ ਤਰੀਕਾ ਇਹੀ ਆ ਕਿ ਵੋਟਾਂ ਪਾਉਣ ਤੋਂ ਬਾਅਦ ਜੋ ਕਾਊਂਟਰ 'ਚ ਰਿਜ਼ਲਟ ਆ ਉਹਨੂੰ ਡਬਲ ਚੈੱਕ ਕੀਤਾ ਜਾਵੇ ਤੇ ਉਸ ਤੋਂ ਬਾਅਦ ਉਹਨੂੰ ਜ਼ੀਰੋ ਕੀਤਾ ਜਾਵੇ, ਤਾਂ ਕਿ ਉਸ ਮਸ਼ੀਨ ਨੂੰ ਰੈਗੂਲਰ ਵੋਟਿੰਗ ਵਾਸਤੇ ਇਸਤੇਮਾਲ ਕੀਤਾ ਜਾ ਸਕੇ। पर पंजाब ਅਤੇ यूपी ਦੇ ਵਿੱਚ ਜਦੋਂ ਇਲੈਕਸ਼ਨਸ ਹੋਈ ਕਿਸੇ ਵੀ ਜਗ੍ਹਾ ਮੌਕ ਡਰਿਲ ਨੂੰ ਚੈਲੰਜ ਨਹੀਂ ਕੀਤਾ ਗਿਆ। ਪ੍ਰਭਮੀਤ ਜੀ, ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਕਿ ਮੌਕ ਡਰਿਲ ਜਦੋਂ ਕੀਤੀ ਜਾਂਦੀ ਹੈ ਤਾਂ ਉਦੋਂ ਇਹਨਾਂ ਮਸ਼ੀਨਾਂ ਨੂੰ ਮੌਕ ਡਰਿਲ ਕਰਨ ਤੋਂ ਬਾਅਦ ਜ਼ੀਰੋ ਕਰ ਦਿੱਤਾ ਜਾਂਦਾ ਹੈ। ਮੈਂ ਇੱਕ ਜਿਵੇਂ ਮੈਂ ਸਾਰੀ ਡਿਬੇਟ ਕਾਫੀ ਦੇਰ ਤੋਂ ਸੁਣ ਰਿਹਾ ਸੀ, ਮੈਂ ਇੱਕ ਚੀਜ਼ ਇਹ ਕਹਿਣੀ ਚਾਹਾਂਗਾ ਕਿ
ਸਾਨੂੰ ਇਸ ਚੀਜ਼ ਵੱਲ ਵੀ ਨਿਗਾਹ ਮਾਰਨੀ ਚਾਹੀਦੀ ਕਿ ਬੈਲਟ ਪੇਪਰ ਦਾ ਸਿਸਟਮ ਜਿਹੜਾ ਕਿਉਂ ਬੰਦ ਹੋਇਆ ਸੀ, ਉਸ ਤੋਂ ਬਾਅਦ ਈਵੀਐਮ ਦੀ ਮਸ਼ੀਨਾਂ ਕਿਉਂ ਆਈਆਂ ਸੀ, ਬੈਲਟ ਪੇਪਰ ਦੇ ਕੀ ਖਾਮੀਆਂ ਸੀ, ਕਿਆ ਜੋ ਖਾਮੀਆਂ ਦੂਰ ਹੋ ਗਈਆਂ ਜਿਹਦੇ ਕਰਕੇ ਅਸੀਂ ਜਾਂ ਇਹ ਕਹਿ ਲਓ ਕਿ ਇੱਕ ਪਾਰਟਿਕੂਲਰ ਪਾਰਟੀ ਜਿਹੜੀ ਉਹ ਦੁਬਾਰਾ ਬੈਲਟ ਪੇਪਰ ਵੱਲ ਜਾਣ ਦੀ ਵੱਲ ਇੱਕ ਮੁਹਿੰਮ ਚਲਾਉਣਾ ਚਾਹ ਰਹੀ ਹੈ। ਅਰਵਿੰਦ ਕੇਜਰੀਵਾਲ ਹਾਈ ਕੋਰਟ ਕਿਉਂ ਨਹੀਂ ਜਾ ਰਹੇ? ਮੇਰਾ ਇੱਥੇ ਇਸ਼ੂ ਇਹ ਨਹੀਂ ਹੈ ਕਿ ਅਰਵਿੰਦ ਕੇਜਰੀਵਾਲ ਕੀ ਕਰ ਰਿਹਾ ਕੀ ਨਹੀਂ ਕਰ ਰਿਹਾ। ਸਾਡਾ ਡਿਬੇਟ ਦਾ ਟੌਪਿਕ ਸੀ ਕਿ ਐਮਸੀਡੀ ਇਲੈਕਸ਼ਨਾਂ ਦੇ ਵਿੱਚ ਆਮ ਆਦਮੀ ਪਾਰਟੀ, ਬੀਜੇਪੀ ਔਰ ਕਾਂਗਰਸ ਕਿੱਥੇ ਕਿੱਥੇ ਖੜ ਰਹੀ ਹੈ। ਮੈਂ ਇਹਨਾਂ ਦੋ ਚੀਜ਼ਾਂ ਨੂੰ ਮਿਕਸ ਕਰਕੇ ਚੱਲਾਂਗਾ ਕਿ ਅਰਵਿੰਦ ਕੇਜਰੀਵਾਲ ਹਾਈ ਕੋਰਟ ਕਿਉਂ ਨਹੀਂ ਜਾ ਰਹੇ, ਕਿਉਂਕਿ ਉਹਨਾਂ ਕੋਲ ਹਾਈ ਕੋਰਟ ਜਾਣ ਦੇ ਲਈ ਰੈਲੇਵੈਂਟ ਕੋਈ ਬੇਸ ਨਹੀਂ ਹੈਗਾ। ਉਹ ਮੀਡੀਆ 'ਚ ਆ ਕੇ ਬਿਆਨਬਾਜ਼ੀ ਕਰਦੇ ਨੇ, ਉਹ ਆਪਣੇ ਆਪ ਨੂੰ ਕਹਿੰਦੇ ਨੇ ਮੈਂ ਆਈਆਈਟੀ ਦਾ ਛਾਤਰ ਹਾਂ, ਆਈਆਈਟੀ ਦਾ ਸਟੂਡੈਂਟ ਰਿਹਾ, ਤਾਂ ਕਿਉਂ ਨਹੀਂ ਈਵੀਐਮ ਮਸ਼ੀਨ ਲੈ ਕੇ ਉਹਨੂੰ ਟੈਂਪਰ ਕਰਕੇ ਦਿਖਾ ਦਿੰਦੇ ਔਰ ਉਸ ਬੇਸ ਦੇ ਉੱਪਰ ਕੋਰਟ ਦੇ ਵਿੱਚ ਚਲੇ ਜਾਂਦੇ। ਦੂਸਰੀ ਚੀਜ਼ ਇਹ ਹੈ ਕਿ ਬੀਜੇਪੀ ਨੇ ਜਦੋਂ ਪਿਛਲੇ ਸਾਲਾਂ ਦੇ ਵਿੱਚ ਹਾਈ ਕੋਰਟ ਦੇ ਵਿੱਚ ਇਸ ਚੀਜ਼ ਨੂੰ ਚੈਲੰਜ ਕੀਤਾ ਸੀ, ਤਾਂ ਉਸ ਤੋਂ ਬਾਅਦ ਸੁਪਰੀਮ ਕੋਰਟ ਨੇ ਜਦੋਂ ਇਸ ਚੀਜ਼ ਬਾਰੇ ਡਿਸੀਜਨ ਦਿੱਤਾ ਸੀ, ਉਸ ਤੋਂ ਬਾਅਦ ਸਾਰਾ ਇਸ਼ੂ ਠੰਡਾ ਹੋ ਗਿਆ ਸੀ। ਸੋ ਇਹ ਇਲੈਕਸ਼ਨ ਕਮਿਸ਼ਨ ਵਾਸਤੇ ਵੀ ਇੱਕ ਬੜੀ ਅਜੀਬ ਜਿਹੀ ਸਿਚੁਏਸ਼ਨ ਹੈ ਕਿ ਕੋਈ ਵੀ ਪਾਰਟੀ ਜਿਹੜੀ ਆ ਉਹ ਆਪਣੇ ਕਮੀਆਂ ਦਾ ਠੀਕਰਾ ਜਿਹੜਾ ਇਲੈਕਸ਼ਨ ਕਮਿਸ਼ਨ ਦੇ ਸਿਰ ਇਲੈਕਸ਼ਨ ਕਮਿਸ਼ਨ ਦੇ ਪ੍ਰੋਸੈਸ ਤੇ ਸਿਰ ਫੋੜ ਦਿੰਦੀ ਹੈ ਔਰ ਇਲੈਕਸ਼ਨ ਕਮਿਸ਼ਨ ਬਾਰ-ਬਾਰ ਉਹਦਾ ਜਵਾਬ ਦਿੰਦਾ ਰਹਿੰਦਾ। ਮੇਰੇ ਹਿਸਾਬ ਨਾਲ ਇਲੈਕਸ਼ਨ ਕਮਿਸ਼ਨ ਨੂੰ ਵੀ ਇਹਦੇ ਵਿੱਚ ਇੱਕ ਸਖਤ ਰੁਖ ਅਖਤਿਆਰ ਕਰਨਾ ਚਾਹੀਦਾ ਹੈ ਕਿ ਸਿਸਟਮ ਸਾਡਾ ਇਹੀ ਰਹੇਗਾ, ਤੁਹਾਨੂੰ ਐਕਸੈਪਟੇਬਲ ਹੈ ਤਾਂ ਤੁਸੀਂ ਇਲੈਕਸ਼ਨ 'ਚ ਫਾਈਟ ਕਰੋ, ਨਹੀਂ ਐਕਸੈਪਟੇਬਲ ਹੈ ਤਾਂ ਰੈਲੇਵੈਂਟ ਬੇਸ ਦੇ ਉੱਪਰ ਤੁਸੀਂ ਕੋਰਟ ਦੇ ਵਿੱਚ ਜਾਓ। ਟਿਲ ਦਾ ਟਾਈਮ ਤੁਹਾਨੂੰ ਇਲੈਕਸ਼ਨ ਦੇ ਵਿੱਚ ਫਾਈਟ ਕਰਨ ਦੀ, ਕੰਟੈਸਟ ਕਰਨ ਦੀ ਕੋਈ ਲੋੜ ਨਹੀਂ ਹੈ। ਹੁਣ ਮੈਂ ਜਿਵੇਂ ਪਹਿਲਾਂ ਵੀ ਜ਼ਿਕਰ ਕੀਤਾ ਕਿ ਪੰਜਾਬ ਦੇ ਵਿੱਚ ਅਨਐਕਸਪੈਕਟਡ ਹਾਰ ਸੀ, ਦਿੱਲੀ ਦੇ ਵਿੱਚ ਐਕਸਪੈਕਟਡ ਹਾਰ ਹੈ। ਉਹ ਐਕਸਪੈਕਟਡ ਹਾਰ ਦੇ ਜਿਹੜੇ ਐਕਸਕਿਊਜ਼ਸ ਨੇ ਉਹ ਅੱਜ ਹੀ ਅਰਵਿੰਦ ਕੇਜਰੀਵਾਲ ਐਂਡ ਪਾਰਟੀ ਜਿਹੜੀ ਆ ਉਹ ਸਾਰਾ ਲੋਕਾਂ ਦੇ ਅੱਗੇ ਰੱਖਣਾ ਚਾਹ ਰਹੀ ਹੈ। ਅਰਵਿੰਦ ਕੇਜਰੀਵਾਲ ਨੂੰ ਸ਼ਾਇਦ ਇਹ ਨਹੀਂ ਪਤਾ ਹੋਗਾ ਕਿ ਉਹਨਾਂ ਦੇ ਕਿਹੜੇ ਵਾਰਡ ਦੇ ਵਿੱਚ ਕਿਹੜੇ ਲੋਕਾਂ ਦੀ ਕੀ ਸਮੱਸਿਆ ਹੈਗੀ, ਪਰ ਉਹਨਾਂ ਨੂੰ ਇਹ ਪਤਾ ਹੈ ਕਿ ਨਰਿੰਦਰ ਮੋਦੀ ਨੇ ਮੇਰੇ ਖਿਲਾਫ ਕੀ ਕਰਤਾ, ਉਹਨਾਂ ਨੂੰ ਇਹ ਪਤਾ ਕਿ ਈਵੀਐਮ ਮਸ਼ੀਨਾਂ ਦੇ ਵਿੱਚ ਕੀ ਗੜਬੜੀ ਹੈ। ਇਹੀ ਜਿਹੜੀ ਹੈ ਲੈਕ ਆਫ ਜਿਹੜਾ ਨੌਲੇਜ ਹੈ, ਲੈਕ ਆਫ ਕਮਿਊਨੀਕੇਸ਼ਨ ਵਿਦ ਦ ਵਲੰਟੀਅਰਸ ਹੈਗਾ, ਉਹ ਆਮ ਆਦਮੀ ਪਾਰਟੀ ਦੀ ਹਾਰ ਦਾ ਕਾਰਨ ਇੱਥੇ ਬਣਿਆ। ਇਹੀ ਆਮ ਆਦਮੀ ਪਾਰਟੀ ਦੀ ਹਾਰ ਦਾ ਕਾਰਨ ਦਿੱਲੀ 'ਚ ਬਣਨ ਜਾ ਰਿਹਾ ਜੀ। ਥੈਂਕ ਯੂ ਪਰਮਜੀਤ ਜੀ। ਸਮਾਂ ਇਜਾਜ਼ਤ ਨਹੀਂ ਦਿੰਦਾ ਕਿ ਇਸ ਗੱਲਬਾਤ ਨੂੰ ਜਾਰੀ ਰੱਖੀਏ। ਅਸੀਂ ਲਵਾਂਗੇ ਛੋਟੀ ਜੀ ਬ੍ਰੇਕ।